ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਮੁੰਦਰਾ ਮੋਨਾ ਦਇਆ ਕਰ ਝੋਲੀ, ਮੁੰਦਰਾ ਮੋਨਾ ਦਇਆ ਕਰ ਝੋਲੀ। ਨਾਮ ਕਾ ਕਰੂੰ ਆਧਾਰ ਰੇ, ਖਿੰਥਾ ਏ ਤਨ ਸੀਵੂੰ ਆਪਣਾ। ਨਾਮ ਕਰੂੰ ਆਧਾਰ ਰੇ। ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਬੁੱਧ ਵਿਭੂਤ ਚੜ੍ਹਾਵੋ ਆਪਣੀ, ਸਿੰਘੀ ਸੁਰਤ ਮਿਲਾਈ। ਕਰ ਬੈਰਾਗ ਫਿਰੈ ਤਨ ਨਗਰੀ, ਮਨ ਕੀ ਕਿੰਗੁਰੀ ਬਜਾਈ। ਪੰਚ ਤਤ ਲੈ ਹਿਰਦੈ ਰਾਖੋ, ਰਹਿ ਨਿਰਾਲਮ ਤਾੜੀ। ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬਾੜੀ। ਪੰਚ ਤਤ ਲੈ ਹਿਰਦੈ ਰਾਖੋ, ਰਹਿ ਨਿਰਾਲਮ ਤਾੜੀ। ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬਾੜੀ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਵੀਰ ਗੁਰਪ੍ਰੀਤ ਸਿੰਘ, ਤਿੰਨਾਂ ਦੇ ਕੱਲ੍ਹ ਆਨੰਦ ਕਾਰਜ ਹੋਏ ਅਤੇ ਇਸ ਸੰਬੰਧ ਵਿੱਚ ਦੋਨਾਂ ਪਰਿਵਾਰਾਂ ਨੇ ਰਲ ਕੇ ਅੱਜ ਦਾ ਇਹ ਗੁਰਮਤਿ ਸਮਾਗਮ ਉਸ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਉਲੀਕਿਆ। ਬਹੁਤ ਟਾਵੇਂ ਪਰਿਵਾਰਾਂ ਦੇ ਹਿੱਸੇ ਇਹ ਚੀਜ਼ ਆਉਂਦੀ ਹੈ ਕਿ ਅਸੀਂ ਖੁਸ਼ੀ ਦੇ ਕਾਰਜ ਨੂੰ ਗੁਰੂ ਦੀ ਸਿੱਖਿਆ ਦੇ ਨਾਲ ਸਮਾਜ ਦੇ ਸਾਹਮਣੇ ਲੈ ਕੇ ਆਈਏ। ਨਹੀਂ ਤਾਂ ਜਦੋਂ ਮਨੁੱਖ ਦੇ ਕੋਲ ਕੋਈ ਖੁਸ਼ੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼, ਧਰਮ ਖੰਭ ਲਾ ਕੇ ਉੱਡ ਜਾਂਦਾ ਹੈ। ਇਹ ਚੀਜ਼ਾਂ ਅਲੋਪ ਹੋ ਜਾਂਦੀਆਂ ਨੇ। ਜਦੋਂ ਸੁੱਖ ਆਉਂਦਾ ਹੈ, ਚਾਰ ਪੈਸੇ ਆਉਂਦੇ ਨੇ, ਕੋਈ ਖੁਸ਼ੀ ਵਾਲਾ ਕਾਰਜ ਹੁੰਦਾ ਹੈ ਅਤੇ ਮਨੁੱਖ ਗੁਰਮਤਿ ਨੂੰ, ਗੁਰੂ ਦੀ ਸਿੱਖਿਆ ਨੂੰ ਪਿੱਠ ਦੇ ਦਿੰਦਾ ਹੈ। ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ ਫਿਰ ਸਾਨੂੰ ਗੁਰੂ, ਮਰਿਆਦਾ, ਰੱਬ ਇਹ ਉਦੋਂ ਚੇਤੇ ਆਉਂਦਾ ਹੈ। ਪਰ ਟਾਵੇਂ ਪਰਿਵਾਰ ਹੁੰਦੇ ਨੇ ਜਿਹੜੇ ਖੁਸ਼ੀ ਵੇਲੇ ਪੁੱਤਰ ਦਾ ਜਨਮ ਹੋਵੇ, ਧੀ ਦਾ ਜਨਮ ਹੋਵੇ, ਕੋਈ ਘਰ ਨਵਾਂ ਲੈਣ, ਕੋਈ ਕਾਰੋਬਾਰ ਸ਼ੁਰੂ ਕਰਨ, ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਨ, ਤੋ ਗੁਰੂ ਦੀ ਵਿਚਾਰ ਜਾਂ ਗੁਰੂ ਦੇ ਉਪਦੇਸ਼ ਨੂੰ ਪਹਿਲ ਦੇਣ। ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ। ਸਮਾਜ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ, ਬਹੁਤੇ ਲੋਕ ਦੁਨਿਆਵੀ ਲੋਕਾਂ ਦਾ ਪ੍ਰਭਾਵ ਕਬੂਲ ਕੇ ਉਹ ਕੰਮ ਕਰਦੇ ਜੋ ਦੁਨੀਆ ਚਾਹੁੰਦੀ ਹੈ। ਜੋ ਦੁਨੀਆ ਚਾਹੁੰਦੀ ਹੈ ਉਹੋ ਜਿਹਾ ਕੰਮ ਕਰੀ ਜਾਣਾ, ਅਤੇ ਦੁਨੀਆ ਇਸ ਵਿੱਚ ਖੁਸ਼ ਵੀ ਰਹਿੰਦੀ ਹੈ ਵੀ ਵੇਖੋ ਜੀ ਸੰਸਾਰ ਤਾਂ ਇੱਦਾਂ ਚੱਲਦਾ ਹੈ। ਜਿੱਧਰੋਂ ਪਾਣੀ ਆ ਰਿਹਾ ਹੋਵੇ, ਜਿੱਧਰ ਨੂੰ ਪਾਣੀ ਜਾ ਰਿਹਾ ਹੋਵੇ, ਉੱਧਰ ਨੂੰ ਤਾਂ ਨਾ ਵੀ ਤਰਨਾ ਆਉਂਦਾ ਹੋਵੇ, ਬੰਦਾ ਹੱਥ ਪੈਰ ਮਾਰਦਿਆਂ ਵੀ 10-20 ਕਰਮਾਂ ਰੋੜੀ ਜਾਂਦਾ ਹੈ।
ਪਰ ਜਿੱਧਰੋਂ ਪਾਣੀ ਆ ਰਿਹਾ ਹੋਵੇ ਉਧਰ ਨੂੰ ਉਹੋ ਹੀ ਤਰੇਗਾ ਜਿਹਨੂੰ ਤਰਨ ਦੀ ਜਾਚ ਹੈ। ਸਮਾਜ ਦੇ ਵਹਿਣ ਵਿੱਚ ਤਾਂ ਵਹਿਣਾ ਬਹੁਤ ਸੌਖਾ ਹੈ, ਪਰ ਸਮਾਜ ਦੀਆਂ ਰਹੁ ਰੀਤੀਆਂ, ਕਰਮਕਾਂਡ, ਪਖੰਡ, ਰੀਤਾਂ, ਇਹਨਾਂ ਦੇ ਉਲਟ ਜਾ ਕੇ ਕੋਈ ਚੰਗਾ ਕੰਮ ਕਰਨਾ, ਇਹ ਸੂਰਬੀਰ ਮਨੁੱਖਾਂ ਦੇ ਹਿੱਸੇ ਹੀ ਆਉਂਦਾ ਹੈ। ਅਤੇ ਉਹਦੇ ਵਾਸਤੇ ਲੜਨਾ ਵੀ ਪੈਂਦਾ, ਜੰਗ ਵੀ ਕਰਨੀ ਪੈਂਦੀ ਹੈ, ਪਰਿਵਾਰਾਂ ਵਿੱਚ ਵੀ, ਰਿਸ਼ਤੇਦਾਰਾਂ ਵਿੱਚ ਵੀ, ਸਮਾਜ ਵਿੱਚ ਵੀ, ਕਿਉਂਕਿ ਅਸੀਂ ਕਰਦੇ ਹਾਂ। ਸਮਾਜ ਵਿੱਚ ਮਨ ਦੀ ਮੱਤ ਹੋਣ ਕਰਕੇ ਮਨੁੱਖ ਹੌਲਾ ਪੈ ਜਾਂਦਾ ਹੈ। ਗੁਰੂ ਰਾਮਦਾਸ ਦਾ ਵਾਕ ਹੈ, ਅੰਤਰ ਅਗਿਆਨ ਭਈ ਮਤ ਮੱਧਮ। ਲਾਈਟ ਘੱਟ ਹੋਵੇ ਤੇ ਪੜ੍ਹਨਾ ਔਖਾ ਹੁੰਦਾ ਹੈ, ਸਾਰਿਆਂ ਨੂੰ ਪਤਾ। ਲਾਈਟ ਮੱਧਮ ਹੋਵੇ, ਤੁਸੀਂ ਗੱਡੀ ਡਰਾਈਵ ਕਰਦੇ ਹੋ, ਤੁਹਾਡੀ ਗੱਡੀ ਦੀ ਲਾਈਟ ਮੱਧਮ ਹੋਵੇ ਤੇ ਚਲਾਉਣ ਵਾਲੇ ਨੂੰ ਗੱਡੀ ਮੁਸ਼ਕਲ ਆਏਗੀ, ਉਹਨੂੰ ਰਸਤਾ ਦਿਸਣਾ ਨਹੀਂ। ਜੇ ਕਮਰੇ ਵਿੱਚ ਤੁਸੀਂ ਪੜ੍ਹ ਰਹੇ ਹੋ, ਲਾਈਟ ਮੱਧਮ ਹੈ, ਪੜ੍ਹਨਾ ਔਖਾ ਹੈ। ਜੇ ਸਫ਼ਰ ਕਰਦੇ ਹਾਂ, ਗੱਡੀ ਦੀ ਲਾਈਟ ਘੱਟ ਹੋਵੇ ਤੇ ਸਫ਼ਰ ਕਰਨਾ ਔਖਾ ਹੈ। ਅਤੇ ਸੋਚੋ ਜੇ ਮਨੁੱਖ ਦੀ ਮੱਤ ਮੱਧਮ ਹੋਵੇ ਤਾਂ ਜ਼ਿੰਦਗੀ ਦਾ ਸਫ਼ਰ ਕਿੰਨਾ ਔਖਾ ਹੋਏਗਾ। ਜਿੱਥੇ ਮੱਤ ਹੌਲੀ ਹੋਵੇ, ਮਨੁੱਖ ਦੀ ਮੱਤ ਚੰਗੇ ਮਾੜੇ ਫੈਸਲੇ ਨਾ ਲੈ ਸਕੇ। ਮੱਤ ਨਹੀਂ ਸਾਡੀ ਜ਼ਿੰਦਗੀ ਦੀ ਅਗਵਾਈ ਕਰਨੀ ਹੈ। ਮੱਤ ਨੂੰ ਸਤਿਗੁਰ ਦੀ ਬਾਣੀ 'ਚ ਮਾਂ ਆਖਿਆ। ਭਗਤ ਕਬੀਰ ਜੀ ਦਾ ਆਪਾਂ ਵਾਕ ਪੜ੍ਹਿਆ ਹੈ, ਰਾਗ ਰਾਮਕਲੀ ਅੰਦਰ 970 ਅੰਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਸੁਭਾਈਮਾਨ ਹੈ। ਸ਼ਬਦ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਕਹਿੰਦੇ ਨੇ, ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਜੋਗ ਦਾ ਅਰਥ ਹੈ ਮਿਲਾਪ, ਅਤੇ ਜੋਗੀ ਦਾ ਅਰਥ ਹੈ ਜਿਹੜਾ ਮਿਲਾਪ ਲਈ ਤੁਰਿਆ ਹੋਇਆ ਹੈ। ਜੋਗੀ ਉਹਨੂੰ ਕਹਿੰਦੇ ਨੇ ਜਿਹੜਾ ਰੱਬ ਦੇ ਮਿਲਾਪ ਲਈ ਘਰੋਂ ਤੁਰਿਆ ਸੀ, ਅਤੇ ਜੋਗ ਦਾ ਅਰਥ ਹੈ ਜਿਹੜਾ ਮਿਲ ਪਿਆ ਹੈ। ਤਾਂ ਹੀ ਤੁਸੀਂ ਵੇਖੋ ਜਿਹੜੇ ਜੋਗੀ ਲੋਕ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਤੁਸੀਂ ਇਹ ਘਰ ਬਾਰ ਪਰਿਵਾਰ ਕਿਉਂ ਛੱਡਿਆ ਹੈ, ਕੰਨਾਂ 'ਚ ਮੁੰਦਰਾਂ ਕਿਉਂ ਪਾਈਆਂ ਨੇ, ਅਤੇ ਉਹਨਾਂ ਦਾ ਜਵਾਬ ਹੈ, ਇਸ ਕਰਕੇ ਪਾਈਆਂ ਨੇ ਕਿ ਅਸੀਂ ਰੱਬ ਦੇ ਰਸਤੇ 'ਤੇ ਤੁਰੇ ਹੋਏ ਹਾਂ। ਅਸੀਂ ਰੱਬ ਦੇ, ਇਹਦਾ ਮਤਲਬ ਉਹਨਾਂ ਦੇ ਮੁਤਾਬਕ ਆ ਜਿਹੜੇ ਆਪਾਂ ਗ੍ਰਸਤੀਆਂ, ਆਪਾਂ ਰੱਬ ਦੇ ਰਸਤੇ 'ਤੇ ਨਹੀਂ ਤੁਰੇ ਹੋਏ। ਜਿੰਨੇ ਡੇਰੇਦਾਰ ਨੇ ਉਹਨਾਂ ਦੇ ਮੁਤਾਬਕ, ਜੋ ਉਹ ਡੇਰੇ 'ਚ ਬੈਠੇ ਨੇ ਉਹਨਾਂ ਮੁਤਾਬਕ ਉਹ ਹੈ ਰੱਬ ਦਾ ਰਸਤਾ। ਆ ਗ੍ਰਸਤੀ ਦਾ ਕਾਰੋਬਾਰ ਕਰਨਾ, ਨੌਕਰੀ ਕਰਨੀ, ਦੁਕਾਨ ਕਰਨੀ, ਕੋਈ ਬਿਜ਼ਨਸ ਵਪਾਰ ਕਰਨਾ, ਉਹਨਾਂ ਦੇ ਮੁਤਾਬਕ ਇਹ ਰਸਤਾ ਰੱਬ ਦੇ ਰਸਤੇ 'ਤੇ ਤੁਰਨ ਵਾਲਾ ਨਹੀਂ ਹੈ। ਰਸਤਾ ਉਹਨਾਂ ਦੇ ਮੁਤਾਬਕ ਰਸਤਾ ਉਹ ਹੈ ਕਿ ਜਦੋਂ ਅਸੀਂ ਸਮਾਧੀ ਲਾਉਂਦੇ ਹਾਂ, ਅਸੀਂ ਨਾਮ ਜਪਦੇ ਹਾਂ, ਅਸੀਂ ਗ੍ਰਸਤੀਆਂ ਜੰਜਾਲ ਤੋਂ ਪਰੇ ਹਾਂ, ਰਸਤਾ ਤਾਂ ਅਸਲੀ ਰੱਬ ਦਾ ਇਹੋ ਹੀ ਹੈ। ਅਤੇ ਫਿਰ ਇਹਦਾ ਅਰਥ ਇਹ ਹੋਇਆ, ਜੇ ਰੱਬ ਦੇ ਪਾਉਣ ਲਈ ਕੋਈ ਵਿਸ਼ੇਸ਼ ਰਸਤਾ ਹੈ ਤਾਂ ਫਿਰ ਸਾਰੇ ਲੋਕ ਤਾਂ ਪਾ ਹੀ ਨਹੀਂ ਸਕਦੇ। ਹੁਣ ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਰੱਬ ਦੀ ਗੱਲ ਚੱਲਦੀ ਸੀ, ਉਹਨਾਂ ਵੇਲੇ ਵੀ ਚੱਲਦੀ ਰਹੀ ਅਤੇ ਹੁਣ ਵੀ ਚੱਲਦੀ ਹੈ। ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਵੀ ਜੋਗੀ ਹੈ। ਹੁਣ ਤੁਸੀਂ ਆਪਣੇ ਬ੍ਰੇਨ ਵਿੱਚ ਜੋਗੀ ਦੀ ਪਿਕਚਰ ਬਣਾਓ ਵੀ ਜੋਗੀ ਕਿੱਦਾਂ ਦਾ ਹੁੰਦਾ। ਇੱਕਦਮ ਸਾਡੇ ਦਿਮਾਗ 'ਚ ਗੇਰੂਏ ਰੰਗ ਦੇ ਕੱਪੜੇ ਆ ਜਾਣੇ ਨੇ, ਉਹਦੇ ਕੋਲ ਇੱਕ ਗੋਦੜੀ ਹੋਏਗੀ, ਹੱਥ ਵਿੱਚ ਖੱਪਰ ਫੜਿਆ ਹੋਏਗਾ, ਇੱਕ ਪਟਾਰੀ ਹੋਏਗੀ, ਆਪਣੇ ਦਿਮਾਗ 'ਚ ਇੱਕ ਜੋਗੀ ਦੀ ਪਿਕਚਰ ਬਣ ਜਾਵੇ, ਜੋਗੀ ਇੱਦਾਂ ਦਾ ਹੁੰਦਾ ਹੈ। ਪਰ ਜਦੋਂ ਗੁਰਮਤਿ ਮੁਤਾਬਕ ਜੋਗੀ ਵੇਖੋਗੇ, ਉਹ ਪੈਂਟ ਕਮੀਜ਼ ਵਾਲਾ ਵੀ ਹੋ ਸਕਦਾ, ਉਹ ਪੈਂਟ ਕੋਟ ਵਾਲਾ ਵੀ ਹੋ ਸਕਦਾ, ਉਹ ਸਕੂਲ ਟੀਚਰ ਵੀ ਹੋ ਸਕਦਾ, ਉਹ ਪੁਲਿਸ ਅਫਸਰ ਵੀ ਹੋ ਸਕਦਾ ਹੈ, ਉਹ ਨੌਕਰੀ ਕਰਨ ਵਾਲਾ ਵੀ ਹੋ ਸਕਦਾ, ਉਹ ਵਾਹੀ ਕਰਨ ਵਾਲਾ ਕਿਸਾਨ ਵੀ ਹੋ ਸਕਦਾ, ਉਹ ਨਰਸ ਵੀ ਹੋ ਸਕਦੀ ਹੈ, ਉਹ ਡਾਕਟਰ ਵੀ ਹੋ ਸਕਦਾ। ਯਾਨੀ ਕਿ ਹਰ ਵਿਅਕਤੀ, ਭਾਵੇਂ ਕੋਈ ਔਰਤ ਹੈ ਭਾਵੇਂ ਮਰਦ ਹੈ, ਸਤਿਗੁਰ ਦੀ ਬਾਣੀ ਮੁਤਾਬਕ ਹਰ ਇੱਕ ਵਿਅਕਤੀ ਜੋਗੀ ਬਣ ਸਕਦਾ ਹੈ। ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰੂ ਦਾ ਸਿੱਖ ਸਭ ਤੋਂ ਵੱਡਾ ਜੋਗੀ ਹੈ, ਜਿਹਨੇ ਆਪਣਾ ਪਰਿਵਾਰ ਨਹੀਂ ਛੱਡਿਆ ਅਤੇ ਪਰਿਵਾਰ ਵਿੱਚ ਰਹਿ ਕੇ ਸੱਚ ਦੀ ਪ੍ਰਾਪਤੀ ਕੀਤੀ ਹੈ। ਧਿਆਨ ਨਾਲ ਸੁਣਿਓ ਸਾਧ ਸੰਗਤ, ਤਰਿਆ ਵੀ ਪਾਣੀ 'ਚ ਜਾਂਦਾ ਹੈ ਅਤੇ ਡੁੱਬਿਆ ਵੀ ਪਾਣੀ 'ਚ ਹੀ ਜਾਂਦਾ ਹੈ। ਜਿਹੜੇ ਇਨਸਾਨ ਡੁੱਬਣ ਤੋਂ ਡਰਦੇ ਨੇ, ਉਹਨਾਂ ਨੂੰ ਤਰਨ ਦੀ ਜਾਚ ਕਦੀ ਨਹੀਂ ਆ ਸਕਦੀ। ਜਿਹੜਾ ਵਿਅਕਤੀ ਇਸ ਗੱਲੋਂ ਡਰਦਾ ਵੀ ਮੈਂ ਪਾਣੀ 'ਚ ਇਸ ਕਰਕੇ ਨਹੀਂ ਵੜਦਾ ਮੈਂ ਕਿਤੇ ਡੁੱਬ ਨਾ ਜਾਵਾਂ, ਅਤੇ ਜ਼ਿੰਦਗੀ ਵਿੱਚ ਉਹਨੂੰ ਪਾਣੀ ਵਿੱਚ ਤਾਰੀਆਂ ਲਾਉਣ ਦੀ ਵੀ ਜਾਚ ਕਦੀ ਨਹੀਂ ਆ ਸਕਦੀ। ਜਿਹੜਾ ਵਿਅਕਤੀ ਇਸ ਕਰਕੇ ਗੱਡੀ ਡਰਾਈਵ ਨਹੀਂ ਕਰਦਾ ਮੇਰੇ ਕੋਲੋਂ ਕਿਤੇ ਵੱਜ ਨਾ ਜਾਏ,
ਉਹ ਕਦੀ ਗੱਡੀ ਨਹੀਂ ਚਲਾ ਸਕਦਾ। ਪਹਿਲਿਆਂ ਸਮਿਆਂ ਦੇ ਵਿੱਚ, ਹੁਣ ਤਾਂ ਬਹੁਤ ਕੁਝ ਸਿੱਖਣ ਲਈ ਆ ਗਿਆ। ਜਿਨ੍ਹਾਂ ਨੇ ਬਚਪਨ 'ਚ ਸਾਈਕਲ ਚਲਾਉਣ ਦੀ ਜਾਚ ਸਿੱਖੀ ਹੈ, ਕਿੰਨੇ ਵਾਰੀ ਅਰਕਾਂ ਛਿੱਲੀਆਂ ਜਾਣੀਆਂ, ਗੋਡੇ ਛਿੱਲੇ ਜਾਣੇ। ਬੱਚੇ ਆਪਣੇ ਆਪ ਹੀ ਉਹ ਸਾਈਕਲ ਚਲਾਉਂਦਿਆਂ ਚਲਾਉਂਦਿਆਂ ਕਿੱਥੋਂ ਤੱਕ ਕਿੱਥੇ ਪਹੁੰਚ ਜਾਂਦੇ। ਮੁੜ ਕੇ ਤੁਸੀਂ ਵੇਖਿਆ ਕਈ ਬੱਚਿਆਂ ਨੂੰ ਤਾਂ ਨਾ ਸਕੂਲਾਂ ਦੇ ਵਿੱਚ ਜਾ ਕੇ ਕਲਾਸਾਂ ਲਾਉਣੀਆਂ ਪੈਂਦੀਆਂ ਗੱਡੀ ਡਰਾਈਵ ਕਰਨ ਦੀਆਂ, ਅਤੇ ਕਈਆਂ ਨੇ ਆਪਣੇ ਘਰ 'ਚ ਵੱਡੇ ਭਰਾ ਵੱਲ ਵੇਖ ਕੇ, ਪਿਤਾ ਵੱਲ ਵੇਖ ਕੇ, ਤਾਏ ਚਾਚੇ ਵੱਲ ਵੇਖ ਕੇ, ਉਹਨਾਂ ਵੱਲ ਵੇਖ ਵੇਖ ਕੇ ਆਪੇ ਹੀ ਕਾਰ ਚਲਾਉਣੀ ਸਿੱਖ ਲਈ। ਡਰ ਨਹੀਂ ਆਇਆ, ਅੱਗੇ ਵੱਧਦੇ ਗਏ। ਹੁਣ ਇੱਥੇ ਗੁਰਮਤਿ ਸਾਨੂੰ ਇਹ ਉਪਦੇਸ਼ ਦਿੰਦੀ ਵੀ ਰਹਿਣਾ ਪਰਿਵਾਰ 'ਚ ਹੈ, ਮਾਂ ਬਾਪ ਹੈ, ਬੱਚੇ ਨੇ। ਸਤਿਗੁਰ ਨੇ ਕਿੱਡਾ ਪਿਆਰਾ ਬਚਨ ਕਿਹਾ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ। ਜਦੋਂ ਗੁਰੂ ਜੀਵਨ 'ਚ ਆਉਂਦਾ ਹੈ ਤਾਂ ਬੰਦੇ ਨੂੰ ਜ਼ਿੰਦਗੀ ਜਿਉਣ ਦੀ ਪੂਰੀ ਜੁਗਤੀ ਆਉਂਦੀ ਹੈ। ਹੱਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੈ ਮੁਕਤ। ਹੱਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ ਬੰਦਾ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੀ ਬੁਰਿਆਂ ਕੰਮਾਂ ਤੋਂ ਮੁਕਤ ਹੋ ਕੇ ਉਹ ਸੱਚ ਦੀ ਪ੍ਰਾਪਤੀ ਕਰ ਸਕਦਾ ਹੈ। ਉਹਨੂੰ ਕੋਈ ਵੱਖਰਾ ਤਿਆਗ ਕਰਨ ਦੀ ਲੋੜ ਨਹੀਂ ਹੈ, ਕੋਈ ਵੱਖਰਾ ਤਿਆਗ ਕਰਨ ਦੀ ਲੋੜ ਨਹੀਂ। ਇੱਕ ਗੱਲ ਧਿਆਨ ਨਾਲ ਸੁਣਿਓ, ਤੁਹਾਡੇ ਵਿੱਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਨੇ, 730 ਨੰਬਰ ਅੰਕ 'ਤੇ ਵਾਕ ਹੈ ਗੁਰੂ ਨਾਨਕ ਸਾਹਿਬ ਦਾ। ਉਹ 'ਚ ਸ਼ਬਦ ਹੈ, ਜਦੋਂ ਸਤਿਗੁਰ ਭੇਟੈ ਤਾਂ ਸਹਿੰਸਾ ਟੂਟੈ, ਧਾਵਤ ਵਰਜ ਰਹਾਈਐ, ਨਿਝਾਰ ਝਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਸਤਿਗੁਰ ਜੀ ਕਿੱਡੀ ਪਿਆਰੀ ਗੱਲ, ਕਿੱਡਾ ਪਿਆਰਾ ਉਪਦੇਸ਼ ਸਾਨੂੰ ਦੇ ਰਹੇ ਨੇ। ਕਹਿੰਦੇ ਸਤਿਗੁਰ ਭੇਟੈ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ। ਜੋਗ ਦਾ ਅਰਥ ਹੈ ਮਿਲਾਪ। ਕਹਿੰਦੇ ਕੋਈ ਕਵੇ ਕਿ ਮੈਂ ਮੜੀਆਂ ਮਸਾਣੀਆਂ 'ਤੇ ਚਲੇ ਗਿਆ, ਪਰਿਵਾਰ ਛੱਡ ਦਿੱਤਾ ਹੈ। ਤਾੜੀ ਦਾ ਅਰਥ ਹੈ ਸਮਾਧੀ ਲਾਉਣੀ। ਕਹਿੰਦੇ ਸਮਾਧੀ ਲਾਇਆ ਉਹਦੀ ਪ੍ਰਾਪਤੀ ਨਹੀਂ ਹੈਗੀ। ਤਾੜੀ ਦਾ ਅਰਥ ਹੈ ਸਮਾਧੀ ਲਾਉਣੀ, ਜਾਨੀ ਰੀੜ੍ਹ ਦੀ ਹੱਡੀ ਸਿੱਧੀ ਕਰ ਲੈਣੀ, ਅੱਖਾਂ ਬੰਦ ਕਰ ਲੈਣੀਆਂ। ਇਹ ਗੁਰਮਤਿ ਦਾ ਫਲਸਫਾ ਨਹੀਂ ਹੈ। ਨਾ 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 ਨਾ, ਇਹ ਗੱਲ ਧਿਆਨ ਨਾਲ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਬਾਣੀ ਪੜ੍ਹਨ, ਅੱਜ ਪ੍ਰੋਬਲਮ ਇਹ ਹੈ ਅਸੀਂ ਸਿੱਖਿਆ ਦੇਹਧਾਰੀਆਂ ਕੋਲ ਲੈ ਰਹੇ ਹਾਂ ਤਾਂ ਗੁਰਮਤਿ ਦੀ ਤਾਂ ਸਾਡੇ ਕੋਲ ਜਿਹੜੀ ਮੁੱਢਲੀ ਐਜੂਕੇਸ਼ਨ ਉਹ ਹੈ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਖਾਂ ਖੋਲ੍ਹਦੀ ਹੈ, ਅੱਖਾਂ ਬੰਦ ਨਹੀਂ ਕਰਾਉਂਦੀ। ਅੱਖਾਂ ਬੰਦ ਕਰਨ ਵਾਲਿਆਂ ਬਾਰੇ ਤਾਂ ਬਾਣੀ ਆਉਂਦੀ ਆ, ਅੱਖੀਂ ਤਾਂ ਮੀਟੈ, ਸਾਰੇ ਬੋਲੋ ਜਿਹਨਾਂ ਨੂੰ ਬਾਣੀ ਆਉਂਦੀ, ਅੱਖੀਂ ਤਾਂ ਮੀਟੈ ਨਾਕ ਪਕੜੈ, ਕਾਹਦੇ ਲਈ? ਠੱਗਣ ਕੋ। ਬਾਣੀ ਆਪਾਂ ਕਹਿੰਦੇ ਅੱਖਾਂ ਮੀਟਣੀਆਂ ਰੱਬ ਨੂੰ ਵੇਖਣ ਲਈ, ਅਤੇ ਗੁਰਮਤਿ ਆਂਦੀ ਹੈ ਅੱਖਾਂ ਮੀਟਣੀਆਂ ਠੱਗੀਆਂ ਮਾਰਨ ਲਈ। ਅੱਛਾ, ਅੱਖੀਆਂ ਮੀਟਣ ਨਾਲ ਠੱਗੀ ਮਾਰਨ ਦਾ ਕੀ ਸੰਬੰਧ ਹੈ ਭਲਾ? ਬੰਦਾ ਠੱਗੀ ਅੱਖਾਂ ਮੀਟ ਕੇ ਮਾਰਦਾ ਕਿ ਅੱਖਾਂ ਖੋਲ੍ਹ ਕੇ ਮਾਰਦਾ ਭਲਾ? ਉਹ ਤਾਂ ਕੁਦਰਤੀ ਗੱਲ। ਰਿਸ਼ਵਤ ਲੈਣੀ ਹੋਵੇ ਤਾਂ ਬੰਦਾ ਅੱਖਾਂ ਖੋਲ੍ਹ ਕੇ ਲੈਂਦਾ ਵੀ ਇੱਥੇ ਕੈਮਰਾ ਨਾ ਲੱਗਾ ਹੋਵੇ, ਇੱਥੇ ਮੇਰੀ ਰਿਕਾਰਡਿੰਗ ਨਾ ਹੁੰਦੀ ਹੋਵੇ, ਮੈਂ ਚੋਰੀ ਕਰਨੀ ਹੈ ਕਿਤੇ ਮੇਰੀ ਰਿਕਾਰਡਿੰਗ ਨਾ ਆ ਜਾਏ ਕਿਤੇ। ਇੱਥੇ ਲਿਖਿਆ ਅੱਖੀਂ ਤਾਂ ਮੀਟੈ ਨਾਕ ਪਕੜੈ, ਕਾਹਦੇ ਲਈ? ਠੱਗਣ ਕੋ ਸੰਸਾਰ। ਨਹੀਂ ਤੇ ਬੰਦਾ ਤਾਂ ਬੇਈਮਾਨੀ ਜਦੋਂ ਠੱਗੀ ਮਾਰਦਾ ਉਦੋਂ ਚਕੰਨਾ ਹੋ ਕੇ ਮਾਰਦਾ। ਮੈਨੂੰ ਕੋਈ ਆਸੇ ਪਾਸੇ ਤਾਂ ਨਹੀਂ ਵੇਖਦਾ, ਇੱਥੇ ਚੌਂਕ 'ਚ ਕੈਮਰਾ ਤਾਂ ਨਹੀਂ ਲੱਗਾ ਕੋਈ, ਇੱਥੇ ਮੈਂ ਕਿਸੇ ਨਾਲ ਬੇਈਮਾਨੀ ਕਰਨੀ ਹੈ ਕਿਤੇ ਮੇਰੀ ਰਿਕਾਰਡਿੰਗ ਨਾ ਹੋ ਜਾਏ। ਬੰਦਾ ਤੇ ਅੱਖਾਂ ਖੋਲ੍ਹਦਾ ਸਗੋਂ। ਅਤੇ ਇੱਥੇ ਗੁਰਮਤਾਂ ਦੀ ਅੱਖੀਂ ਤਾਂ ਮੀਟੇ ਨਾਕ ਪਕੜੈ ਠੱਗਣ ਕੋ ਸੰਸਾਰ। ਇਹਦਾ ਅਰਥ ਇਹ ਹੈ, ਇੱਥੇ ਅੱਖਾਂ ਮੀਟਣ ਦਾ ਭਾਵ ਹੈ ਅੱਖਾਂ ਮੀਟੀਆਂ ਲੋਕ ਸਮਝਦੇ ਨੇ ਇਹਦੇ ਨਾਲ ਦਾ ਧਰਮੀ ਕੋਈ ਨਹੀਂ, ਇਹਦੇ ਨਾਲ ਦਾ ਰੱਬ ਦਾ ਪਿਆਰਾ ਕੋਈ ਨਹੀਂ। ਪਰ ਅੱਖਾਂ ਬਾਹਰੋਂ ਮੀਟੀਆਂ ਨੇ, ਬੰਦੇ ਦੇ ਅੰਦਰ ਕੀ ਚੱਲ ਰਿਹਾ ਇਹ ਕਿਸੇ ਨੂੰ ਕੀ ਪਤਾ ਜੀ। ਅੱਖਾਂ ਤੇ ਬਾਹਰੋਂ ਬੰਦ ਕੀਤੀਆਂ ਨੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ। ਬੰਦੇ ਦੇ ਅੰਦਰ ਜ਼ੋਰ ਚੱਲਣ ਡਿਆ ਹੈ, ਅੰਦਰ ਰੌਲਾ ਪਿਆ ਹੋਇਆ ਹੈ। ਭਉ ਕਰ ਝੱਲ ਗਵਾਏ, ਗੁਰ ਕੈ ਭੈ ਕੇਤੇ ਨਸਤਰੇ, ਭੈ ਵਿੱਚ ਨਿਰਭਉ ਪਾਏ। ਬੰਦੇ ਦੇ ਅੰਦਰ ਸ਼ੋਰ ਹੈ। ਕਦੇ ਨੋਟ ਕਰਿਓ, ਘਰ ਦੀ ਚਾਰ ਦੀਵਾਰੀ ਦੇ ਵਿੱਚ ਸ਼ੋਰ ਬਾਅਦ ਵਿੱਚ ਪੈਂਦਾ ਹੈ, ਬੰਦੇ ਦੇ ਇੱਥੇ ਸ਼ੋਰ ਪਹਿਲਾਂ ਪੈਂਦਾ। ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ। ਜਿਹੜਾ ਅੰਦਰ ਜ਼ੋਰ ਚੱਲ ਰਿਹਾ ਨਾ, ਤੇਰੇ ਅੰਦਰ ਸ਼ੋਰ ਸ਼ਰਾਬਾ ਚੱਲ ਰਿਹਾ, ਉਹ ਸ਼ੋਰ ਸ਼ਰਾਬਾ ਅੰਦਰ ਦਾ ਬਾਹਰ ਕਰ, ਫੇਰ ਜਾ ਕੇ ਤੇਰੇ ਘਰ ਦੇ ਵਿੱਚ ਸ਼ਾਂਤ। ਵੇਖੋ, ਇੱਟਾਂ ਵਾਲੇ ਘਰ 'ਚ ਲੜਾਈ ਬਾਅਦ ਵਿੱਚ ਪੈਂਦੀ ਹੈ, ਪਹਿਲਾਂ ਲੜਾਈ ਇੱਥੇ ਪੈਂਦੀ ਹੈ। ਚੋਰੀ ਬਾਅਦ ਵਿੱਚ ਹੁੰਦੀ ਹੈ, ਬੰਦਾ ਪਲੈਨਿੰਗ ਇੱਥੇ ਕਰਦਾ ਹੈ। ਗੁਰਮਤਿ ਨੇ ਸੈਂਕੜੇ ਪ੍ਰਮਾਣ ਇਸ ਬਾਰੇ ਸਾਨੂੰ ਦਿੱਤੇ ਹੋਏ ਨੇ।
ਤੋ ਸਾਨੂੰ ਸਿੱਧਾ ਰਸਤਾ ਦਿੱਤਾ। ਵੇਖੋ ਇਹ ਗ੍ਰਸਤ ਮਾਰਗ, ਵੇਖੋ 25-30 ਨਾ ਅਸੀਂ ਆਪਣੇ ਪੁੱਤਰ ਧੀ ਨੂੰ 25-30 ਸਾਲ ਉਡੀਕਦੇ ਹਾਂ ਵੱਡਾ ਹੁੰਦਿਆਂ ਨੂੰ, ਬੜੀਆਂ ਰੀਝਾਂ ਨਾਲ ਧੀਆਂ ਪਾਲਦੇ ਹਾਂ, ਪੁੱਤ ਪਾਲਦੇ ਹਾਂ, ਪਰ ਜਿੱਦਣ ਇਹ ਆਨੰਦ ਕਾਰਜ ਦਾ ਸਮਾਂ ਆਉਂਦਾ ਹੈ, ਟਾਵੇਂ ਪਰਿਵਾਰਾਂ ਨੂੰ ਛੱਡ ਕੇ 25-30 ਮਿੰਟ ਵੀ ਗੁਰੂ ਦੇ ਕੋਲ ਬਹਿਣਾ ਸਾਡੇ ਲਈ ਔਖਾ ਹੁੰਦਾ। 25-30 ਮਿੰਟ ਬਹਿਣਾ ਪਰਿਵਾਰਾਂ ਲਈ ਔਖਾ ਹੁੰਦਾ। ਜਿਨ੍ਹਾਂ ਨੂੰ ਤਾਂ ਗੁਰਮਤਿ ਦੀ ਸਮਝ ਹੈ ਉਹ ਤਾਂ ਖੁਸ਼ੀ ਮਨਾਉਂਦੇ ਆ ਵੀ ਜਿੰਨਾ ਇਹ ਕਾਰਜ ਗੁਰੂ ਦੀ ਗੋਦ ਵਿੱਚ ਬਹਿ ਕੇ ਸੋਹਣਾ ਨਿਭੇ, ਅਤੇ ਜਿਨ੍ਹਾਂ ਨੂੰ ਗੁਰਮਤਿ ਦੀ ਨਹੀਂ ਸਮਝ ਉਹਨਾਂ ਵਾਸਤੇ 4 ਲਾਵਾਂ ਇੱਕ ਇੱਦਾਂ 5-7 ਮਿੰਟਾਂ ਦੀ ਖੇਡ ਹੈ। ਦਵਾ ਦਵ ਆਓ, ਲਾਵਾਂ ਲਾਓ ਅਤੇ ਚਲੇ ਜਾਓ। ਇਹਨਾਂ 4 ਲਾਵਾਂ ਦੇ ਮੀਨਿੰਗ ਕੀ ਨੇ? ਜੇ ਕੋਈ ਸਾਨੂੰ ਪੁੱਛੇ ਵੀ 4 ਲਾਵਾਂ ਦੇ ਅਰਥ ਕੀ ਨੇ ਜ਼ਿੰਦਗੀ ਸਾਡੇ, ਇਹ 773 ਨੰਬਰ ਅੰਕ 'ਤੇ ਸ਼ੰਤ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਵਤ ਜਾਇਆ ਬਲਰਾਮ ਜੀਓ। ਇਹ 4 ਲਾਵਾਂ ਤੋਂ ਪਹਿਲਾਂ 3 ਬਾਣੀਆਂ ਨੇ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਉਸ ਤੋਂ ਬਾਅਦ ਜਾ ਕੇ ਲਾਵਾਂ ਦਾ ਪਾਠ ਹੈ। ਉਹਦਾ ਮੀਨਿੰਗ ਕੀ ਹੈ? ਭਾਵੇਂ ਇਹਨਾਂ ਲਾਵਾਂ ਦਾ ਸੰਬੰਧ ਉਸ ਕੰਤ ਨਾਲ ਹੈ ਜਿਹੜਾ ਸਰਬ ਵਿਆਪਕ ਹੈ। ਅਸੀਂ ਸਾਰੀਆਂ ਜੀਵ ਇਸਤਰੀਆਂ, ਸਾਡਾ ਉਸ ਕੰਤ ਨਾਲ ਵਿਆਹ। ਇਹ 4 ਸਟੈਪ ਨੇ, 4 ਪੜਾਅ ਨੇ, ਅਤੇ ਇਹਨੂੰ ਹੀ ਗੁਰਮਤਿ ਵਿੱਚ ਇੱਦਾਂ ਕਿਹਾ ਗਿਆ। ਜਦੋਂ ਅਸੀਂ ਦੁਨਿਆਵੀ ਤੌਰ 'ਤੇ ਵੀ ਆਪਣੇ ਬੱਚੇ ਬੱਚੀ ਦਾ, ਪੁੱਤਰ ਧੀ ਦਾ ਆਨੰਦ ਕਾਰਜ ਕਰਨਾ ਹੈ, ਇਹ 4 ਲਾਵਾਂ ਦਾ ਪਾਠ ਕਰਨਾ ਹੈ। ਪਰ ਕੀ ਸਮਝਣਾ ਜ਼ਰੂਰੀ ਨਹੀਂ ਕਿ ਇਹ ਕੁਚੱਜੀ, ਸੁਚੱਜੀ, ਗੁਣਵੰਤੀ, ਉਹਦਾ ਮੀਨਿੰਗ ਕੀ ਹੈ? ਸਭ ਤੋਂ ਪਹਿਲਾਂ ਕੁਚੱਜੀ। ਕੁਚੱਜੀ ਦਾ ਅਰਥ ਕੀ ਹੈ? ਜਿਹਨੂੰ ਕੰਮ ਕਰਨ ਦਾ ਨਾ ਪਤਾ ਹੋਵੇ, ਭਾਵੇਂ ਔਰਤ ਹੋਵੇ ਅਤੇ ਭਾਵੇਂ ਮਰਦ ਹੋਵੇ, ਜਿਹੜਾ ਕੰਮ ਵਿਗਾੜ ਦਿੰਦਾ ਹੋਵੇ, ਵਿਗਾੜ ਦਿੰਦੀ ਹੋਵੇ। ਆਪਾਂ ਨਹੀਂ ਕਹਿੰਦੇ ਇਹ ਕੁਚੱਜਾ ਹੈ, ਇਹਨੂੰ ਕੰਮ ਕਰਨ ਦਾ ਪਤਾ ਹੀ ਨਹੀਂ। ਜਿਹੜੇ ਵੀ ਕੰਮ ਨੂੰ ਹੱਥ ਪਾਉਂਦੀ ਹੈ ਜਾਂ ਪਾਉਂਦਾ, ਨੁਕਸਾਨ ਹੋ ਜਾਂਦਾ। ਕੁਚੱਜੀ। ਜਿਹਦੇ ਕੋਲ ਮਨ ਦੀ ਮੱਤ ਹੈ ਉਹ ਕੁਚੱਜਾ, ਕੁਚੱਜੀ ਹੈ। ਫਿਰ ਅੱਗੇ ਆ ਗਈ ਗੁਰੂ ਦੀ ਮੱਤ, ਹੁਣ ਆ ਗਿਆ ਸੁਚੱਜਾ, ਸੁਚੱਜ ਆ ਗਿਆ। ਜਦੋਂ ਸੁਚੱਜ ਆ ਗਿਆ, ਹੁਣ ਅੱਗੇ ਆਏਗਾ ਗੁਣਵੰਤੀ। ਸੁਚੱਜ ਤੋਂ ਬਾਅਦ ਗੁਣ ਪੈਦਾ ਹੋਣਗੇ ਜ਼ਿੰਦਗੀ 'ਚ। ਹੁਣ ਗੁਣ ਆ ਗਏ ਨੇ, ਹੁਣ ਲਾਵਾਂ ਦਾ ਪਾਠ ਹੋਏਗਾ। ਕੀ ਲਾਵਾਂ ਤੋਂ ਪਹਿਲਾਂ ਅਸੀਂ ਆਹ 3 ਸਟੈਪ, ਜਿਹੜੇ 3 ਪੜਾਅ ਨੇ, ਇਹਦੇ ਵਾਲੇ ਬੰਨੇ ਸਾਡਾ ਧਿਆਨ ਦੇਣ ਦੀ ਅਸੀਂ ਕਦੀ ਕੋਸ਼ਿਸ਼ ਕੀਤੀ? ਅਸੀਂ ਆਪਣੇ ਪੁੱਤਰ ਧੀਆਂ ਦੇ ਆਨੰਦ ਕਾਰਜਾਂ 'ਤੇ, ਮੈਂ ਨਹੀਂ ਕਹਿੰਦਾ ਉਹ ਚੀਜ਼ਾਂ ਜ਼ਰੂਰੀ ਨਹੀਂ ਕਿ ਰੋਟੀ ਕਿਹੜੀ ਖਵਾਉਣੀ ਹੈ, ਸਬਜ਼ੀ ਕਿਹੜੀ ਬਣਾਉਣੀ ਹੈ, ਟੈਂਟ ਕਿੱਦਾਂ ਦਾ ਲਾਉਣਾ ਹੈ, ਕੱਪੜੇ ਕਿੱਦਾਂ ਦੇ ਸਵਾਉਣੇ ਨੇ, ਇਹ ਚੀਜ਼ਾਂ ਸਾਰਾ ਕੁਝ ਜੁੜਿਆ ਹੋਇਆ ਹੈ। ਪਰ ਇਹਦੇ ਵਿੱਚ ਜਿਹੜਾ ਮੇਨ ਕੰਮ ਕੀ ਸੀ ਕਿ ਆਪਾਂ ਪੁੱਤਰ ਧੀ ਦੇ ਆਨੰਦ ਕਾਰਜ 'ਤੇ ਗੁਰਮਤਿ ਦੀ ਵਿਚਾਰ ਕਰਾਉਣੀ ਹੈ। ਸਮਾਗਮ ਕਿੰਨੇ ਘੰਟੇ ਚੱਲੇਗਾ, ਬੈਠ ਕੇ ਉੱਥੇ ਵਿਚਾਰ ਚਰਚਾ ਕਿੱਦਾਂ ਦੀ ਹੋਏਗੀ, ਇਹਦੇ ਬਾਰੇ ਕਿੰਨੇ ਪਰਿਵਾਰ ਵਿਚਾਰ ਕਰਦੇ ਆ ਜੀ? ਇਹਦੇ ਬਾਰੇ ਬੈਠ ਕੇ ਕਿੰਨਿਆਂ ਨੇ ਮੰਥਨ ਕੀਤਾ ਵੀ ਇਹਦੇ ਬਾਰੇ ਸਾਨੂੰ ਧਿਆਨ ਦੇਣ ਦੀ ਲੋੜ ਹੈ? ਕਿਉਂਕਿ ਸਾਡਾ ਇਸ ਬੰਨੇ ਧਿਆਨ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਨਹੀਂ। ਅਸੀਂ ਸੋਚਿਆ ਤਾਂ 15-20 ਮਿੰਟਾਂ ਦੀ ਖੇਡ ਹੈ, 4 ਲਾਵਾਂ ਲੈਣੀਆਂ। ਕੀ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਿਆ, ਨਿਬੜ ਗਿਆ ਕੰਮ? ਇਹ ਤਾਂ ਐਡਮਿਸ਼ਨ ਫਾਰਮ ਹੈ। ਇਹ ਤਾਂ ਸੇਮ ਇੱਦਾਂ ਹੀ ਹੈ ਜਿਵੇਂ ਕਿਸੇ ਬੰਦੇ ਨੇ ਕੋਈ ਕਾਰੋਬਾਰ ਖੋਲ੍ਹਣਾ ਹੋਵੇ, ਅਤੇ ਕਾਰੋਬਾਰ ਖੋਲ੍ਹਣ ਨੂੰ ਕਿੰਨਾ ਟਾਈਮ ਲੱਗਦਾ? ਅੱਜ ਤੁਹਾਡੇ ਕੋਲ 10-20 ਲੱਖ ਰੁਪਈਆ ਹੈਗਾ, ਨਹੀਂ ਹੈਗਾ, ਬੈਂਕ ਤੋਂ ਲੋਨ ਲੈ ਕੇ ਤੁਸੀਂ ਦੁਕਾਨ ਖੋਲ੍ਹਤੀ। ਪਰ ਕੀ ਦੁਕਾਨ ਖੋਲ੍ਹਣੀ ਵੱਡਾ ਕੰਮ ਸੀ? ਇਹਨੂੰ ਹੁਣ ਖੁੱਲ੍ਹੀ ਰੱਖਣ ਵਾਸਤੇ 3 ਗੱਲਾਂ ਦਾ ਜ਼ਰੂਰੀ ਹੈ। ਕਿਹੜੀਆਂ ਕਿਹੜੀਆਂ? ਪਹਿਲੀ, ਜ਼ੁਬਾਨ ਦੀ ਲਿਆਕਤ। ਤੀਜਾ, ਬਜਟ, ਵੀ ਜੇ 2 ਲੱਖ ਉਧਾਰ ਵੀ ਚਲਾ ਗਿਆ ਮਗਰ ਪੂੰਜੀ ਹੈਗੀ ਹੈ। ਅਤੇ ਤੀਜਾ, ਟਾਈਮ। ਦੁਨੀਆ ਦਾ ਕੋਈ ਵੀ ਕਾਰੋਬਾਰ ਤੁਸੀਂ ਚਲਾਉਣਾ ਹੈ ਨਾ, ਜਿਸ ਬੰਦੇ ਕੋਲ 3 ਚੀਜ਼ਾਂ ਹੈ ਨਹੀਂ, ਉਹ ਬੰਦਾ ਜ਼ਿੰਦਗੀ 'ਚ ਕਦੀ ਸਫਲ ਕਾਰੋਬਾਰੀ, ਸਫਲ ਬਿਜ਼ਨਸਮੈਨ ਨਹੀਂ ਬਣ ਸਕਦਾ। ਕਿਹੜੀਆਂ ਕਿਹੜੀਆਂ? ਧਿਆਨ ਦੇ ਕੇ ਸੁਣਿਓ। ਸਭ ਤੋਂ ਪਹਿਲੀ ਗੱਲ, ਤੂੰ ਕੋਈ ਕਾਰੋਬਾਰ ਸ਼ੁਰੂ ਕਰਨਾ, ਪਹਿਲੀ ਗੱਲ ਤੇਰੇ ਕੋਲ ਜ਼ੁਬਾਨ ਦੀ ਲਿਆਕਤ ਚਾਹੀਦੀ ਹੈ ਕਿ ਗਾਹਕ ਜਿੰਨਾ ਮਰਜ਼ੀ ਕਲਪਵੇ, ਦੁਕਾਨਦਾਰ ਨਹੀਂ ਕਲਪਣਾ ਚਾਹੀਦਾ। ਜੇ ਗਾਹਕ ਦੇ ਨਾਲ ਦੁਕਾਨਦਾਰ ਵੀ ਕਲਪ ਗਿਆ, ਗੁੱਸੇ 'ਚ ਆ ਗਿਆ, ਅਤੇ 100 ਵਾਰ ਗਾਹਕ ਨੇ ਸੋਚਣਾ ਤੁਹਾਡੀ ਦੁਕਾਨ 'ਤੇ ਆਉਣ ਲੱਗਿਆ। ਕਿਉਂਕਿ ਹਰ ਬੰਦਾ ਇੱਜ਼ਤ ਚਾਹੁੰਦਾ। ਘਰ 'ਚ ਪੁੱਤਰ ਧੀ ਨੂੰ ਵੀ ਤੁਸੀਂ ਗਲਤ ਸ਼ਬਦ ਬੋਲਦੇ ਹੋ ਨਾ, ਮਨਾ ਕੇ ਰੋਟੀ ਖਵਾਉਣੀ ਪੈਂਦੀ ਉਹਨੂੰ। ਅਤੇ ਕਈ ਵਾਰੀ ਵੱਡਿਆਂ ਨੂੰ ਬੱਚਿਆਂ ਸਾਹਮਣੇ ਸੌਰੀ ਕਹਿਣਾ ਪੈਂਦਾ ਵੀ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਗੁੱਸੇ 'ਚ ਕਹਿ ਲਿਆ ਤੈਨੂੰ। ਜੇ ਇੱਕ ਘਰ 'ਚ ਪੈਦਾ ਹੋਇਆ ਤੁਹਾਡਾ ਪੁੱਤਰ ਧੀ, ਤੁਹਾਡੀ ਕਈ ਉਹ ਵੀ ਇੱਜ਼ਤ ਚਾਹੁੰਦਾ ਹੈ ਕਿ ਮੈਂ, ਕਈ ਤੁਸੀਂ ਨਿੱਕੇ ਨਿੱਕੇ ਬੱਚੇ ਵੇਖੇ, ਉਹ ਕਹਿੰਦੇ ਤੁਸੀਂ ਮੈਨੂੰ ਘਰ ਆਏ ਗੈਸਟ ਸਾਹਮਣੇ ਗੱਲ ਕਹਿ ਤੀ, ਉਹ ਵੀ ਸ਼ਰਮ ਮਹਿਸੂਸ ਕਰਦਾ। ਅਤੇ ਕਸਟਮਰ ਤੁਸੀਂ 4 ਬੰਦਿਆਂ ਸਾਹਮਣੇ, ਉੱਥੇ ਜ਼ੁਬਾਨ ਦੀ ਲਿਆਕਤ। ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਜੀ? 38 ਨੰਬਰ ਪੌੜੀ ਪੜ੍ਹੋ। ਜਤ ਪਹਾਰਾ
ਉੱਚੀ ਬੋਲੋ ਪਿਆਰਿਓ। ਇਹ ਧੀਰਜ ਸੁਨਿਆਰ ਕਿਉਂ ਕਿਹਾ? ਧੀਰਜ ਤਾਂ ਹਰ ਦੁਕਾਨਦਾਰ ਨੂੰ ਚਾਹੀਦਾ, ਪਰ ਸਭ ਤੋਂ ਵੱਧ ਧੀਰਜ ਕਿਹ 'ਚ ਹੁੰਦਾ ਭਲਾ? ਸੁਨਿਆਰੇ 'ਚ। ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ। ਜਦੋਂ 37 ਪੌੜੀਆਂ ਸਮਾਪਤ ਹੁੰਦੀਆਂ ਤੇ 38ਵੀਂ ਪੌੜੀ ਵਿੱਚ ਨਾ 37 ਪੌੜੀਆਂ ਦੀਆਂ ਨਿਚੋੜ ਕੱਢ ਦਿੱਤਾ ਮਹਾਰਾਜ ਨੇ। ਧੀਰਜ ਤਾਂ ਹਰ ਦੁਕਾਨਦਾਰ ਨੂੰ ਚਾਹੀਦਾ, ਪਰ ਇੱਥੇ ਨਾਂ ਲਿਆ ਜਤ ਪਹਾਰਾ ਧੀਰਜ ਸੁਨਿਆਰ। ਸੁਨਿਆਰੇ ਕੋਲ ਧੀਰਜ ਸਿਖਰ ਐਂਡ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੁਸੀਂ ਵੇਖਿਆ ਕਈ ਵਾਰੀ ਗਹਿਣਾ ਗਲਤ ਬਣ ਜਾਏ, ਕੋਈ ਮੁੰਦਰੀ ਛੋਟੀ ਵੱਡੀ ਬਣ ਜਾਏ ਅਤੇ ਆਪਾਂ ਘਰ ਲੈ ਕੇ ਆਪਾਂ ਵੇਖੀਏ ਵੀ ਇਹ ਸਹੀ ਨਹੀਂ ਬਣੀ, ਨਾਪ ਛੋਟਾ ਵੱਡਾ ਰਹਿ ਗਿਆ, ਆਪਾਂ ਸੁਨਿਆਰੇ ਕੋਲ ਜਾਂਦੇ ਹਾਂ, ਉੱਧਰੋਂ ਵਿਆਹ ਆ ਗਿਆ ਅਤੇ ਕਈ ਵਾਰੀ ਗੁੱਸੇ 'ਚ ਕਈ ਆਉਂਦੇ ਵੀ ਦੱਸ ਸਾਡੇ 'ਤੇ ਹੁਣ ਕੱਲ੍ਹ ਨੂੰ ਆਨੰਦ ਕਾਰਜ ਹੈ, ਤੁਸੀਂ ਆਹ ਕੀ ਕਰਤਾ? ਉਹ ਜਾਂਦਿਆਂ ਨੂੰ ਗਹਿਣਾ ਬਣਾ ਰਿਹਾ ਸੀ। ਉਹ ਤੁਹਾਡੀਆਂ ਗੱਲਾਂ ਵੀ ਸੁਣ ਰਿਹਾ ਅਤੇ ਗਹਿਣਾ ਵੀ ਬਣਾ ਰਿਹਾ। ਜੇ ਹੁਣ ਤੁਸੀਂ ਗੁੱਸੇ 'ਚ ਆਏ, ਜੇ ਉਹ ਵੀ ਗੁੱਸੇ 'ਚ ਆ ਗਿਆ, ਉਹਦੇ ਦੋ ਨੁਕਸਾਨ ਹੋਣੇ। ਇੱਕ ਤਾਂ ਪਹਿਲਾਂ ਹੋਇਆ, ਦੂਜਾ ਜਿਹੜਾ ਗਹਿਣਾ ਬਣਾ ਰਿਹਾ ਉਹਨੇ ਇਹ ਵੀ ਗਲਤ ਬਣਾ ਦੇਣਾ। ਕੋਈ ਗੁੱਸੇ 'ਚ ਬੰਦਾ ਕੰਮ ਸਵਾਰਦਾ ਨਹੀਂ। ਕੰਮ ਬੋਲੋ ਪਿਆਰਿਓ, ਗੁੱਸੇ 'ਚ ਕਦੀ ਕੰਮ ਸਵਰਦਾ ਨਹੀਂ ਆ। ਗੁੱਸੇ 'ਚ ਕੰਮ ਹਮੇਸ਼ਾ ਵਿਗੜਦੇ ਆ। ਸਹਿਜ ਕੰਮ ਸਵਾਰਦਾ। ਉਹ ਫਿਰ ਕੀ ਕਰਦਾ? ਤੁਸੀਂ ਉਹਨੂੰ ਗੁੱਸੇ 'ਚ ਕਹੀ ਜਾਂਦੇ ਜੇ, ਉਹ ਸੁਣੀ ਜਾਂਦਾ, ਹਾਂਜੀ ਕੋਈ ਗੱਲ ਨਹੀਂ ਭਾਜੀ ਭੈਣ ਜੀ ਕੋਈ ਗੱਲ ਨਹੀਂ, ਬੇਫਿਕਰ ਹੋ ਜਾਓ। ਐ ਧੀਰਜ। ਉਹਨੂੰ ਪਤਾ ਵੀ ਜੇ ਮੈਂ ਉਹ ਕੰਮ ਛੱਡ ਦਿੰਦਾ, ਗਾਹਕ ਨੂੰ ਅਟੈਂਡ ਕਰਦਾ, ਪਰ ਪੂਰੇ ਧਿਆਨ ਨਾਲ ਗੱਲਾਂ ਸੁਣਦਾ। ਉਹਨੂੰ ਪਤਾ ਵੀ ਜੇ ਮੈਂ ਹੁਣ ਗੁੱਸੇ 'ਚ ਆ ਗਿਆ ਨਾ, ਇਹਨਾਂ ਚਲੇ ਜਾਣਾ, ਮੈਂ ਆਪਣਾ ਸਾਰਾ ਗੁੱਸਾ ਜਿਹੜਾ ਅਗਲਾ ਗਹਿਣਾ ਬਣਾ ਰਿਹਾ 'ਚ ਕੱਢ ਦੇਣਾ ਅਤੇ ਇਹ ਵੀ ਗਲਤ ਬਣ ਜਾਣਾ। ਉਹ ਫਿਰ ਕੀ ਕਰਦਾ? ਉਸ ਗਹਿਣੇ ਨੂੰ ਪਰਾਂ ਰੱਖਦਾ। ਉਹਨਾਂ ਕੋਲ ਟਾਈਮ ਲੈ ਲੈਂਦਾ। ਸਵੇਰੇ ਤੁਹਾਡੇ ਬਰਾਤ ਕਿੰਨੇ ਵਜੇ ਹੈ? ਇੰਨੇ ਵਜੇ ਜੀ। ਤੁਹਾਡੇ ਸਵੇਰੇ ਬਰਾਤ ਲਿਜਾਣ ਤੋਂ ਪਹਿਲਾਂ ਤੁਹਾਡੇ ਘਰ ਗਹਿਣਾ ਪਹੁੰਚ ਜੂ। ਪਹਿਲੀ ਗੱਲ ਤਾਂ ਮੈਂ ਰਾਤ ਪਹੁੰਚਾਵਾਂਗਾ। ਸਹਿਜ ਰੱਖਦਾ। ਕੀ ਅੱਜ ਬੰਦਿਆਂ ਦੇ ਜੀਵਨ 'ਚ ਸਹਿਜ ਹੈ? ਜਪਜੀ ਸਾਹਿਬ ਦਾ ਪਾਠ ਕਰਨ ਵਾਲਿਆ, ਤੂੰ ਰੋਜ਼ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਦਾ ਪਾਠ ਕਰਦਾ, ਤੂੰ ਕਹਿੰਦਾ ਮੈਂ ਗੁਰਦੁਆਰੇ ਆਇਆ ਵਾਂ। ਮਾੜੀ ਜਿਹੀ ਗੱਲ ਹੋਵੇ ਤਾਂ ਕਈ ਵਾਰੀ ਆਪਾਂ ਵੱਡੇ ਵੱਡੇ ਬਿਜ਼ਨਸਮੈਨ, ਕਾਰੋਬਾਰੀ, ਕਸਟਮਰ ਦੇ ਗਾਲ ਜਾਂ ਆਪਣੇ ਸਟਾਫ ਦੇ ਗਾਲ ਇੱਦਾਂ ਪੈਣਾ। ਉਹ ਗਲਤੀ ਪੁੱਤਰ ਕੋਲ ਹੋਵੇ ਅਤੇ ਬਰਦਾਸ਼ਤ ਕਰਦਾ, ਉਹ ਗਲਤੀ ਨੌਕਰ ਕੋਲ ਹੋਵੇ ਅਤੇ ਝਾੜ ਝੰਬ ਕਰਦਾ ਉਹਦੀ। ਲਾਗੇ ਪੁੱਤਰ, ਲਾਗੇ ਨੌਕਰ ਖਲੋਤਾ ਸੋਚ ਰਿਹਾ, ਕਹਿੰਦਾ ਇਹਦੇ ਨਾਲੋਂ ਵੱਡਾ ਨੁਕਸਾਨ ਇਹਦੇ ਬੇਟੇ ਨੇ ਕੀਤਾ, ਉਹਨੂੰ ਕੁਝ ਨਹੀਂ ਕਿਹਾ। ਮੇਰੇ ਕੋਲੋਂ ਥੋੜ੍ਹਾ ਜਿਹਾ ਨੁਕਸਾਨ ਹੋਇਆ ਅਤੇ ਮੇਰੇ ਗਲ ਪੈ ਗਿਆ। ਉੱਦਾਂ ਸਰਦਾਰ ਸਾਹਿਬ ਕਹਿੰਦੇ ਮੈਂ ਜਪਜੀ ਸਾਹਿਬ ਦੇ 3 ਪਾਠ ਰੋਜ਼ ਕਰਦਾ। ਪਾਠ ਭਾਵੇਂ ਇੱਕ ਕਰ ਲਓ, ਪਰ ਬਾਣੀ ਨੂੰ ਸਮਝ ਕੇ ਪੜ੍ਹੋ। ਬਾਣੀ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ। ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਸਤਿਗੁਰ ਦਾ ਉਪਦੇਸ਼, ਸਤਿਗੁਰ ਦੀ ਸਿੱਖਿਆ ਆਪਣੇ ਜੀਵਨ ਦਾ ਆਧਾਰ ਬਣਾਉਣੀ ਹੈ ਮਨੁੱਖ ਨੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਜਤ ਪਹਾਰਾ। ਜਤ ਦਾ ਅਰਥ ਕੀ ਹੈ? ਆਪਣੇ ਮਨ ਨੂੰ ਬੁਰਾਈ ਤੋਂ ਰੋਕ ਕੇ ਰੱਖਣਾ। ਇਹ ਤੇਰੇ ਕੋਲ ਸੁਨਿਆਰੇ ਦੀ ਦੁਕਾਨ ਹੋਵੇ। ਜਤ, ਹੁਣ ਜਤੀ ਬਣਨ ਵਾਸਤੇ ਜਤ ਸ਼ਬਦ ਵਰਤਿਆ ਇੱਥੇ। ਆਮ ਜਤੀ ਕਿਹਨੂੰ ਕਹਿੰਦੇ ਆ? ਜਿਹਨੇ ਵਿਆਹ ਨਾ ਕਰਾਇਆ ਹੋਵੇ। ਪਰ ਗੁਰਮਤ ਉਹਨੂੰ ਜਤੀ ਥੋੜ੍ਹਾ ਕਹਿੰਦੀ। ਗੁਰਮਤਾਂ ਦੀ ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਹਰ। ਤੂੰ ਕਾਹਦਾ ਜਤੀ ਹੈ? ਤੂੰ ਜਤੀ ਬਣਨ ਵਾਸਤੇ ਘਰ ਬਾਹਰ ਛੱਡ ਲਿਆ, ਅਤੇ ਘਰ ਬਾਹਰ ਛੱਡ ਕੇ ਵਕਾਰ ਅਤੇ ਫੇਰ ਮਨ 'ਚ ਰਹੇ। ਤੂੰ ਪਰਿਵਾਰ 'ਚ ਰਹਿ ਕੇ ਜਤੀ ਬਣਨਾ। ਜਤ ਪਹਾਰਾ। ਤੂੰ ਆਪਣੇ ਮਨ ਨੂੰ ਬੁਰਿਆਂ ਕੰਮਾਂ ਤੋਂ ਰੋਕ ਕੇ ਰੱਖਣਾ। ਇਹ ਤੇਰੇ ਵਾਸਤੇ ਸੁਨਿਆਰੀ ਦੀ ਦੁਕਾਨ ਹੋਵੇ। ਅਤੇ ਧੀਰਜ ਸੁਨਿਆਰ ਆਪਣੇ ਅੰਦਰ ਸਹਿਜ ਲੈ ਕੇ ਆ, ਧੀਰਜ ਲੈ ਕੇ ਆ, ਇਹਨੂੰ ਸੁਨਿਆਰਾ ਬਣਾ। ਜਦੋਂ ਗ੍ਰਸਤ ਮਾਰਗ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਬਹੁਤ ਧੀਰਜ ਰੱਖਣਾ ਪੈਣਾ। ਪਹਿਲਾਂ ਬੰਦਾ ਇਕੱਲਾ ਹੁੰਦਾ ਹੈ, ਔਰਤ ਇਕੱਲੀ ਹੁੰਦੀ ਹੈ, ਲੜਕੀ ਇਕੱਲੀ ਹੁੰਦੀ, ਲੜਕਾ ਇਕੱਲਾ ਹੁੰਦਾ। ਵਿਆਹ ਤੋਂ ਬਾਅਦ ਇੱਕ ਜ਼ਿੰਮੇਵਾਰੀਆਂ ਪੈ ਜਾਂਦੀਆਂ, ਪਰਿਵਾਰ ਜੁੜ ਜਾਂਦੇ ਆ, ਉਹਨਾਂ ਨੂੰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਪਹਿਲਾਂ ਇਕੱਲਾ ਸੀ, ਹੁਣ ਇੱਧਰ ਮਾਂ ਬਾਪ ਵੀ ਆ, ਸਹੁਰਾ ਹੈ, ਸੱਸ ਹੈ, ਪਰਿਵਾਰਕ ਮੈਂਬਰ ਨੇ। ਇਹ ਹਰ ਇੱਕ ਵਾਸਤੇ ਸਾਂਝੀ ਹੈ। ਪਰਿਵਾਰਕ ਜ਼ਿੰਮੇਵਾਰੀਆਂ ਨੇ, ਲੈਣਾ ਹੈ, ਦੇਣਾ ਹੈ, ਕਿਤੇ ਜਾਣਾ ਹੈ, ਕਿਤੇ ਖੁਸ਼ੀ ਹੈ, ਕਿਤੇ ਗਮੀ ਹੈ। ਤੁਹਾਨੂੰ ਪਲ ਪਲ ਦੀਆਂ ਖਬਰਾਂ, ਕਿਤੇ ਖੁਸ਼ੀ ਦੀ ਖਬਰ ਆ ਗਈ, ਕਿਤੇ ਗਮੀ ਦੀ ਖਬਰ ਆ ਗਈ, ਕਿਤੇ ਜਾਣਾ ਹੈ। ਹਰ ਇੱਕ ਚੀਜ਼ ਨੂੰ ਤੁਸੀਂ ਸੋਹਣੇ ਤਰੀਕੇ ਨਾਲ ਮੈਨੇਜ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ। ਜੇ ਘਬਰਾ ਗਏ, ਹਾਏ ਆਹ ਕੀ ਹੋ ਗਿਆ, ਬਿਪਤਾ ਪੈ ਗਈ, ਅਤੇ ਲੋਕ ਸੋਚਦੇ ਆ ਸ਼ਾਇਦ ਆ ਜਿਹੜੀਆਂ ਬਿਪਤਾਵਾਂ ਨੇ ਇਹ ਤਾਂ ਜੰਜਾਲ ਹੈ। ਪਾਤਸ਼ਾਹ ਕਹਿੰਦੇ ਇਹੋ ਹੀ ਤਾਂ ਜ਼ਿੰਦਗੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੁਸੀਂ ਜੀਵਨ ਵੇਖੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਅਨੰਦਪੁਰ ਸਾਹਿਬ ਹੈ, ਹਜ਼ਾਰਾਂ ਸਿੱਖ ਫਤਿਹ ਬੁਲਾਉਣ ਵਾਲੇ ਨੇ,
ਤੇ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲਣ ਲੱਗੇ ਆ, ਦੋ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘ ਰਹੇ ਨੇ, ਤੇ ਦੋਨਾਂ ਚੌਂ ਸਾਹਿਬਜ਼ਾਦਿਆਂ ਚੋਂ ਇੱਕ ਸਾਹਿਬਜ਼ਾਦੇ ਦਾ ਵੀ ਹੱਥੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਸਕਾਰ ਕਰਨ ਦਾ ਮੌਕਾ ਨਹੀਂ ਮਿਲਿਆ। ਕਿੱਡੀ ਵੱਡੀ, ਤੇ ਅੱਜ ਅਸੀਂ ਮਾਣ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਖਵਾਉਣ ਦਾ ਅਸੀਂ ਮਾਣ ਪ੍ਰਾਪਤ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਸਾਹਿਬਜ਼ਾਦੇ ਹਾਂ। ਤੇ ਆ ਜਿਹੜੇ ਸਾਨੂੰ ਆਨੰਦ ਕਾਰਜ ਕਰਨ ਦੇ ਮੌਕੇ ਮਿਲੇ ਨੇ ਆਪਣੇ ਪੁੱਤਰਾਂ ਧੀਆਂ ਦੇ, ਇਹ ਮੰਨ ਕੇ ਚੱਲੋ ਕਿ ਸਾਨੂੰ ਉਸ ਮਾਲਕ ਵੱਲੋਂ ਮਿਲਿਆ ਹੋਇਆ ਤੋਹਫਾ ਹੈ। ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਇੱਥੇ ਕਿਹਦੇ ਘਰੋਂ ਬਰਾਤ ਜਾਣੀ ਸੀ, ਕਿਹਨੇ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਨਾ ਸੀ, ਤੇ ਮੌਕਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਸਭ ਕੁਝ ਕੁਰਬਾਨੀਆਂ ਕਰਕੇ ਮਹਾਨ ਸਾਨੂੰ ਵਿਚਾਰ ਦਿੱਤੀ। ਤੁਸੀਂ ਵੇਖੋ ਆਨੰਦ ਕਾਰਜ ਬਹੁਤ ਦੂਰ ਦੀ ਗੱਲ ਹੈ, ਚੌਂ ਸਾਹਿਬਜ਼ਾਦਿਆਂ ਦੇ ਤਨ 'ਤੇ ਕੱਪੜਾ ਪਾਉਣ ਦਾ ਵੀ ਮੌਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਡੇ ਕਰਕੇ ਮੈਂ ਸਮਝਦਾ ਨਹੀਂ ਮਿਲਿਆ। ਅਸੀਂ ਉਸ ਮਾਲਕ ਦੇ ਪੁੱਤਰ ਹਾਂ। ਹਰ ਵਕਤ ਆਪਣੇ ਮਨ ਨੂੰ ਚੜ੍ਹਦੀ ਕਲਾ 'ਚ ਰੱਖਣਾ ਹੈ। ਜ਼ਿੰਦਗੀ 'ਚ ਖੁਸ਼ੀ ਆਏਗੀ, ਗਮੀ ਆਏਗੀ, ਦੁੱਖ ਤਕਲੀਫਾਂ, ਇਹਨੂੰ ਜ਼ਿੰਦਗੀ ਕਹਿੰਦੇ ਨੇ। ਤੁਸੀਂ ਜ਼ਿੰਦਗੀ 'ਚ ਇਹ ਸੋਚੋ ਤੁਹਾਨੂੰ ਕਦੀ ਘਾਟਾ ਨਾ ਪਵੇ, ਨਫਾ ਹੀ ਹੋਵੇ, ਇਹ ਕਿੱਦਾਂ ਹੋਏਗਾ? ਨਾ ਨਾ, ਨਫਾ ਘਾਟਾ ਨੁਕਸਾਨ, ਇਹ ਦੁੱਖ ਤੇ ਸੁੱਖ ਜ਼ਿੰਦਗੀ ਦੇ ਕੱਪੜੇ ਨੇ, ਇਹ ਪਾਉਣੇ ਪੈਣੇ ਨੇ ਗਲ। ਕੋਈ ਹੱਸਦਿਆਂ ਪਾ ਲੇ। ਇਹਨੂੰ ਬਾਣੀ 'ਚ ਇੰਝ ਲਿਖਿਆ, ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲੈ ਸਜਾਏ। ਜਿਹੜੇ ਇਨਸਾਨ ਬਿਪਤਾ ਪੈਣ ਤੋਂ ਪਹਿਲਾਂ ਬਿਪਤਾ ਦੀ ਤਿਆਰੀ ਕਰ ਲੈਂਦੇ ਨੇ, ਉਹ ਘਬਰਾਉਂਦੇ ਨਹੀਂ ਕਦੀ। ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ, ਜਦੋਂ ਬਿਪਤਾ ਪਵੇਗੀ ਉਹ ਘਬਰਾ ਜਾਣਗੇ, ਡੋਲ ਜਾਣਗੇ। ਤਿਆਰੀ ਰੱਖੋ ਹਮੇਸ਼ਾ ਆਪਣੀ। ਤੋ ਪਾਤਸ਼ਾਹ ਜੀ ਇੱਥੇ ਕਹਿੰਦੇ, ਜਤ ਪਹਾਰਾ ਧੀਰਜ ਸੁਨਿਆਰ ਐਹਰਣ ਮੱਤ। ਆਪਣੀ ਮੱਤ ਨੂੰ ਉਹ ਐਹਰਣ ਬਣਾ ਲਾ ਜਿਹਦੇ 'ਤੇ ਸੁਨਿਆਰਾ ਸੋਨਾ ਰੱਖ ਕੇ ਘੜਦਾ ਹੈ। ਵੇਦ ਹਥਿਆਰ, ਵੇਦ ਦੇ ਦੱਦੇ ਨੂੰ ਔਂਕੜ ਹੈ ਜਿਹਦਾ ਅਰਥ ਹੈ ਗਿਆਨ। ਗਿਆਨ ਨੂੰ ਹਥੌੜਾ ਬਣਾ ਲਾ। ਭਉ ਖਲਾ, ਖਲਾ ਕਹਿੰਦੇ ਧੌਂਕਣੀ, ਜਦੋਂ ਅੱਗ ਨਾ ਬਲਦੀ ਹੋਵੇ, ਪਾਈਪ ਹੁੰਦੀ ਹੈ ਨਾ ਜਿਹਦੇ ਵਿੱਚ ਹਵਾ ਭਰੀ ਦੀ, ਉਹਨੂੰ ਧੌਂਕਣੀ ਕਹਿੰਦੇ ਆ। ਕਹਿੰਦੇ ਪਰਮੇਸ਼ਰ ਦੇ ਨਿਰਮਲ ਭਉ ਨੂੰ ਧੌਂਕਣੀ ਬਣਾ ਲਾ। ਭਉ ਖਲਾ, ਅਗਨ ਤਪ ਤਾਓ। ਤੇ ਪੰਜਾਂ ਵਕਾਰ ਜਿਹੜੇ ਆਪਣੀ ਜ਼ਿੰਦਗੀ 'ਚ ਉਦਮ ਲੈ ਕੇ ਆ, ਚਾਹ ਲੈ ਕੇ ਆ, ਇਹ ਅੱਗ ਹੋਵੇ, ਅਗਨ ਤਪ ਤਾਓ। ਭਾਂਡਾ ਭਉ, ਪਿਆਰ ਨੂੰ ਭਾਂਡਾ ਬਣਾ ਲਾ। ਅੰਮ੍ਰਿਤ ਤੇ ਢਾਲ ਘੜੀਐ, ਬੋਲੋ ਅੱਗੇ, ਘੜੀਐ ਸ਼ਬਦ। ਟਕਸਾਲ ਦਾ ਅਰਥ ਕੀ? ਜਿੱਥੇ ਸਿੱਕੇ ਘੜੇ ਜਾਂਦੇ ਆ, ਕਰੰਸੀ ਘੜੀ ਜਾਂਦੀ। ਜਿੱਥੇ ਆ ਕਰੰਸੀ ਘੜੀ ਜਾਂਦੀ ਆ, ਪੈਸਾ, ਉਹਨੂੰ ਟਕਸਾਲ ਕਹਿੰਦੇ ਆ। ਜਿੱਥੇ ਕਰੰਸੀ ਘੜੀ ਜਾਂਦੀ ਉਹ ਟਕਸਾਲ ਹੈ। ਜਿੱਥੇ ਜੀਵਨ ਘੜਿਆ ਜਾਂਦਾ, ਇਹ ਸ਼ਬਦ ਦੀ ਟਕਸਾਲ ਹੈ, ਜਿੱਥੇ ਮਨੁੱਖ ਨੂੰ ਘੜਿਆ ਜਾਂਦਾ ਹੈ। ਆਪਣਾ ਜਨਮ ਹੋ ਗਿਆ, ਮਾਂ ਬਾਪ ਨੇ ਜਨਮ ਦੇ ਦਿੱਤਾ, ਪਰ ਹੁਣ ਇਹਨੂੰ ਘੜਨਾ ਹੈ, ਇਹਨੂੰ ਸਵਾਰਨਾ ਹੈ, ਇਹਨੂੰ ਸ਼ਿੰਗਾਰਨਾ ਹੈ। ਇਹਦੇ ਵਿੱਚ ਰੋਜ਼ ਗੁਣ ਪੈਦਾ ਕਰਨੇ, ਬੁਰਾਈਆਂ ਨੂੰ ਪੁੱਟ ਬਾਹਰ ਸੁੱਟਣਾ, ਤੇ ਚੰਗਿਆਈ ਗੁਣ। ਇਹ ਆਪਣੀ ਜ਼ਿੰਦਗੀ 'ਚ ਇਹਨੂੰ ਇੱਦਾਂ ਪੜ੍ਹੋ, ਕੱਢ ਕਸੀਦਾ ਪਹਿਰੇ ਚੋਲੇ ਚੋਲੀ, ਤਾਂ ਤੁਮ ਜਾਣੋ ਨਾਰੀ, ਜੇ ਕਰ ਰਾਖੇ ਬੁਰਾ ਨਾ ਚਾਖੇ, ਹੋਵੇਂ ਕੰਤ ਪਿਆਰੀ। ਤੁਸੀਂ ਮਾਰਕੀਟ ਜਾਂਦੇ, ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ ਨੇ, ਤੁਸੀਂ ਮਾਰਕੀਟ ਜਾਂਦੇ ਹੋ, ਉੱਥੋਂ 200 ਰੁਪਏ ਮੀਟਰ ਕੱਪੜਾ ਲੈ ਆਉਂਦਾ। ਮੰਨ ਲਓ ਐਗਜ਼ਾਮਪਲ ਦੇਣ ਲੱਗਾ, ਕੱਪੜਾ ਪਲੇਨ ਹੈ, ਸਿਰਫ 200 ਰੁਪਏ ਮੀਟਰ ਹੈ। ਪਰ ਜਦੋਂ ਉਸ ਕੱਪੜੇ 'ਤੇ ਕਸੀਦਾ ਕੱਢਿਆ ਜਾਂਦਾ, ਕਢਾਈ ਕੀਤੀ ਜਾਂਦੀ, ਉਹ ਕੱਪੜਾ 500, 800, 1000 ਰੁਪਏ ਮੀਟਰ ਹੋ ਜਾਂਦਾ। ਦੂਜਾ ਆਉਂਦਾ ਵੀ ਕੱਪੜਾ ਤਾਂ 200 ਰੁਪਏ ਮੀਟਰ ਸੀ, ਇਹ ਇੰਨੀ ਕੀਮਤ ਕਾਹਦੇ ਨਾਲ ਵੱਧ ਗਈ? ਉਹਦਾ ਉੱਤੇ ਕਸੀਦਾ ਕੱਢਿਆ ਸੀ ਨਾ, ਉਹਦੀ ਕਢਾਈ ਸੀ ਨਾ, ਉਹਨੇ ਕੱਪੜੇ ਦੀ 3 ਗੁਣਾ ਕੀਮਤ ਵਧਾ ਦਿੱਤੀ। ਪਾਤਸ਼ਾਹ ਕਹਿੰਦੇ ਮਨ ਕੱਪੜਾ ਹੈ, ਇਸ ਕੱਪੜੇ ਮਨ ਦੇ ਉੱਤੇ ਜਦੋਂ ਗੁਣਾਂ ਦਾ ਕਸੀਦਾ ਕੱਢਿਆ ਜਾਏਗਾ ਨਾ, ਇਸ ਮਨ ਦੀ 4 ਗੁਣਾ ਕੀਮਤ ਵੱਧ ਜਾਣੀ ਹੈ। ਕੱਢ ਕਸੀਦਾ ਪਹਿਰੇ ਚੋਲੀ, ਤਾਂ ਤੁਮ ਜਾਣੋ ਨਾਰੀ, ਜੇ ਘਰ ਰਾਖੈ ਬੁਰਾ ਨਾ ਚਾਖੈ, ਹੋਵੇਂ ਕੰਤ ਪਿਆਰੀ। ਜਿਵੇਂ ਕੱਪੜੇ ਦੇ ਉੱਤੇ ਕਸੀਦਾ ਕੱਢਿਆ ਹੋਵੇ ਤੇ ਕੱਪੜੇ ਦੀ ਕੀਮਤ ਵੱਧ ਜਾਂਦੀ ਆ, ਇੱਦਾਂ ਹੀ ਜਦੋਂ ਮਨ ਦੇ ਉੱਤੇ ਗੁਣਾਂ ਦਾ ਕਸੀਦਾ ਕੱਢਿਆ ਜਾਏਗਾ, ਸੌਰੜੀ ਵੱਤ ਸਭ ਕਿਸ ਸਾਂਝੀ, ਪੇਵਕੜੈ ਧਨ ਵਖੇ, ਆਪ ਕੁਚਜੀ ਦੋਸ਼ ਨਾ ਦੇਉ। ਪਾਤਸ਼ਾਹ ਜੀ ਕਹਿੰਦੇ ਜਾਣਾ ਨਾ ਹੀ ਰੱਖੇ, ਮੇਰੇ ਸਾਹਿਬਾ ਹੂੰ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸਈ ਗਾਵਾਂ, ਅਵਰ ਨਾ ਜਾਣਾ ਪਾਣੀ। ਸੌਰੜੀ ਵੱਤ ਸਭ ਕੀ ਸਾਂਝੀ। ਇਹ ਜਿਹੜੀ ਕਥਾ ਹੋ ਰਹੀ ਆ ਨਾ, ਇਹ ਇਕੱਲੀ ਇੱਕ ਪਰਿਵਾਰ ਲਈ ਨਹੀਂ, ਇਹ ਨਹੀਂ ਵੀ ਗੁਰਪ੍ਰੀਤ ਸਿੰਘ ਤੇ ਜਿਸ ਭੈਣ ਦਾ ਆਨੰਦ ਕਾਰਜ ਹੋਇਆ ਉਹਨਾਂ ਲਈ। ਜਿੰਨੇ ਆਪਾਂ ਆਨੰਦ ਕਾਰਜ ਜਿਨ੍ਹਾਂ ਦੇ ਹੋ ਚੁੱਕੇ ਆ, ਜਿਨ੍ਹਾਂ ਦੇ ਜੇ ਹੋਣੇ ਆ, ਇਹ ਸਾਰਿਆਂ 'ਤੇ ਬਰਾਬਰ ਗੱਲ ਟੁੱਕਦੀ ਹੈ। ਜਦੋਂ ਸਾਡੀ ਧੀ ਪੇਕੇ ਹੁੰਦੀ ਹੈ, ਜਾਂ ਜਦੋਂ ਅਸੀਂ ਵਿਆਹ ਕੇ ਬੱਚੀ ਨੂੰ ਆਪਣੇ ਘਰ ਲੈ ਕੇ ਆਉਂਦੇ ਹਾਂ,
दो चीज़ां होंदियां ने, फर्ज ते हक। हक हर एक नूं चेते ने। किदां? ये 4 दुकानां सहुरे दियां ने, उह चों 2 मेरियां होणियां ही होणियां, 2 भरा ने, ये हक है। फर्ज की ने भला? माँ बाप की सेवा संभाल करनी। अज फर्ज सानू चेते नहीं, हक सारिਆਂ नूं चेते ने। जदों असीं अपनी भैन विआह के सहुरे घर भेजदे हां, ध्यान नाल सुणिओ, जांदिआं मान लो जो ਉਹਦੇ दिमाग 'ਚ ਇਹ है कि 3 भरा ने, जिन्नियां दुकानां ने, जिन्ना बिजनस वपार है, चों इन्ना हिस्सा साडा है पति पत्नी का। जे जायदाद के उत्ते हक बनता है तो माँ बाप की सेवा संभाल का फर्ज किहदा जी? बोल के दस्सिओ। क्यों साध संगत जी? बोलो भाई। ये गल सांझी, मैं पहला कहता भी कथा सारिਆਂ ਲਈ सांझी है, मेरे लिए भी है तो तुहाडे लिए भी है। जे असीं अपनी धी नूं ये कहता भी दुकानां 6 ने, उह चों 2 तेरियां ने, भाव तेरे पति दियां ने, दुकानां दे हक ते चेता, तो जेड़े बापू ने मेहनत कर करके कारोबार खड़ा किया, उन्होंने रोटी खवानी, उसकी सेवा संभाल करनी, ये फर्ज किहदा जी भला? बोलो साध संगत जी, किहदा जी? जिन्हां ने कारोबार सांभिया। हुण शब्द वरतिया, कहते सौरड़ी वत्थ सब किस सांझी, पेवकड़ै धन वखे। पेके घरों मैं वितकरा करना सीख के आई सी, सहुरे घर आण के जिहड़ी सहुरे पति परमात्मा वालों वस्तु मिली सी मैनूं, वो तो सारिਆਂ ਨਾਲ वंड के छकण वाली सी। पर की करा, इत्थे पेके घर दा अर्थ है संसार। संसार च बंदे ने वितकरे करने सिखे होंदे ने, आ मेरा, आ तेरा, आ घर मेरा, आ परिवार मेरा, मैं इनू हथ नहीं लाउण देना। हुण जिहड़ी आ वस्तु आ, ये खावें खर्चे रल मिल भाई है, टोट ना आवे वध हो जाई। हुण ईमानदारी नाल सोचिओ, संसारी तौर पर जिहड़ा बंदा अपने कारोबार च बैठा, दुकान चला रहा, ये साडा पेका घर है। जिहड़ा दुकान कर रहे हैं, कारोबार, ये साडा पेका घर है। जदों मैं गुरु की सिक्ख्या लैना, उदों मेरा सहुरा पक्ष है। इत्थे मैं आण के ज्ञान विचार साझी करनी है। इत्थों तक भी लिखिया है भाई कान सिंह नाभा जी ने कि कड़ाह प्रसाद की देग वरताउण लग्गियां भी अपने मन च वितकरा नहीं लैके आउणा। ये निक्की जी गल है जी। मान लो मैं देग वरता रहा, मैनूं पता लगा भी आह बंदा मेरा वाकफ है, इनू मैं वध दे दा, और मेरा वाकफ नहीं, उन्होंने मैं घट दे रहा। जिहड़ा बंदा देग वरताउण लग्गिया वितकरा कर सकता है, सोचो जरूर कल नूं इहदे कोल वपार बिजनस आ गया, उदों किन्ने वितकरे करेगा। कल नूं इह मिनिस्टर बन गया, किते मंत्री बन गया, सोच के वेखो अपने दे किदां ढिड भरू। गल ते देग दी सी, गल ते आटा खंड ते घिओ ही सी ना। कहते देग वरताउण लग्गिया भी जिस बंदे के दिमाग 'च ये ख्याल आ गया भी मान लो खीर की बाल्टी है, आ 4 जी मैनू जानते आ, इन्हां दियां मैं कौलियां भर देवां, आओ मैनू जानता नहीं, वो वेले कहना मोगे ही है। तो सोचो इस सोच का बंदा जे कल नूं मिनिस्टर बन गया, क्यों जी? पब्लिक का कोई सवारेगा जी? बोल के दस्सिओ जी। क्योंकि सोच तो वो इतों पुराने बजुर्गों के होंदे सी, एक पेंसिल भी जे बच्चे ने चोरी की है तो सोचो अज ਉਹਦੇ ਹੱਥ ਹੀ एक पेंसिल आई है, जे कल ਨੂੰ किसी ਉੱਚੇ ਅਹੁਦੇ ਤੇ पहुँच गया, सोच के वेखो उदों ਕਿਹੜੀ चीज़ ਨੂੰ हथ पाएगा। क्योंकि ਉਹਦੇ ਕੋਲ जिन्नी क ताकत सी, जिन्ना ਉਹਦਾ दायरा सी, ਉਹਨੇ ਉਹ चीज़ ही चोरी करनी सी। इस करके आप गल कर रहे हैं कि एक घाड़त है, तिथे घड़ी है सुरत मत मन बुद्ध। इत्थे गुरु का शब्द साड़ी मत बुद्ध सुरत नूं रोज़ घड़ते हैं, जिवें टकसाल भी सिक्के घड़े जाते हैं। इत्थे रोज़ असीं जिवें हर जियो निमाणिया तू मान, नचीजियां चीज़ करे मेरा गोबिंद, तेरी कुदरत को कुर्बान। नचीजियां जिहड़ी किसे काम नहीं सी आउण वाली नचीज, उन्होंने जो गुरु के शब्द नाल जुड़ता है तो चीज़ बन जाती है, सोहनी वस्तु बन जाती है, लोग प्रभावित होंदे ने। कपड़ा तो उही हुंदा, इट्टां दा ढेर लगा होवे, बजरी का ढेर लगा होवे, सीमेंट का जिन्ना भी घर नूं मटीरीयल लगता वह सारा ढेर लगा होवे। कोई मटीरीयल नूं वेख के कदी तारीफ करता सुनिया? पर जदों उन्हां नूं वो सवारदा, इट्टां चिणदा है, पलस्तर करदा है, सोहणे दीवारां बन जांदियां, खिड़कियां दरवाजे लग जांदे आ, वायरिंग हो जांदी आ, AC पखे कूलर लग जाते आ, वेख के घर नूं की आंदा कमाल करती भी बंदे ने। अच्छा मटीरीयल तो सारा पहलां पिया सी, ये कमाल काहदी कीती है? उन्होंने तरतीब दिती है, उन्होंने चुनिया, उन्हें किहड़ी किहड़ी वस्तु कित्थे कित्थे लगनी सी, ये उन्होंने पता है। सौखी एग्जाम्पल लै लो, तुहाडे किचन च सारा कुछ पिया, आटा पिया, दाल चौल हर एक चीज़ पई है,
ਡੱਬਿਆਂ 'ਚ ਪਿਆ ਸਮਾਨ ਨੂੰ ਵੇਖ ਕੇ ਕਹਿ ਸਕਦਾ ਕਿਆ ਬਾਤ ਹੈ ਜੀ, ਕਿੰਨਾ ਸਵਾਦ ਭੋਜਨ ਬਣਿਆ? ਨਹੀਂ ਨਹੀਂ, ਜਦੋਂ ਬਣ ਕੇ ਡਾਈਨਿੰਗ ਟੇਬਲ 'ਤੇ ਕੌਲੀਆਂ 'ਚ ਪੈ ਜਾਣਾ, ਪਲੇਟਾਂ 'ਚ ਪੈ ਜਾਣਾ, ਤੁਸੀਂ ਖਾਣਾ ਹੈ, ਉਦੋਂ ਤੁਹਾਡੇ ਮੂੰਹ 'ਚੋਂ ਵਾਹ ਨਿਕਲਣਾ ਹੈ। ਚੀਜ਼ਾਂ ਤਾਂ ਸਾਰੀਆਂ ਪਹਿਲਾਂ ਹੀ ਪਈਆਂ ਸੀ। ਇਹ ਬਣਾਉਣ ਵਾਲੇ ਦੀ ਕਲਾ ਹੈ। ਭਾਵੇਂ ਉਹ ਹਲਵਾਈ ਹੈ, ਭਾਵੇਂ ਘਰ 'ਚ ਸਾਡੀ ਮਾਂ ਹੈ, ਭੈਣ ਹੈ, ਪਤਨੀ ਹੈ, ਧੀ ਹੈ, ਕੋਈ ਪਰਿਵਾਰਕ ਮੈਂਬਰ ਹੈ, ਉਹਨੇ ਜਿਹੜਾ ਉਹਨੂੰ ਸਵਾਰਿਆ ਹੈ, ਉਹਨੂੰ ਸਵਾਦ ਬਣਾ। ਇੱਦਾਂ ਹੀ ਜ਼ਿੰਦਗੀ ਹੈ। ਇੱਦਾਂ ਵੇਖ ਕੇ ਥੋੜ੍ਹਾ ਵੀ ਅੱਖਾਂ ਬੜੀਆਂ ਸੋਹਣੀਆਂ ਨੇ, ਮੱਥਾ ਬੜਾ ਕਮਾਲ ਦਾ ਹੈ, ਹਾਈਟ ਬੜੀ ਕਮਾਲ ਦੀ ਹੈ। ਨਾ 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 ਨਾ, ਇਹ ਜ਼ਿੰਦਗੀ ਨੂੰ ਸਵਾਰਨਾ ਹੈ, ਇਹ 'ਚ ਗੁਣ ਪੈਦਾ ਕਰਨੇ। ਸਰੀਰ ਦੀ ਤਾਰੀਫ 5-7 ਮਿੰਟ ਤੋਂ ਵੱਧ ਨਹੀਂ ਬੰਦਾ ਕਰ ਸਕਦਾ। ਸੋਹਣੇ ਤੋਂ ਸੋਹਣਾ ਮਨੁੱਖ ਹੈ, ਤੁਸੀਂ ਕਿਸੇ ਦੀ ਵਡਿਆਈ ਕਿੰਨੇ ਮਿੰਟ ਕਰ ਸਕਦੇ ਹੋ? ਵੱਧ ਤੋਂ ਵੱਧ 2-4 ਮਿੰਟਾਂ 'ਚ ਸ਼ਬਦ ਮੁੱਕ ਜਾਣੇ ਨੇ। ਪਰ ਕਿਰਦਾਰ ਦੀ ਤਾਰੀਫ ਸਾਰੀ ਜ਼ਿੰਦਗੀ ਨਹੀਂ ਹੁੰਦੀ ਮਨੁੱਖ ਦੇ ਕੋਲੋਂ। ਜਿਹੜਾ ਕਰੈਕਟਰ ਹੈ ਨਾ, ਉਹਦੀ ਵਡਿਆਈ 2-4 ਸ਼ਬਦਾਂ 'ਚ ਨਹੀਂ ਹੁੰਦੀ। ਉਹਦੇ ਵਾਸਤੇ ਤੁਹਾਨੂੰ ਕਈ ਦਿਨ, ਕਈ ਮਹੀਨੇ, ਕਈ ਸਾਲ, ਕਿਉਂਕਿ ਉਹਦੇ ਵਿੱਚ ਬੜਾ ਕੁਝ ਹੋਣਾ। ਇਹ ਪਰਉਪਕਾਰੀ ਹੈ, ਇਹ ਆਪਣਾ ਵਿਗਾੜ ਕੇ ਵੀ ਦੂਜਿਆਂ ਦਾ ਸਵਾਰਦਾ ਹੈ, ਲਾਲਚ ਨਹੀਂ ਹੈਗਾ ਭਾਈ, ਕੋਈ ਲੋਭ ਈਰਖਾ ਨਹੀਂ ਹੈ, ਬਹੁਤ ਸੋਹਣਾ ਹੈ, ਵਧੀਆ ਇਨਸਾਨ ਹੈ। ਤੁਸੀਂ ਉਦੋਂ ਇਹ ਕਿਹਾ ਇਹਦਾ ਰੰਗ ਕਾਲਾ ਹੈ, ਇਹਦੀ ਹਾਈਟ ਛੋਟੀ, ਇਹ ਲਫ਼ਜ਼ ਤਾਂ ਬੋਲਦੇ ਹੀ ਨਹੀਂ ਆਪਾਂ। ਜਿੰਨੇ ਵੀ ਸਾਡੇ ਰਿਸ਼ਤੇਦਾਰ ਹੁੰਦੇ ਨੇ, ਆਪਾਂ ਜਦੋਂ ਵੀ ਕਿਸੇ ਦੀ ਵਡਿਆਈ ਕਰਦੇ ਹਾਂ ਕੀ ਕਹਿੰਦੇ ਹਾਂ? ਬਹੁਤ ਨੇਕ ਇਨਸਾਨ ਹੈ, ਬੜਾ ਪਰਉਪਕਾਰੀ ਹੈ, ਭਾਵੇਂ ਔਰਤ ਹੈ ਅਤੇ ਭਾਵੇਂ ਮਰਦ ਹੈ। ਸਰੀਰ ਦੀ ਕਿੰਨੀ ਕੁ ਤਾਰੀਫ ਕਰ ਲਓਗੇ? ਵੀ ਨੱਕ ਬੜਾ ਤਿੱਖਾ ਹੈ, ਅੱਖਾਂ ਬੜੀਆਂ ਸੋਹਣੀਆਂ, ਕੀ ਕਰਨੀਆਂ ਨੇ? ਜੇ ਬੰਦੇ ਦਾ ਵਿਹਾਰ ਸਹੀ ਨਹੀਂ ਹੈਗਾ ਤੇ ਸਰੀਰ ਦੀ ਸੁੰਦਰਤਾ ਨੂੰ ਕਰੋਗੇ ਕੀ ਤੁਸੀਂ? ਅਸਲੀ ਰੂਪ ਬੰਦੇ ਦਾ ਅੰਦਰਲਾ ਹੈ, ਜਿਹਨੂੰ ਸਤਿਗੁਰ ਦੀ ਬਾਣੀ ਆਂਦੀ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹਉ ਬਿਗੜੈ ਰੂਪ ਰਹਾ ਬਿਕਰਾਲ। ਬਾਹਰਲਾ ਰੂਪ ਕਿਸੇ ਦਾ ਮਾੜਾ ਹੋਵੇ ਨਾ, ਉਹ ਬਿਕਰਾਲ ਨਹੀਂ ਬਣਦਾ। ਪਰ ਜਦੋਂ ਅੰਦਰ ਦਾ ਰੂਪ ਵਿਗੜਦਾ ਨਾ, ਬੰਦਾ ਬਿਕਰਾਲ ਬਣ ਜਾਂਦਾ, ਬੰਦਾ ਡਰਾਉਣੀ ਚੀਜ਼ ਬਣ ਜਾਂਦਾ ਹੈ। ਡਰ ਆਉਂਦਾ, ਸਕੀ ਮਾਂ ਨੂੰ ਨਾ ਬੱਚੇ ਕੋਲੋਂ ਡਰ ਆਉਣ ਲੱਗ ਪੈਂਦਾ, ਧੀਆਂ ਨੂੰ ਬਾਪ ਕੋਲੋਂ ਡਰ ਆਉਣ ਲੱਗ ਪੈਂਦਾ ਜਦੋਂ ਬਾਪ ਬਿਕਰਾਲ ਬਣਦਾ। ਪਤਨੀ ਨੂੰ ਪਤੀ ਕੋਲੋਂ, ਪਤੀ ਨੂੰ ਪਤਨੀ ਕੋਲੋਂ, ਪਰਿਵਾਰ ਦੇ ਮੈਂਬਰਾਂ ਤੋਂ ਡਰ ਆਉਣ ਲੱਗ ਪੈਂਦਾ। ਕਿਉਂ? ਜਦੋਂ ਅੰਦਰ ਦਾ ਰੂਪ ਸਭ ਦੇ ਸਾਹਮਣੇ ਆਉਂਦਾ ਹੈ। ਤਾਂ ਪਾਤਸ਼ਾਹ ਦੀ ਬਾਣੀ ਇੱਥੇ ਕਹਿੰਦੀ ਹੈ, ਭਾਂਡਾ ਪਾਓ ਅੰਮ੍ਰਿਤ ਤਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਨਦਰ ਦੇ ਪਾਤਰ ਬਣਨਾ। ਸਮਾਜ ਵਿੱਚ ਇੱਕ ਸ਼ਬਦ ਬੜਾ ਪ੍ਰਚਲਿਤ ਹੈ, ਉਹਨੇ ਨਜ਼ਰ ਲਾਤੀ ਸਾਡੇ ਕਾਰੋਬਾਰ ਨੂੰ। ਆਮ ਹੀ ਕਹਿੰਦੇ ਨੇ ਨਾ, ਇੱਕ ਲਫ਼ਜ਼ ਅਸੀਂ ਆਮ ਬੋਲਦੇ ਹਾਂ, ਫਲਾਣੇ ਬੰਦੇ ਨੇ ਸਾਡੇ ਕੰਮ ਨੂੰ ਨਜ਼ਰ ਲਾਤੀ। ਚੰਗਾ ਭਲਾ ਸਾਡਾ ਕਾਰੋਬਾਰ ਚੱਲਦਾ ਪਿਆ ਸੀ, ਉਹ ਪਤਾ ਨਹੀਂ ਉਹਨੇ ਜਿੱਦਣ ਦਾ ਵੇਖਿਆ ਸਾਡਾ ਨੁਕਸਾਨ ਹੀ ਕਰਤਾ। ਕੀ ਇੱਦਾਂ ਦੀ ਕੋਈ ਚੀਜ਼ ਹੁੰਦੀ ਹੈ? ਸੋਚ ਕੇ ਵੇਖਿਓ ਭਲਾ। ਜੇ ਇੱਦਾਂ ਦੀ ਹੁੰਦੀ ਹੋਵੇ ਫਿਰ ਤਾਂ ਦੁਨੀਆ ਫਨਾ ਹੋ ਜਾਂਦੀ। ਪਰ ਕੀ ਇਸ ਵਹਿਮ ਦੇ ਲੋਕ ਸ਼ਿਕਾਰ ਨਹੀਂ ਹੈਗੇ? ਹੈਗੇ ਨੇ। ਚੰਗੇ ਭਲੇ ਬੰਦਿਆਂ ਦੀਆਂ ਦੁਕਾਨਾਂ ਦੇ ਸ਼ਟਰਾਂ ਨਾਲ ਨਿੰਬੂ ਮਿਰਚਾਂ ਵਧੀਆਂ। ਇਸ ਗੱਲ ਦਾ ਸਬੂਤ ਹੈ ਵੀ ਇਹ ਬੰਦਾ ਮੰਨਦਾ ਹੈ ਵੀ ਉਹਦੀ ਨਜ਼ਰ ਮਾੜੀ ਹੈ। ਚੰਗੇ ਭਲੇ ਬੰਦਿਆਂ ਦੀਆਂ ਗੱਡੀਆਂ ਦੇ ਮਗਰ ਲਿਖੇ ਹੋਏ ਇਹ ਬੋਲ ਕਿ ਬੁਰੀ ਨਜ਼ਰ ਵਾਲੇ, ਉੱਚੀ ਬੋਲੋ ਜੀ। ਅੱਛਾ, ਇੱਕ ਚੀਜ਼ ਹੋਰ ਨੋਟ ਕਰਿਓ, ਇਹ ਜਿੰਨੀਆਂ ਵੀ ਇੱਦਾਂ ਦੀਆਂ ਲਾਈਨਾਂ ਲਿਖੀਆਂ ਹੁੰਦੀਆਂ ਜਾਂ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ, ਪਤਾ ਕਿੰਨਾਂ ਚੀਜ਼ਾਂ 'ਤੇ ਟੰਗੀਆਂ? ਜਿਹੜੀਆਂ ਦਰਮਿਆਨੀਆਂ ਜਿਹੀਆਂ ਹੁੰਦੀਆਂ। ਕਦੀ BM ਗੱਡੀ ਦੇ ਉੱਤੇ ਨਿੰਬੂ ਮਿਰਚਾਂ ਟੰਗੀਆਂ ਵੇਖੀਆਂ? ਮਰਸਡੀ ਗੱਡੀ, ਆਊਡੀ, ਬੋਲੋ ਜੀ। ਮਹਿੰਗੀ ਗੱਡੀ ਦੇ ਸਾਹਮਣੇ ਸਗੋਂ ਨਜ਼ਰ ਤਾਂ ਉਹਨੂੰ ਲੱਗਣੀ ਚਾਹੀਦੀ, ਕੋਈ ਆਊਡੀ ਨੂੰ ਵੇਖ ਕੇ ਉਹ ਬੱਲੇ ਏਡੀ ਵਧੀਆ ਗੱਡੀ ਹੈ, ਕੋਈ ਮਰਸਡੀ ਗੱਡੀ ਵੇਖ ਕੇ, ਕੋਈ ਆਊਡੀ ਨੂੰ ਵੇਖ ਕੇ, ਕੋਈ ਟੋਇਟਾ ਦੀ ਮਹਿੰਗੀ ਗੱਡੀ ਵੇਖ ਕੇ ਜਾਨ ਨਿਕਲ ਜੇ ਕਿਸੇ ਬੰਦੇ ਦੀ, ਲੈਂਡ ਕਰੂਜ਼ਰ ਵੇਖ ਕੇ ਬੰਦਾ ਕੋਈ ਐਡੀ ਮਹਿੰਗੀ ਗੱਡੀ, ਉਹ ਟੰਗਣ 'ਤੇ ਗੱਲ ਫੱਬਦੀ ਵੀ ਆ। ਜਿਹੜੀ ਗੱਡੀ 'ਚ ਪਹਿਲਾਂ ਪੱਚ ਰੱਖੇ ਆ, ਸਵਾਰੀਆਂ ਹਿਲਦੀਆਂ ਜਾਂਦੀਆਂ, ਉਹ 'ਚ ਵੀ ਉਹਨੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ। ਵੀ ਜਿੰਨੇ ਪੈਸੇ ਤੂੰ ਨਿੰਬੂ ਮਿਰਚਾਂ 'ਤੇ ਲਾਏ ਨੇ, ਪੈਸੇ ਜੋੜ 2 ਟਾਇਰ ਬਦਲ ਲਾ ਦੇ। ਤੂੰ 2-4 ਸਾਲ ਇਹ ਚੀਜ਼ਾਂ ਨਾ ਟੰਗਦਾ ਤੇ ਇੱਕ ਟਾਇਰ ਨਵਾਂ ਆ ਜਾਣਾ ਸੀ ਤੇਰੀ ਗੱਡੀ ਦਾ। ਪਰ ਸਾਡੇ ਦਿਮਾਗ 'ਚ ਆ, ਹਾਏ ਇਹਨੇ ਮੇਰੇ ਕਾਰੋਬਾਰ ਨੂੰ, ਬੋਲੋ ਸਾਰੇ, ਅਸੀਂ ਮਾਨਸਿਕ ਰੋਗੀ ਹੋਏ ਕਿ ਨਾ ਹੋਏ ਜੀ? ਕਿਉਂ ਸਾਧ ਸੰਗਤ ਜੀ? ਰੋਗੀ ਹੋਏ ਨਾ ਅਸੀਂ। ਸਾਡੇ ਦਿਮਾਗ 'ਚ ਆ ਵੀ ਹਾਏ ਉਹਨੇ ਨਜ਼ਰ ਲਾਤੀ। ਹਾਂ, ਨਜ਼ਰ ਦੇ ਪਾਤਰ ਬਣਨਾ। ਨਜ਼ਰ ਲਵਾਓ ਆਪਣੇ 'ਤੇ ਭਲਾ ਕਿਹਦੀ? ਨਾਨਕ ਨਦਰੀ ਨਜ਼ਰ ਨਿਹਾਲ। ਹੇ ਮੇਰੇ ਮਾਲਕ ਜੀ, ਮੈਂ ਚਾਹੁੰਦਾ ਮੇਰੇ 'ਤੇ ਨਜ਼ਰ ਲੱਗੇ, ਮੈਨੂੰ ਨਜ਼ਰ ਲੱਗੇ। ਕਿਹਦੀ ਭਲਾ? ਮੇਰੇ ਗੁਰੂ ਦੀ। ਆਪਾਂ ਸਾਰੇ ਚਾਹੀਏ ਕਿ ਮਹਾਰਾਜ ਮੈਨੂੰ ਨਜ਼ਰ ਲੱਗ ਜੇ। ਕਿਹਦੀ? ਤੁਹਾਡੀ।
ਤੁਸੀਂ ਮੇਰੇ ਉੱਤੇ ਨਜ਼ਰੀ ਨਜ਼ਰ ਨਿਹਾਲ ਹੋ ਜਾਓ। ਪਰ ਨਜ਼ਰੀ ਨਜ਼ਰ ਨਿਹਾਲ ਹੋਣ ਲਈ ਪਹਿਲਾਂ ਗੁਰੂ ਦੀ ਸਿੱਖਿਆ ਅਨੁਸਾਰ ਤੁਰਨਾ ਪੈਣਾ ਹੈ। ਲੱਖ ਖੁਸ਼ੀਆਂ ਅੱਗੇ ਜੀ, ਜੇ ਇਹਦਾ ਕੀ ਮੀਨਿੰਗ ਹੈ ਜੀ? ਵੀ ਜੇ ਸਤਿਗੁਰ ਨਜ਼ਰ ਕਰਦੇ ਤੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ, ਕੀ ਇਹਦਾ ਅਰਥ ਕੀ ਹੈ? ਹੇ ਮੇਰੇ ਮਾਲਕ ਜੀ, ਮੈਂ ਤੁਹਾਡੀ ਨਜ਼ਰ ਦਾ ਪਾਤਰ ਬਣ ਜਾਵਾਂ, ਮੇਰੇ ਵਾਸਤੇ ਇਹੋ ਹੀ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ। ਜੇ ਮੈਂ ਤੁਹਾਡੀ ਨਜ਼ਰ ਦਾ ਪਾਤਰ ਨਹੀਂ ਬਣਿਆ, ਵੱਡੀ ਤੋਂ ਵੱਡੀ ਖੁਸ਼ੀ ਵੀ ਮੇਰੀ ਜ਼ਿੰਦਗੀ 'ਚ ਆ ਜਾਏ, ਮੈਂ ਉਦਾਸ ਹੀ ਹਾਂ, ਮੈਂ ਪਰੇਸ਼ਾਨ ਹੀ ਹਾਂ। ਕਿਉਂਕਿ ਜੇ ਮੈਂ ਤੁਹਾਨੂੰ ਹੀ ਨਹੀਂ ਖੁਸ਼ ਕਰ ਸਕਿਆ ਤੇ ਮੈਂ ਦੁਨਿਆਵੀ ਇੰਨੀਆਂ ਖੁਸ਼ੀਆਂ ਲੈ ਕੇ ਕਰਨਾ ਕੀ, ਜਿਹੜੀਆਂ ਮੈਨੂੰ ਤੁਹਾਡੇ ਨਾਲੋਂ ਤੋੜ ਕੇ ਰੱਖ ਦੇਣ। ਬਾਣੀ ਦਾ ਵਾਕ ਹੈ ਕਿ ਅਸੀਂ ਜ਼ਿੰਦਗੀ ਨੂੰ ਇੱਦਾਂ ਜਿਉਣਾ, ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਪੁੱਤਰ ਧੀਆਂ ਨੂੰ ਆਨੰਦ ਕਾਰਜ ਤੱਕ ਲਿਆਉਂਦਿਆਂ ਚੰਗੇ ਸੰਸਕਾਰ, ਚੰਗੀ ਸਿੱਖਿਆ, ਬੜੀ ਵੱਡੀ ਦਾਤ ਹੈ ਸਾਡੇ ਕੋਲ ਗੁਰਬਾਣੀ। ਅੱਜ ਲੋਕ ਚੰਗੀਆਂ ਵਿਚਾਰਾਂ ਨੂੰ ਤੜਫਦੇ ਪਏ ਨੇ ਕਿ ਚੰਗੇ ਖਿਆਲ, ਚੰਗੀ ਸੋਚ, ਚੰਗੇ ਵਿਚਾਰ ਸਾਡੀ ਜ਼ਿੰਦਗੀ 'ਚ ਆ ਜਾਣ, ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਿੱਦਾਂ ਕਰਨਾ। ਇਹ ਉਪਦੇਸ਼ ਮਹਾਨ ਸਤਿਗੁਰ ਦੀ ਬਾਣੀ ਦਾ ਸਾਨੂੰ ਸੌਂਪਿਆ ਮੇਰੇ ਸਤਿਗੁਰ ਜੀ ਨੇ ਕਿ ਇਹ ਮਹਾਨ ਖਜ਼ਾਨਾ, ਐਸਾ ਜੋਗ ਕਮਾਵੋ ਜੋਗੀ, ਇੱਦਾਂ ਦਾ ਜੋਗ ਆਪਣੀ ਜ਼ਿੰਦਗੀ 'ਚ ਕਮਾ, ਇੱਦਾਂ ਦਾ ਜੋਗੀ ਬਣ। ਜਪ, ਤਪ, ਸੰਜਮ, ਗੁਰਮੁਖ ਭੋਗੀ। ਗੁਰੂ ਦੇ ਰਸਤੇ 'ਤੇ ਤੁਰਨਾ ਹੀ ਮੇਰੇ ਵਾਸਤੇ ਜਪ ਹੈ, ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜਿਉਣਾ ਹੀ ਮੇਰੇ ਵਾਸਤੇ ਤਪ ਹੈ, ਗੁਰੂ ਦੀ ਸਿੱਖਿਆ ਅਨੁਸਾਰ ਤੁਰਨਾ ਹੀ ਮੇਰੇ ਵਾਸਤੇ ਸੰਜਮ ਹੈ। ਮੁੰਦਰਾ ਮੋਹਨ, ਜੋਗੀ ਆਪਣੇ ਕੰਨਾਂ 'ਚ ਮੁੰਦਰਾ ਪਾਉਂਦਾ ਕਾਹਦੇ ਲਈ? ਲੋਕਾਂ ਨੂੰ ਪਤਾ ਲੱਗੇ ਕਿ ਮੈਂ ਰੱਬ ਦੇ ਰਸਤੇ 'ਤੇ ਤੁਰਿਆ ਹੋਇਆ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਆਪਣੇ ਮਨ ਨੂੰ ਹੁਣ ਬੁਰਿਆਂ ਵਿਚਾਰਾਂ ਤੋਂ ਬਚਾ ਕੇ ਰੱਖਦਾ, ਇਹੋ ਹੀ ਮੇਰੀਆਂ ਹੁਣ ਮੁੰਦਰਾਂ ਪਾਉਣੀਆਂ ਨੇ। ਮੁੰਦਰਾ ਮੋਹਨ ਦਇਆ ਕਰ ਝੋਲੀ, ਮੈਂ ਦਇਆ ਨੂੰ ਆਪਣੀ ਝੋਲੀ ਬਣਾ ਲਿਆ ਹੈ। ਤੋ ਕਿੰਨੇ ਪਿਆਰੇ ਪੱਤਰਕਾ ਕਰੋ ਵਿਚਾਰ ਰੇ, ਦਇਆ ਨੂੰ ਆਪਣੀ ਝੋਲੀ ਬਣਾ ਲਿਆ। ਝੋਲੀ ਹੁੰਦੀ ਨਾ ਜਿਹਦੇ ਵਿੱਚ ਉਹਦੇ ਵਿੱਚ ਖਾਣੇ ਬਣਾਏ ਹੁੰਦੇ ਨੇ, ਚੌਲ ਇੱਕ 'ਚ ਪਵਾਈ ਜਾਂਦਾ, ਇੱਕ 'ਚ ਆਟਾ ਪਵਾਈ ਜਾਂਦਾ, ਇੱਕ ਉਹਦੇ ਕੋਲ ਖੱਪਰ ਹੁੰਦਾ। ਪੱਤਰਕਾ ਕਰੋ ਵਿਚਾਰ ਰੇ, ਮੈਂ ਹੁਣ ਪਰਮੇਸ਼ਰ ਦੇ ਨਾਮ ਦੇ ਵਿਚਾਰ ਨੂੰ ਖੱਪਰ ਬਣਾ ਲਿਆ ਹੈ। ਪੱਤਰਕਾ ਕਰੋ ਵਿਚਾਰ ਰੇ, ਮੁੰਦਰਾ ਮੋਹਨ ਦਇਆ ਕਰ ਝੋਲੀ, ਪੱਤਰਕਾ ਕਰੋ ਵਿਚਾਰ ਰੇ, ਖਿੰਥਾ ਇਹ ਤਨ ਸੀਮੋ ਆਪਣਾ। ਮੈਂ ਹੁਣ ਆਪਣੇ ਤਨ ਨੂੰ ਸੱਚ ਨਾਲ ਸੀਤਾ, ਜਿਵੇਂ ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ 'ਚ ਸੱਚ ਵਸ ਜਾਂਦਾ, ਨਾ ਉਹ ਆਤਮਿਕ ਤੌਰ 'ਤੇ ਮਰਦੇ ਨੇ, ਨਾ ਉਹਨਾਂ ਨੂੰ ਕੋਈ ਵਕਾਰ ਠੱਗ ਸਕਦਾ ਹੈ। ਅੱਜ ਠੱਗੇ ਜਾ ਰਹੇ ਆ, ਭਰਾ ਨਾਲ ਚੰਗੀ ਭਲੀ ਜ਼ਿੰਦਗੀ ਜੂ ਰਿਹਾ, ਲਾਲਚ ਇਹੋ ਜਿਹੀ ਠੱਗੀ ਮਾਰਦਾ, ਭਰਾ ਨੂੰ ਭਰਾ ਕੋਲ ਬਹਿਣ ਜੋਗਾ ਨਹੀਂ ਛੱਡਦਾ। ਠੱਗਿਆ ਗਿਆ ਨਾ ਬੰਦਾ। ਕਿਸੇ ਨੂੰ ਕ੍ਰੋਧ ਨੇ ਠੱਗ ਲਿਆ, ਕਿਸੇ ਨੂੰ ਇਹਨੂੰ ਠੱਗ ਆਖਿਆ ਬਾਣੀ 'ਚ। ਇਹ ਪੰਜੇ ਠੱਗ ਨੇ ਜਿਹੜੇ ਬੰਦੇ ਨੂੰ ਠੱਗ ਲੈਂਦੇ ਨੇ। ਅੱਛਾ, ਜਿਹੜੇ ਇਹ ਪੰਜੇ ਠੱਗ ਨੇ, ਇਹਨਾਂ ਬਾਰੇ ਅਸੀਂ ਬੋਲਦੇ ਨਹੀਂ, ਬਾਹਰਲਿਆਂ ਠੱਗਾਂ ਬਾਰੇ ਅਸੀਂ ਰੌਲਾ ਪਾਈ ਜਾਂਦੇ, ਉਹਨੇ ਮੈਨੂੰ ਠੱਗ ਲਿਆ, ਉਹਨੇ ਮੈਨੂੰ ਠੱਗ ਲਿਆ। ਆ ਜਿਹੜੇ ਅੰਦਰ ਠੱਗ ਬੈਠੇ ਆ, ਇਹਨਾਂ ਨੇ ਤਾਂ ਤੇਰੇ ਕੋਲ ਬੜਾ ਕੁਝ ਖੋਹ ਲਿਆ, ਰਾਤ ਦੀ ਨੀਂਦ ਖੋਹ ਲਈ, ਦਿਨ ਦਾ ਚੈਨ ਖੋਹ ਲਿਆ, ਭਰਾ ਦੇ ਕੋਲ ਭਰਾ ਬਹਿਣ ਜੋਗਾ ਨਹੀਂ ਛੱਡਿਆ, ਮਾਂ ਕੋਲ ਬਹਿਣ ਜੋਗਾ ਨਹੀਂ ਛੱਡਿਆ, ਸਮਾਜ ਵਿੱਚ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਜੋਗਾ ਨਹੀਂ ਛੱਡਿਆ। ਕਮ ਸੇ ਕਮ ਇਹਦੇ ਬਾਰੇ ਵੀ ਰੌਲਾ ਪਾ, ਇਹਦੇ ਬਾਰੇ ਵੀ ਚਰਚਾ ਕਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋ ਮੰਤਰ ਨਹੀਂ ਹੈ, ਇਹ ਪ੍ਰੈਕਟੀਕਲ ਜੀਵਨ ਜਾਚ ਹੈ। ਇਹਨੂੰ ਰੋਜ਼ ਪੜ੍ਹਨਾ, ਰੋਜ਼ ਸਵਾਰਨਾ। ਸੇਮ ਇੱਦਾਂ ਜਿਵੇਂ ਰੋਜ਼ ਆਪਣੇ ਘਰ 'ਚ ਝਾੜੂ ਪੋਚਾ ਲਾਉਣਾ ਹੈ, ਰੋਜ਼ ਆਪਣੇ ਘਰ ਦੀ ਸਫਾਈ ਕਰਨੀ ਹੈ। ਪੱਤਰਕਾ ਕਰੋ ਵਿਚਾਰ ਰੇ, ਖਿੰਥਾ ਇਹ ਤਨ ਸੀਮੋ ਆਪਣਾ, ਨਾਮ ਕਰੋ ਆਧਾਰ ਰੇ। ਜੋਗੀ ਕੋਲ ਇੱਕ ਬਟੂਆ ਹੁੰਦਾ ਜਿਸ 'ਚੋਂ ਸਵਾਹ ਪਾ ਕੇ ਰੱਖਦਾ ਸਰੀਰ 'ਤੇ ਮਲਣ ਵਾਸਤੇ, ਪਰਸ ਹੁੰਦਾ ਉਹਦੇ ਕੋਲ ਇੱਕ। ਕਹਿੰਦੇ ਨਾਮ ਕਰੋ ਆਧਾਰ ਰੇ, ਹੇ ਮੇਰੇ ਮਾਲਕ ਜੀ, ਤੁਹਾਡੇ ਨਾਮ ਨੂੰ ਮੈਂ ਆਪਣਾ ਉਹ ਪਰਸ ਬਣਾ ਲਿਆ ਜਿਹਦੇ ਵਿੱਚ ਉਹ ਸਵਾਹ ਮਿਲਾ ਕੇ ਰੱਖਦਾ। ਤੇ ਸਵਾਹ ਕਿਹੜੀ ਆ? ਬੁੱਧ ਵਿਭੂਤ ਚੜਾਵੋ ਆਪਣੀ। ਮੈਂ ਆਪਣੀ ਸੁਰਤ ਨੂੰ ਉੱਚੇ ਥਾਂ 'ਤੇ ਟਿਕਾ ਕੇ ਰੱਖਦਾ, ਇਹ ਮੈਂ ਆਪਣੇ ਤਨ 'ਤੇ ਸਵਾਹ ਮਲੀ ਹੋਈ ਆ। ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਲਾਈ। ਤੇ ਆਪਣੀ ਮੈਂ ਸੁਰਤ ਨੂੰ ਸੱਚ ਨਾਲ ਜੋੜ ਕੇ ਰੱਖਿਆ, ਇਹ ਸਿੰਘੀ ਨਾਦ ਮੇਰੇ ਅੰਦਰ ਵੱਜਦਾ। ਕਰ ਬੈਰਾਗ ਫਿਰੋਂ ਤਨ ਨਗਰੀ, ਜਿਵੇਂ ਜੋਗੀ ਨਹੀਂ ਪਿੰਡਾਂ 'ਚ ਤੁਰਿਆ ਫਿਰਦਾ, ਘਰ ਘਰ ਮੰਗਦਾ ਫਿਰਦਾ, ਮੈਂ ਆਪਣੇ ਇਸ ਤਨ ਰੂਪੀ ਨਗਰ ਦੇ ਵਿੱਚ ਹੁਣ ਘੁੰਮਦਾ, ਜਾਨੀ ਕਿ ਮੈਂ ਆਪਣੇ ਆਪ ਦੀ ਖੋਜ ਕਰਦਾ। ਇੱਕ ਬੇਨਤੀ ਸੁਣਿਓ ਧਿਆਨ ਨਾਲ, ਜਿੰਨੇ ਵੀ ਲੋਕ ਸਫਲ ਬਣੇ ਆ ਨਾ ਅੱਜ ਤੱਕ, ਡਾਕਟਰ ਬਣੇ ਆ, ਇੰਜੀਨੀਅਰ ਬਣੇ ਆ, ਪਾਇਲਟ ਬਣੇ ਆ,
ਜਿੰਨੀ ਉਹਨਾਂ ਨੇ ਐਜੂਕੇਸ਼ਨ ਬਾਹਰੋਂ ਲਈ ਹੈ ਨਾ, ਉਹਦੇ ਤੋਂ ਕਈ ਗੁਣਾ ਵੱਧ ਉਹਨਾਂ ਨੇ ਆਪਣੇ ਆਪ ਦੀ ਖੋਜ ਕੀਤੀ। ਯਾਨੀ ਕਿ ਜੋ ਡਾਕਟਰ ਬਣਿਆ, ਕਿੰਨਾ ਉਹਦਾ ਬ੍ਰੇਨ ਇੰਟੈਲੀਜੈਂਟ ਹੋਏਗਾ, ਕਿੰਨੀਆਂ ਕਿਤਾਬਾਂ ਉਹਨੇ ਪੜ੍ਹੀਆਂ ਅਤੇ ਆਪਣੇ ਆਪ ਦੇ ਵਿੱਚੋਂ ਸਭ ਕੁਝ ਉਹਨੇ ਪ੍ਰਗਟ ਕੀਤਾ। ਸਰੀਰ ਤੇ ਉਹਦਾ ਵੀ ਸਾਡੇ ਵਰਗਾ ਹੀ ਸੀ, ਪਰ ਕਿੰਨੀ ਮਿਹਨਤ ਕੀਤੀ ਹੈ, ਕਿੰਨੇ ਸਾਲ ਉਹਨੂੰ ਪੜ੍ਹਨਾ ਪਿਆ। ਨੀਂਦ, ਭੁੱਖ, ਤ੍ਰੇਹ, ਪਿਆਸ, ਇਹਨਾਂ ਸਭ ਚੀਜ਼ਾਂ ਦਾ ਉਹਨੂੰ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਤਿਆਗ ਕਰਨਾ ਪਿਆ। ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਨੇ, ਤੁਸੀਂ ਵੇਖੋ ਕਈ ਵਾਰੀ ਐਗਜ਼ਾਮ ਹੋਵੇ ਅਤੇ ਉੱਧਰੋਂ ਤੁਹਾਡੇ ਘਰ ਕੋਈ ਫੰਕਸ਼ਨ ਹੋਵੇ, ਤੁਸੀਂ ਤਰਲੇ ਲੈਂਦੇ ਇੱਕ ਵਾਰ ਆ ਜਾ, ਉਹ ਕਹਿੰਦਾ ਨਾ, ਇਹ ਫੰਕਸ਼ਨ ਜ਼ਿੰਦਗੀ 'ਚ ਬਾਰ-ਬਾਰ ਆਉਂਦੇ ਰਹਿਣੇ ਨੇ, ਪਰ ਜਿਸ ਮੁਕਾਮ 'ਤੇ ਮੈਂ ਪਹੁੰਚਣਾ, ਇੱਥੇ ਕੋਈ ਕੰਪਰੋਮਾਈਜ਼ ਨਹੀਂ, ਕੋਈ ਸਮਝੌਤਾ ਨਹੀਂ। ਜਿੰਨੇ ਵੀ ਬੱਚੇ ਅਤੇ ਜਿਨ੍ਹਾਂ ਨੇ ਕੁਝ ਨਹੀਂ ਪੜ੍ਹਨਾ, ਉਹ ਬਹਾਨੇ ਲੱਭਦੇ ਰਹਿੰਦੇ ਆ। ਉਹ ਤਾਂ ਬਹਾਨਾ ਲੱਭਦੇ ਵੀ ਅੱਜ ਛੁੱਟੀ ਹੋਵੇ, ਕੱਲ੍ਹ ਛੁੱਟੀ ਹੋਵੇ। ਤੁਸੀਂ ਕਰੋਨਾ ਦੇ ਸਮੇਂ ਵਿੱਚ ਵੀ ਜਿਹੜੇ ਬੱਚੇ ਇੰਟੈਲੀਜੈਂਟ ਸੀ ਨਾ, ਉਹ ਖੁਸ਼ ਨਹੀਂ ਹੋਏ। ਉਹ ਕਹਿੰਦੇ ਸਾਡੇ ਕੋਲ ਪੜ੍ਹਾਈ ਦਾ ਸਮਾਂ ਖੁੱਸਦਾ ਜਾ ਰਿਹਾ ਹੈ। ਅਤੇ ਦੂਜਾ ਪਾਸਾ ਇਹ ਸੀ, ਜਿਹੜੇ ਨਹੀਂ ਸੀ ਕੁਝ ਬਣਨਾ ਚਾਹੁੰਦੇ, ਉਹਨਾਂ ਨੇ ਖੁਸ਼ੀ ਮਨਾਈ, ਉਹਨਾਂ ਚਾਹ ਕੀਤਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸਭ ਤੋਂ ਵੱਡਾ ਨੁਕਸਾਨ ਅਸੀਂ ਆਪਣੀ ਜ਼ਿੰਦਗੀ ਦਾ ਕੀਤਾ। ਵੈਸੇ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਨੇ, ਉਤਰਾਅ ਚੜ੍ਹਾਅ ਆਉਂਦੇ ਨੇ। ਜ਼ਿੰਦਗੀ ਕਦੀ ਇੱਕੋ ਜਿਹੀ ਹਮੇਸ਼ਾ ਕਦੀ ਨਹੀਂ ਰਹਿੰਦੀ ਨਾ। ਜਿਨ੍ਹਾਂ ਦਾ ਅਸੀਂ ਅੱਜ ਨਾਂ ਲੈਂਦੇ ਹਾਂ ਅਰਦਾਸ ਵਿੱਚ ਮਾਣ ਨਾਲ, ਕਿੱਥੋਂ ਪੈਦਾ ਹੋਏ, ਕਿੱਥੋਂ ਤੁਰੇ, ਕਿੰਨੇ ਉਤਰਾਅ ਚੜ੍ਹਾਅ ਜ਼ਿੰਦਗੀ 'ਚ ਆਏ। ਭਾਈ ਜੇਠਾ ਜੀ ਚੂਨਾ ਮੰਡੀ ਲਾਹੌਰ 'ਚ ਪੈਦਾ ਹੋਏ। ਮਾਂ ਬਾਪ ਬਚਪਨ ਚੜ੍ਹਾਈ ਕਰਕੇ ਨਾਨੀ ਬਾਸਰਕੇ ਲੈ ਆਈ, ਬਾਸਰਕੇ ਤੋਂ ਗੋਂਦਵਾਲ ਸਾਹਿਬ ਚਲੇ ਗਏ। ਅੱਜ ਅਸੀਂ ਮਾਣਨਾ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪਰ ਜ਼ਿੰਦਗੀ ਦਾ ਸਫ਼ਰ ਵੇਖੋ ਕਿੱਥੋਂ ਸ਼ੁਰੂ ਹੋਇਆ। ਜਿੰਨੇ ਵੀ ਕਾਮਯਾਬ ਹੋਏ ਨੇ, ਉਹਨਾਂ ਪਿੱਛੇ ਉਹਨਾਂ ਦੀ ਹਿਸਟਰੀ ਪੜ੍ਹ ਕੇ ਵੇਖੋ, ਪਿਛੋਕੜ ਪੜ੍ਹ ਕੇ ਵੇਖੋ, ਕਿੱਥੋਂ ਤੁਰੇ, ਕਿੱਦਾਂ ਆਪਣੇ ਆਪ ਨੂੰ ਘੜਿਆ ਉਹਨਾਂ ਨੇ, ਸਮੇਂ ਦੇ ਹਾਣੀ ਬਣਾਇਆ ਹੈ। ਜੰਮਦਾ ਕੋਈ ਇੱਕੋ ਜਿਹਾ ਨਹੀਂ ਹੁੰਦਾ, ਨਾ ਜੰਮਦਾ ਕੋਈ ਧਰਮੀ ਹੈ, ਨਾ ਜੰਮਦਾ ਕੋਈ ਪਾਪੀ ਹੈ, ਨਾ ਕੋਈ ਅਪਰਾਧੀ ਜੰਮਦਾ, ਨਾ ਕੋਈ ਧਰਮੀ ਜੰਮਦਾ। ਜਿੱਦਾਂ ਦੇ ਕਰਮ ਕਰਦਾ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ। ਚੰਗੇ ਕਰਮ ਕਰਦਾ ਲੋਕ ਚੰਗਾ ਕਹਿੰਦੇ ਨੇ, ਮਾੜੇ ਕਰਮ ਕਰਦਾ ਲੋਕ, ਤੇਰੇ ਕੰਮਾਂ ਤੋਂ ਤੇਰਾ ਨਾਂ ਪੈਣਾ ਹੈ। ਤੋ ਇਸ ਕਰਕੇ ਬਾਣੀ ਦਾ ਵਾਕ ਹੈ, ਕਰ ਬੈਰਾਗ ਫਿਰੋਂ ਤਨ ਨਗਰੀ, ਮਨ ਕੀ ਕਿੰਗੁਰੀ ਬਜਾਈ। ਹੁਣ ਮੈਂ ਆਪਣੇ ਮਨ ਦੀ ਕਿੰਗ ਵਜਾਉਣ ਲੱਗ ਪਿਆ, ਆਪਣੇ ਮਨ ਨੂੰ ਬੁਰਿਆਂ ਕੰਮਾਂ ਤੋਂ ਰੋਕਣਾ, ਇਹੋ ਮੇਰੀ ਕਿੰਗ ਵਜਾਉਣੀ ਹੈ। ਪੰਚ ਤੱਤ ਲੈ ਹਿਰਦੇ ਰੱਖੋ। ਜਿਹੜਾ ਪੰਜਾਂ ਤੱਤਾਂ ਦਾ ਸੋਮਾ ਅਕਾਲ ਪੁਰਖ ਵਾਹਿਗੁਰੂ ਆ, ਮੈਂ ਉਹਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ। ਪੰਚ ਤੱਤ ਲੈ ਹਿਰਦੇ ਰੱਖੋ, ਰਹੇ ਨਰਾਰਮ ਤਾੜੀ। ਇਹੋ ਹੀ ਮੇਰੀ ਲਗਾਤਾਰ ਸਮਾਧੀ ਹੈ। ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬਾੜੀ। ਆਪਣੀ ਜ਼ਿੰਦਗੀ 'ਚ ਇੱਕ ਬਗੀਚਾ ਬਣਾਓ ਧਰਮ ਦਾ ਅਤੇ ਦਇਆ ਦਾ। ਇਹਨੂੰ ਸੋਹਣਾ ਬਗੀਚਾ ਬਣਾਓ। ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਉਹ 'ਚ ਇੱਕ ਵਾਕ ਹੈ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵਿਪਰ ਨਾਲ ਗੱਲ ਕੀਤੀ ਨਾ, ਉਹ ਕਹਿੰਦਾ ਸੀ ਆਹ ਜਿਹੜੀ ਧਰਤੀ ਹੈ ਇਹਨੂੰ ਬੈਲ ਨੇ ਚੱਕਿਆ ਹੋਇਆ ਹੈ। ਅੱਜ ਵੀ ਤੁਸੀਂ ਵੇਖੋ ਜਿਨ੍ਹਾਂ ਕੋਲ ਐਜੂਕੇਸ਼ਨ ਨਹੀਂ, ਪੜ੍ਹੇ ਲਿਖੇ ਨਹੀਂ, ਉਹ ਆਮ ਮੰਨਦੇ ਵੀ ਜਦੋਂ ਭੁਚਾਲ ਆਉਂਦਾ ਨਾ, ਬਲਦ ਸਿੰਘ ਬਦਲਦਾ ਹੈ। ਇੱਕ ਧਰਤੀ ਥੱਲੇ ਬਲਦ ਖਲੋਤਾ ਹੋਇਆ ਅਤੇ ਉਹਨੇ ਇੱਕ ਸਿੰਘ 'ਤੇ ਧਰਤੀ ਚੱਕੀ ਹੋਈ ਹੈ। ਜਦੋਂ ਸਿੰਘ ਬਦਲਦਾ ਅਤੇ ਭੁਚਾਲ ਆਉਂਦਾ ਧਰਤੀ 'ਤੇ। ਅੱਜ ਵੀ ਤੁਸੀਂ ਵੇਖੋ ਕਈ ਬੰਦੇ ਇਸ ਮਨੌਤ ਨੂੰ ਇੱਦਾਂ ਹੀ ਮੰਨਦੇ ਆ। ਗੁਰੂ ਨਾਨਕ ਸਾਹਿਬ ਜੀ ਵੇਲੇ ਤੱਕ ਵੀ ਇਹ ਮਨੌਤ ਇੱਦਾਂ ਹੀ ਸੀ। ਮਹਾਰਾਜ ਵਿਪਰ ਨੂੰ ਪੁੱਛਦੇ ਆ, ਭਾਈ ਤੂੰ ਕਹਿੰਦਾ ਵੀ ਆਹ ਜਿਹੜੀ ਧਰਤੀ ਹੈ ਇਹਨੂੰ ਕਿਹਨੇ ਚੱਕਿਆ? ਕਹਿੰਦਾ ਜੀ ਬੈਲ ਨੇ ਚੱਕਿਆ। ਕਹਿੰਦਾ ਕਾਹਦੇ 'ਤੇ? ਕਹਿੰਦਾ ਜੀ ਸਿੰਘ 'ਤੇ ਚੱਕਿਆ। ਜਦੋਂ ਉਹ ਸਿੰਘ ਬਦਲਦਾ, ਥੱਕ ਜਾਂਦਾ ਤਾਂ ਉਹ ਆਪਣਾ ਸਿੰਘ ਬਦਲਦਾ ਅਤੇ ਦੁਨੀਆ 'ਤੇ ਭੁਚਾਲ ਆਉਂਦਾ ਹੈ। ਮਹਾਰਾਜ ਕਹਿੰਦੇ ਫਿਰ ਮੈਂ ਤੇਰੇ 'ਤੇ ਇੱਕ ਸਵਾਲ ਕਰ ਸਕਦਾ? ਕਹਿੰਦੇ ਜੀ ਕਰ ਸਕਦੇ ਹੋ। ਕਹਿੰਦੇ ਮੇਰਾ ਸਵਾਲ ਇਹ ਹੈ ਵੀ ਜਿਹੜਾ ਇਹ ਬੈਲ ਹੈ ਇਹਨੇ ਧਰਤੀ ਨੂੰ ਆਪਣੇ ਸਿੰਘ 'ਤੇ ਚੱਕਿਆ? ਕਹਿੰਦੇ ਹਾਂਜੀ। ਕਹਿੰਦੇ ਫਿਰ ਉਹ ਬੈਲ ਖਲੋਤਾ ਕਾਹਦੇ 'ਤੇ ਹੈ? ਕਹਿੰਦਾ ਜੀ ਥੱਲੇ ਇੱਕ ਹੋਰ ਧਰਤੀ ਹੈਗੀ ਹੈ। ਮਹਾਰਾਜ ਕਹਿੰਦੇ ਫਿਰ ਉਹ ਧਰਤੀ ਕਿਹਨੇ ਚੱਕੀ ਹੈ? ਕਹਿੰਦਾ ਜੀ ਉਹਦੇ ਥੱਲੇ ਇੱਕ ਹੋਰ ਬੈਲ ਹੈਗਾ। ਕਹਿੰਦੇ ਉਹ ਬੈਲ ਫਿਰ ਕਾਹਤੇ ਖਲੋਤਾ? ਕਹਿੰਦਾ ਥੱਲੇ ਇੱਕ ਹੋਰ ਧਰਤੀ ਹੈਗੀ ਹੈ। ਮਹਾਰਾਜ ਕਹਿੰਦੇ ਫਿਰ ਮੇਰਾ ਹੁਣ ਅਗਲਾ ਸਵਾਲ ਇਹ ਹੈ ਵੀ ਜਿਹੜੀ ਅਖੀਰਲੀ ਧਰਤੀ ਜਾਂ ਤਾਂ ਉਹ ਬੈਲ ਤੋਂ ਬਿਨਾਂ ਖਲੋਤੀ ਹੈ ਅਤੇ ਜਾਂ ਅਖੀਰਲਾ ਬੈਲ ਬਿਨਾਂ ਧਰਤੀ ਤੋਂ ਹੈ। ਹੁਣ ਮੈਨੂੰ ਇਹ ਦੱਸ ਵੀ ਅਖੀਰਲੀ ਧਰਤੀ ਕਾਹਦੇ 'ਤੇ ਖਲੋਤੀ ਹੈ ਜਾਂ ਅਖੀਰਲਾ ਬੈਲ ਕਾਹਦੇ 'ਤੇ ਖਲੋਤਾ ਹੈ? ਵਿਪਰ ਚੁੱਪ ਹੈ। ਬਾਪੂ ਜੀ ਕਹਿੰਦੇ ਗੱਲ ਸੁਣ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਰਤੀ ਨੂੰ ਬੈਲ ਨਹੀਂ ਚੱਕਿਆ। ਮੈਂ ਤੇਰੀ ਗੱਲ ਨਾਲ ਸਹਿਮਤ ਹਾਂ, ਪਰ ਉਸ ਬੈਲ ਜਿਹੜੇ ਬੈਲ ਨੇ ਧਰਤੀ ਨੂੰ ਚੱਕਿਆ ਨਾ, ਉਹਨੇ ਜਨਮ ਕਿਸੇ ਗਾਂ ਦੀ ਕੁੱਖ ਤੋਂ ਨਹੀਂ ਲਿਆ। ਉਹ ਕਿਹੜਾ ਬੈਲ ਆ ਭਲਾ? ਪੜ੍ਹੋ ਹਾਂ ਜਪਜੀ ਸਾਹਿਬ 'ਚੋਂ, ਧੌਲ ਧਰਮ ਅੱਗੇ ਜੀ, ਦਇਆ ਕਾ ਪੂਤ ਧੌਲ ਧਰਮ। ਧਰਮ ਰੂਪੀ ਬਲਦ ਨੇ ਧਰਤੀ ਨੂੰ ਚੁੱਕਿਆ ਹੋਇਆ, ਯਾਨੀ ਕਿ ਧਰਮ ਦੇ ਸਿਰ 'ਤੇ ਧਰਤੀ ਖਲੋਤੀ ਹੋਈ ਆ।
ਇਹ ਜਿਹੜਾ ਧਰਮ ਆ ਇਹਦਾ ਜਨਮ ਕਿੱਥੋਂ ਹੋਇਆ ਭਲਾ? ਦਇਆ ਕਾ ਭੂਤ। ਅੱਛਾ, ਦਇਆ ਵਿੱਚੋਂ ਧਰਮ ਨਿਕਲਦਾ, ਤੇ ਦਇਆ ਤੇ ਧਰਮ ਇਹਨੂੰ ਪਰੋਇਆ ਕਾਹਦੇ 'ਚ ਹੋਇਆ? ਸੰਤੋਖ ਥਾਪ ਰੱਖਿਆ ਜਿਨ ਸੂਤ। ਮੰਨ ਲਓ ਵੀ ਸੰਤੋਖ ਇੱਕ ਧਾਗਾ ਵਾ, ਜਿਹਦੇ ਧਾਗੇ 'ਚ ਦਇਆ ਤੇ ਧਰਮ ਪਰੋਈ ਹੋਈ ਆ। ਹੁਣ ਇਹਨੂੰ ਆਪਣੇ ਪਰਿਵਾਰਾਂ 'ਤੇ ਲਾਓ। ਜਦੋਂ ਵਿਪਰ ਆਂਦਾ ਸੀ, ਜਦੋਂ ਬਲਦ ਥੱਕ ਜਾਂਦਾ, ਸਿੰਘ ਬਦਲਦਾ ਤੇ ਭੁਚਾਲ ਆਉਂਦਾ, ਜਦੋਂ ਆਪਣੇ ਪਰਿਵਾਰਾਂ 'ਚੋਂ ਮਾੜਾ ਜਿਹਾ ਧਰਮ ਹਿਲਦਾ ਤੇ ਭੁਚਾਲ ਆਉਂਦਾ ਕਿ ਨਹੀਂ ਆਉਂਦਾ? ਕਿਉਂ ਸਾਧ ਸੰਗਤ ਜੀ? ਪਰਿਵਾਰ ਦੇ ਵਿੱਚੋਂ ਜਦੋਂ ਧਰਮ ਮਾੜਾ ਜਿਹਾ ਹਿੱਲਦਾ, ਪਰਿਵਾਰ ਵਿੱਚੋਂ ਭੁਚਾਲ ਆਉਂਦਾ ਕਿ ਨਹੀਂ ਆਉਂਦਾ? ਮਾਵਾਂ ਕੋਲੋਂ ਪੁੱਤ, ਪੁੱਤਾਂ ਕੋਲੋਂ ਮਾਵਾਂ, ਪਰਿਵਾਰ ਦੇ ਜੀ ਦੇ ਕਾਤਲ ਬਣ ਜਾਂਦੇ ਆ ਨਾ, ਧਰਮ ਹਿੱਲਿਆ ਨਾ। ਹੁਣ ਅੱਗੇ ਚਲੋ। ਹੁਣ ਤੁਸੀਂ ਕਿਸੇ ਪਰਿਵਾਰ ਦਾ ਇਕੱਠ ਵੇਖਣਾ ਹੋਵੇ ਨਾ, ਇਹ ਚੀਜ਼ ਨੋਟ ਕਰਿਓ ਵੀ ਮਣਕਾ 100 ਹੋਏਗਾ ਨਾ, ਉਹਨੂੰ ਪਰੋਇਆ ਕਿਹਨੇ ਆ? ਮਾਲਾ ਨੇ। ਜਿਹੜੇ ਉਹਦੇ 'ਚ ਧਾਗਾ ਨਾ, ਧਾਗੇ ਨੇ ਮਣਕਿਆਂ ਨੂੰ ਪਰੋ ਕੇ ਰੱਖਿਆ ਹੋਇਆ। ਇੱਕੋ ਹੀ ਧਾਗਾ ਕਿੰਨਿਆਂ ਮਣਕਿਆਂ ਨੂੰ ਪਰੋ ਕੇ ਰੱਖਦਾ। ਸੰਤੋਖ ਇੱਕ ਧਾਗਾ ਵਾ। ਜੇ 4 ਭਰਾ 5 ਭਰਾ, ਮਾਂ ਬਾਪ, ਦਾਦੇ ਦਾਦੀ, ਕਈ ਨਾ ਐਸੇ ਪਰਿਵਾਰ ਆ 80 85 ਜੀ ਪਰਿਵਾਰ ਦੇ, ਤਾਇਆਂ ਚਾਚਿਆਂ ਦਾਦੇ ਦਾਦੀਆਂ ਤੱਕ ਇਕੱਠੇ ਰਹਿੰਦੇ ਆ। ਉਹਨਾਂ 'ਚ ਕੀ ਆ ਭਲਾ? ਸੰਤੋਖ ਦਾ ਧਾਗਾ। ਅੱਛਾ, ਤੁਸੀਂ ਧਾਗਾ ਖਿੱਚ ਦਿਓ ਤੇ ਮਣਕੇ ਖਿੱਲਰ ਜਾਣੇ ਆ। ਮਾਲਾ 'ਚੋਂ ਧਾਗਾ ਖਿੱਚ ਦਿਓ, ਧਾਗਾ ਤੋੜ ਦਿਓ ਤੇ ਮਣਕੇ ਖਿੱਲਰ ਗਏ। ਪਰਿਵਾਰ 'ਚੋਂ ਸੰਤੋਖ ਦਾ ਧਾਗਾ ਖਿੱਚ ਦਿਓ ਤੇ ਮਣਕੇ ਖਿੱਲਰ ਗਏ। ਉਹ ਭਰਾ ਤੇ ਜਾਨ ਵਰਦਾ ਸੀ। ਉਹ ਬੱਚੇ ਤਾਏ ਚਾਚੇ ਨਾਲ ਜੱਫੀਆਂ ਪਾਉਂਦੇ ਸੀ, ਉਹ ਉਡੀਕਦੇ ਸੀ, ਤਾਇਆ ਆ ਗਿਆ, ਚਾਚਾ ਆ ਗਿਆ, ਮੇਰੀ ਚਾਚੀ ਆ ਗਈ, ਮੇਰੀ ਤਾਈ ਆ ਗਈ, ਮੇਰੀ ਭੂਆ ਆ ਗਈ। ਅੱਜ ਜਦੋਂ ਸੰਤੋਖ ਦਾ ਧਾਗਾ ਨਿਕਲਿਆ, ਇੱਕ ਦੂਜੇ ਨੂੰ ਵੇਖਣਾ ਪਸੰਦ ਵੀ ਨਹੀਂ ਕਰਦੇ। ਪਾਤਸ਼ਾਹ ਜੀ ਕਹਿੰਦੇ ਨੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਅਸੀਂ ਜ਼ਿੰਦਗੀ ਨੂੰ ਸੁਖੀ ਬਣਾਉਣਾ ਚਾਹੁੰਦੇ ਹਾਂ ਤਾਂ ਆਪੋ ਆਪਣੇ ਪਰਿਵਾਰਾਂ ਵਿੱਚ ਸੰਤੋਖ ਦਾ ਧਾਗਾ ਲੈ ਕੇ ਆਈਏ। ਸੰਤੋਖ ਵਿੱਚੋਂ ਅੱਗੇ ਦਇਆ ਤੇ ਧਰਮ ਨਿਕਲਣੀਆਂ, ਸਾਡੇ ਪਰਿਵਾਰ ਵਧੀਆ ਬਣ ਜਾਣਗੇ। ਜ਼ਿੰਦਗੀ ਵਿੱਚ ਇਹ ਸੰਸਕਾਰ, ਇਹ ਗੱਲ ਹੱਸੰਦਿਆਂ ਖਿਲੰਦਿਆਂ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਅੱਗੇ ਵਧਣਾ। ਜਦੋਂ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਜਿਵੇਂ ਇੱਕ ਮਰਦ ਸੋਚਦਾ ਹੈ ਵੀ ਜਿਹੜੀ ਵਿਆਹੀ ਆਈ ਬੀਬਾ ਹੈ ਉਹ ਮੇਰੇ ਮਾਂ ਬਾਪ, ਮੇਰੇ ਭੈਣ ਭਰਾਵਾਂ ਦਾ ਸਤਿਕਾਰ ਕਰੇ, ਇੱਦਾਂ ਲੜਕੀ ਦੇ ਮਨ 'ਚ ਵੀ ਰੀਝ ਹੈ ਕਿ ਜਿਸ ਦੇ ਮੈਂ ਲੜ ਲੱਗੀ ਹਾਂ ਉਹ ਮੇਰੇ ਮਾਂ ਬਾਪ ਦੀ ਇੱਜ਼ਤ ਕਰੇ, ਮੇਰੇ ਭੈਣ ਭਰਾਵਾਂ ਨੂੰ ਬੜੀ ਇੱਜ਼ਤ ਦੀਆਂ ਨਜ਼ਰਾਂ ਨਾਲ ਵੇਖੇ। ਕਿਉਂਕਿ ਮੈਂ ਪਹਿਲਾਂ ਆਰੰਭ 'ਚ ਇੱਕ ਸ਼ਬਦ ਬੋਲਿਆ ਕਿ 5-7 ਸਾਲ ਦਾ ਬੱਚਾ ਵੀ ਇੱਜ਼ਤ ਦਾ ਭੁੱਖਾ ਹੈ, ਉਹ ਵੀ ਰਿਸਪੈਕਟ ਚਾਹੁੰਦਾ। ਉਹਦੇ ਬਾਰੇ ਵੀ ਤੁਸੀਂ ਘਰ ਆਏ ਗੈਸਟ, ਤੁਸੀਂ ਵੇਖਿਓ ਕਈ ਬੱਚੇ ਗੁੱਸੇਖੋਰ ਇੰਨੇ ਹੁੰਦੇ, ਤੁਸੀਂ ਘਰ ਆਏ ਗੈਸਟ ਸਾਹਮਣੇ ਕਿਤੇ ਬੱਚੇ 'ਚ ਕੋਈ ਨੁਕਸ ਕੱਢ ਕੇ ਵੇਖੋ, ਉਹ ਕਹਿੰਦਾ ਜੇ ਮੈਂ ਗਲਤ ਹਾਂ ਤਾਂ ਮੈਨੂੰ ਤੁਸੀਂ ਰਿਸ਼ਤੇਦਾਰ ਸਾਹਮਣੇ ਗੱਲ ਕਿਉਂ ਕਹੀ? ਤੁਸੀਂ ਮੈਨੂੰ ਪਰਾਂ ਅੱਗੋਂ ਪਿੱਛੋਂ ਗੱਲ ਕਹੋ, ਤੁਸੀਂ ਮੈਨੂੰ ਸਾਹਮਣੇ ਲਫ਼ਜ਼ ਕਹਿ ਤਾ, ਇਹ ਮੈਂ ਤੁਹਾਡੀ ਗੱਲ ਕਦੀ ਬਰਦਾਸ਼ਤ ਨਹੀਂ ਕਰਾਂਗਾ। ਅਤੇ ਵੈਸੇ ਸਿਆਣੇ ਇਨਸਾਨ ਚਾਹੁੰਦੇ ਵੀ ਇੱਦਾਂ ਵਾ ਕਿ ਜੇ ਆਪਣੇ ਬੱਚੇ ਪੁੱਤਰ ਧੀ 'ਚ ਕੋਈ ਨੁਕਸ ਹੈ ਉਹਨੂੰ ਅੰਦਰ ਵੜ ਕੇ। ਦੁਕਾਨਦਾਰਾਂ ਨੇ ਲਿਖਿਆ ਹੁੰਦਾ ਸਾਡਾ ਸਮਾਨ ਚੰਗਾ ਲੱਗਾ ਤੇ ਦੁਨੀਆ ਨੂੰ ਦੱਸੋ, ਜੇ ਸਾਡੇ ਸਮਾਨ 'ਚ ਨੁਕਸ ਆ ਤਾਂ ਸਾਨੂੰ ਅੰਦਰ ਵੜ ਕੇ ਦੱਸੋ। ਉਹਦਾ ਮਤਲਬ ਇਹ ਹੁੰਦਾ ਵੀ ਜੇ ਕੋਈ ਨੁਕਸ ਆ ਤਾਂ ਰੌਲਾ ਨਾ ਪਾਇਓ ਬਾਹਰ ਜਾ ਕੇ। ਜੇ ਤੁਸੀਂ ਚੰਗੇ ਇਨਸਾਨ ਜੇ, ਸਾਡੇ ਸਮਾਨ 'ਚ ਕੋਈ ਨੁਕਸ ਪੈ ਗਿਆ ਤੇ ਅੰਦਰ ਵੜ ਕੇ ਦੱਸ ਦਿਓ, ਅਗਲੀ ਵਾਰੀ ਸੁਧਾਰ ਕਰ ਲਵਾਂਗੇ। ਅਤੇ ਜੇ ਸਾਡਾ ਸਮਾਨ ਚੰਗਾ ਲੱਗਾ ਤੇ ਦੁਨੀਆ ਨੂੰ ਜਾ ਕੇ ਦੱਸੋ। ਇਹ ਫਾਰਮੂਲਾ ਆਪਣੇ ਪਰਿਵਾਰਾਂ 'ਚ ਵੀ ਲਾ ਲਓ। ਜੇ ਸਬਜ਼ੀ 'ਚ ਨਮਕ ਵੱਧ ਪੈ ਗਿਆ ਤੇ ਮਾੜਾ ਜਿਹਾ ਅੰਦਰ ਵੜ ਕੇ ਦੱਸ ਦਿਓ ਸਬਜ਼ੀ ਸਵਾਦ ਸੀ ਪਰ ਨਮਕ ਮਾੜਾ ਜ਼ਿਆਦਾ ਸੀ, ਲੜਾਈ ਟਲ ਗਈ। ਅਤੇ ਜੇ ਬਣ ਗਈ ਸਵਾਦ ਫਿਰ ਤਾਰੀਫ ਕਰੋ ਸਾਰੇ ਟੱਬਰ ਸਾਹਮਣੇ ਵੀ ਅੱਜ ਤਾਂ ਕਮਾਲ ਹੀ ਕਰਤੀ, ਅੱਜ ਤਾਂ ਬਹੁਤ ਹੀ ਵਧੀਆ ਬਣਾਈ। ਪਰ ਕਈਆਂ ਨੂੰ ਆਦਤ ਉਲਟ ਹੁੰਦੀ ਹੈ, ਚੰਗੀ ਬਣੀ ਕਹਿਣੀ ਨਹੀਂ, ਅਗਲੀ ਗੱਲ ਤੁਸੀਂ ਬੋਲਦੇ ਹੋਣਾ। ਅਤੇ ਜੇ ਮਾੜੀ ਬਣ ਗਈ ਤਾਂ ਫਿਰ ਨੁਕਸ ਕੱਢ ਦੇਣਾ ਵੀ ਹਾਏ ਤੁਹਾਨੂੰ ਨਾ ਸਬਜ਼ੀ ਬਣਾਉਣੀ ਆਈ ਕਦੀ। ਜਿੰਨਾ ਮਰਜ਼ੀ ਵਧੀਆ ਤੁਹਾਨੂੰ ਲਿਆ ਕੇ ਸਬਜ਼ੀਆਂ ਦੇ ਦਿਓ, ਤੁਸੀਂ ਉਹ ਮਾੜੀ ਬਣਾਉਣੀ ਫਿਰ ਪਰਿਵਾਰ ਸਵਰਗ ਨਹੀਂ ਬਣ ਸਕਦਾ, ਫਿਰ ਵਧੀਆ ਚੀਜ਼ ਕਦੀ ਨਹੀਂ ਬਣ ਸਕਦੀ। ਜੇ ਚਾਹੁੰਦੇ ਹਾਂ ਸੰਸਾਰ ਦੇ ਵਿੱਚ ਅਸੀਂ ਤਰੱਕੀ ਕਰਨਾ, ਫਿਰ ਸਾਨੂੰ ਜ਼ਿੰਦਗੀ 'ਚ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੈ ਤੇ ਬਹੁਤ ਛੋਟੀਆਂ ਨੇ ਪਰ ਇਹਨਾਂ ਦੇ ਅਰਥ ਬਹੁਤ ਵੱਡੇ ਨੇ ਕਿ ਅਸੀਂ ਪਰਿਵਾਰ ਵਿੱਚ, ਸਮਾਜ ਵਿੱਚ ਕਿੱਦਾਂ ਜ਼ਿੰਦਗੀ ਨੂੰ ਜਿਊਣਾ ਹੈ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਿੱਦਾਂ ਕਰਨੀ ਹੈ। ਰੋਜ਼ ਟ੍ਰੇਨਿੰਗ ਲੈਣੀ, ਅਸੀਂ ਰੋਜ਼ ਸਿੱਖਣਾ। ਸਿੱਖ ਦਾ ਅਰਥ ਕੀ ਭਲਾ? ਸਿਖਿਆਰਥੀ,
ਸਟੂਡੈਂਟ ਜਦੋਂ ਅਸੀਂ ਸਵੇਰੇ ਆਪਣੇ ਬੈੱਡ ਤੋਂ ਉੱਠਦੇ ਹਾਂ ਨਾ, ਹਰ ਦਿਨ ਸਾਡੇ ਲਈ ਕੁਝ ਸਿੱਖਿਆ ਲੈ ਕੇ ਆਉਂਦਾ ਕਿ ਨਹੀਂ ਆਉਂਦਾ ਜੀ? ਰੋਜ਼ ਤੁਸੀਂ ਕਿਸੇ ਕਲਾਕਾਰ ਦਾ ਗਾਣਾ ਸੁਣੋ, ਕੋਈ ਪਿਕਚਰ ਵੇਖੋ, ਤੇ ਆਪਾਂ ਕਹਿੰਦੇ 5 ਸਾਲ ਪੁਰਾਣੀ ਹੈ, 10 ਸਾਲ ਪੁਰਾਣੀ ਹੈ। ਪਤਾ ਮਾਲਕ ਬਾਰੇ ਕੀ ਲਿਖਿਆ? ਸਾਹਿਬ ਮੇਰਾ, ਉੱਚੀ ਬੋਲੋ ਜੀ। ਇਹ ਨਵਾਂ ਕਿਉਂ ਬੋਲਿਆ ਭਲਾ? ਕਿਉਂਕਿ ਨਵੀਂ ਚੀਜ਼ ਤੋਂ ਕਦੀ ਮਨ ਨਹੀਂ ਅੱਕਦਾ ਬੰਦੇ ਦਾ। ਤੁਸੀਂ ਨਵਾਂ ਮੋਬਾਈਲ ਲੈ ਕੇ ਆਏ ਹੋ, ਨਵੀਂ ਗੱਡੀ ਲੈ ਕੇ ਆਏ ਹੋ, ਤੁਹਾਨੂੰ ਆਂਦੇ ਨਾ ਨਵੀਂ ਚੀਜ਼ ਨੂੰ ਸਾਂਭ ਰੱਖਦਾ ਬੰਦਾ। ਤੁਸੀਂ ਕੋਈ ਵੀ ਚੀਜ਼ ਨਵੀਂ ਲੈ ਕੇ ਆਓ, ਕਿੱਦਾਂ ਸਾਫ਼ ਕਰਕੇ, ਜਿਉਂ ਪੁਰਾਣੀ ਹੁੰਦੀ ਜਾਂਦੀ ਉੱਦਾਂ ਹੀ ਮਿੱਟੀ ਘੱਟਾ ਪਿਆ, ਕੋਈ ਪਰਵਾਹ ਨਹੀਂ ਕਰਦਾ। ਕਹਿੰਦੇ ਜਿਹੜਾ ਤੇਰਾ ਸਾਹਿਬ ਹੈ ਨਾ, ਇਹ ਨਿੱਤ ਹੀ ਨਵਾਂ ਹੈ। ਇਹ ਲੱਗਦਾ ਨਹੀਂ ਕਦੀ ਵੀ ਇੱਕ ਦਿਨ ਪੁਰਾਣਾ ਹੋ ਗਿਆ। ਤੂੰ ਰੋਜ਼ ਇਹਦੇ ਨਾਲ ਸਾਂਝ ਪਾਈ ਜਾ, ਸਾਹਿਬ ਮੇਰਾ ਨੀਤ ਨਵਾਂ, ਇਹ ਨਿੱਤ ਨਵਾਂ। ਇਹ ਕੋਈ ਗਾਣਾ ਥੋੜ੍ਹਾ ਹੈ ਵੀ ਇਹ 3 ਸਾਲ ਪੁਰਾਣਾ ਹੋ ਗਿਆ। ਅੱਜ ਤੱਕ ਕਿਸੇ ਨੇ ਕਿਹਾ ਵੀ ਜਪਜੀ ਸਾਹਿਬ ਪੁਰਾਣੀ ਹੋ ਗਈ ਹੈ, ਆਸਾ ਕੀ ਵਾਰ ਪੁਰਾਣੀ ਹੋ ਗਈ ਹੈ? ਤੂੰ ਜਿੰਨੀ ਵਾਰ ਮਰਜ਼ੀ ਪੜ੍ਹੀ ਜਾ, ਤੂੰ ਪੁਰਾਣਾ ਹੁੰਦਾ ਜਾਣਾ। ਤੈਨੂੰ ਇਹ ਬਾਣੀ ਹਮੇਸ਼ਾ ਹੀ ਨਿੱਤ ਨਵੀਂ ਲੱਗਣੀ ਹੈ। ਜਿੰਨੀ ਵਾਰ ਪੜ੍ਹੇਗਾ ਤੈਨੂੰ ਨਵੇਂ ਤੋਂ ਨਵਾਂ ਨੁਕਤਾ, ਨਵੇਂ ਤੋਂ ਨਵੀਂ ਗੱਲ ਤੈਨੂੰ ਸਮਝ ਆਉਂਦੀ ਜਾਣੀ ਆ। ਅਤੇ ਬਾਣੀ ਕਾਹਦੇ ਲਈ ਹੈ? ਆਪਣੇ ਆਪ ਨੂੰ ਸਮਝਾਉਣ ਲਈ। ਬਾਣੀ ਦੁਨੀਆ ਬਦਲਣ ਲਈ ਨਹੀਂ ਹੈ, ਬਾਣੀ ਆਪਣੇ ਆਪ ਨੂੰ ਬਦਲਣ ਲਈ ਹੈ। ਸੂਰਜ ਨੇ ਚੜ੍ਹ ਹੀ ਜਾਣਾ ਹੈ, ਚੰਦਰਮਾ ਨੇ ਆ ਹੀ ਜਾਣਾ ਹੈ, ਤਾਰੇ ਉਹਦੇ ਹੋ ਹੀ ਜਾਣੇ ਨੇ, ਹਵਾ ਨੇ ਵਗੀ ਜਾਣਾ ਹੈ। ਪਰ ਸਾਡੇ ਕਈ ਕਹਿਣਗੇ ਗੁਰਦੁਆਰੇ ਨਹੀਂ ਗਿਆ ਅੱਜ। ਕਹਿੰਦਾ ਕਿਉਂ? ਅੱਜ ਸੰਗਰਾਂਦ ਸੀ, ਸੰਗਰਾਂਦ ਨਹੀਂ ਮਨਾਉਣੀ। ਸਾਨੂੰ ਇਹ ਭੁਲੇਖਾ ਪੈ ਜਾਂਦਾ ਮੈਂ ਜਾਣਾ ਤੇ ਅੱਸੂ ਮਹੀਨਾ ਚੜ੍ਹਨਾ। ਜੇ ਤੂੰ ਨਾ ਵੀ ਆਇਆ ਤੇ ਅੱਸੂ ਨੇ ਆਪਣੇ ਆਪ ਹੀ ਚੜ੍ਹ ਜਾਣਾ। ਤੂੰ ਸੰਗਰਾਂਦ ਨਹੀਂ ਸੀ ਮਨਾਉਣੀ, ਤੂੰ ਆਪਣੇ ਮਨ ਨੂੰ ਮਨਾਉਣਾ ਸੀ, ਤੂੰ ਗੁਰੂ ਮਨਾਉਣਾ ਸੀ। ਪੁਸਰੀਆਂ ਪਕਾਈਆਂ, ਪਾਈਆਂ ਥਾਲੇ ਮਾਹੇ, ਅੱਗੇ ਬੋਲੋ ਜਿਨੀ ਗੁਰੂ ਮਨਾਇਆ ਰੱਜ ਰੱਜ ਸਈ। ਅਸੀਂ ਸਾਰਿਆਂ ਨੂੰ ਮਨਾ ਲਿਆ, ਫੁੱਫੜ ਮਨਾ ਲਿਆ, ਭੂਆ ਮਨਾ ਲਈ, ਮਾਮੇ ਤਾਏ ਚਾਚੇ ਮਨਾ ਲਏ, ਦੋਸਤ ਗੁੱਸੇ ਹੋਇਆ ਉਹ ਮਨਾ ਲਿਆ, ਪਰ ਗੁਰੂ ਨਾ ਮਨਾ ਸਕੇ। ਗੁਰੂ ਮੰਨਿਆ ਹੁੰਦਾ ਜ਼ਿੰਦਗੀ ਖੂਬਸੂਰਤ ਬਣ ਜਾਂਦੀ, ਜ਼ਿੰਦਗੀ ਹੋਰ ਵਧੀਆ ਬਣਦੀ। ਇਹ ਜਿਹੜਾ ਸਾਨੂੰ ਮੌਕਾ ਮਿਲਿਆ ਹੈ, ਮੈਨੂੰ ਜਦੋਂ ਭਾਈ ਗੁਰਪ੍ਰੀਤ ਸਿੰਘ ਹੁਣਾਂ ਨੇ, ਅਸੀਂ ਦਿੱਲੀ ਸਿੰਘੂ ਬਾਰਡਰ ਸੇਵਾ ਕਰ ਰਹੇ ਹਾਂ, ਜਦੋਂ ਇਹਨਾਂ ਦਾ ਫੋਨ ਆਇਆ ਵੀ ਮੇਰਾ ਆਨੰਦ ਕਾਰਜ ਹੈ 26 ਨੂੰ 27 ਨੂੰ ਅਸੀਂ ਇੱਦਾਂ ਸਮਾਗਮ ਰੱਖਣਾ ਹੈ, ਬੜੀ ਖੁਸ਼ੀ ਹੋਈ। ਅਤੇ ਦੂਜੀ ਖੁਸ਼ੀ ਹੋਈ ਜਦੋਂ ਇਸ ਵੀਰ ਨੇ ਜਿਹੜੀ ਅਗਲੀ ਗੱਲ ਕਹੀ ਕਿ ਮੇਰੇ ਆਨੰਦ ਕਾਰਜ 'ਤੇ ਭਾਵੇਂ ਕਥਾ ਕਰਦਿਆਂ ਉੱਦਾਂ ਹੀ ਵਿੱਚ ਗਾਂ ਰਾਹ ਨਾਂ ਲੈਂਦਿਆਂ ਹੀ ਸਾਹਿਬਜ਼ਾਦਿਆਂ ਦਾ ਜ਼ਰੂਰ ਜ਼ਿਕਰ ਕਰਿਓ। ਇਹ ਬਹੁਤ ਘੱਟ ਹੁੰਦਾ। ਨਹੀਂ ਤਾਂ ਅਸੀਂ ਨਾ, ਸਾਡੇ ਦਿਮਾਗ 'ਚ ਇਹ ਆ ਵੀ ਕੋਈ ਖੁਸ਼ੀ ਦਾ ਫੰਕਸ਼ਨ ਹੋਵੇ ਤਾਂ ਅਸੀਂ ਉੱਥੇ ਕਿਸੇ ਸ਼ਹੀਦੀ ਦੀ ਗੱਲ, ਕੋਈ ਕਿਸੇ ਦੇ ਸੰਸਾਰ ਤੋਂ ਜਾਣ ਵਾਲੀ ਗੱਲ, ਇਹ ਨਾ ਕਰੀਏ। ਪਰ ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਉਹ ਚਾਹੁੰਦੇ ਆ ਕਿ ਪਤਾ ਹੋਣਾ ਚਾਹੀਦਾ ਕਿ ਜੇ ਉਹ ਕੁਰਬਾਨੀਆਂ ਨਾ ਕਰਦੇ ਤਾਂ ਅੱਜ ਸਾਨੂੰ ਇਹ ਆਨੰਦ ਕਾਰਜ ਦੇ ਮੌਕੇ ਸ਼ਾਇਦ ਕਦੀ ਨਾ ਮਿਲਦੇ। ਇਹ ਜ਼ਿੰਦਗੀ ਦਾ ਇੱਕ ਸਮਾਂ ਹੈ ਸਾਨੂੰ ਮਿਲਿਆ ਕਿ ਅਸੀਂ ਗੁਰੂ ਦੀ ਵਿਚਾਰਨ। ਅਤੇ ਆਮ ਘਰਾਂ 'ਚ ਵੱਡੇ ਕਈ ਵਾਰੀ ਗੁਰਮਤਿ ਕਰਨਾ ਚਾਹੁੰਦੇ ਆ, ਬੱਚੇ ਬੱਚੀਆਂ ਵੇਰ ਜਾਂਦੇ ਆ, ਪਰ ਗੁਰੂ ਬਖਸ਼ਿਸ਼ ਕਰੇ ਕਿ ਸਾਡੇ ਵੀਰ ਨੇ ਇਹ ਪਹਿਲ ਕਦਮੀ ਕੀਤੀ ਕਿ ਅਸੀਂ ਇੱਦਾਂ ਗੁਰਮਤਿ ਨਾਲ। ਵੇਖੋ ਇਹਦੇ ਵਿੱਚ ਫਾਇਦਾ ਬੜਾ, ਜਦੋਂ ਦੋਨੋਂ ਪਰਿਵਾਰ ਇੱਦਾਂ ਅਸੀਂ ਗੁਰਮਤਿ ਮੁਤਾਬਕ ਕਰਾਂਗੇ, ਬੋਝ ਬੜਾ। ਫਿਰ ਸਾਨੂੰ ਧੀਆਂ ਦਾ ਜਨਮ ਦੁੱਖਣਾ ਥੋੜ੍ਹਾ। ਅੱਜ ਸਾਡੇ ਸਮਾਜ 'ਚ ਇੱਕ ਲਫ਼ਜ਼ ਬੋਲਿਆ ਜਾਂਦਾ, ਕੀ ਕਰੀਏ ਜੀ, ਆਨੰਦ ਕਾਰਜਾਂ 'ਤੇ ਖਰਚਾ ਹੀ ਬੜਾ ਆਉਂਦਾ। ਖਰਚਾ ਆਨੰਦ ਕਾਰਜ 'ਤੇ ਨਹੀਂ ਆਉਂਦਾ। ਤੁਸੀਂ 5 ਬੰਦੇ ਖੜ੍ਹ ਕੇ ਜਾ ਕੇ ਬਰਾਤ ਲਿਆ ਕੇ ਵਿਆਹ ਲਿਆਓ, ਪਾਈਆ ਦੇਸੀ ਘਿਓ ਦੀ ਦੇਗ ਕਰ ਲਓ, ਕਾਹਦਾ ਖਰਚਾ ਆਇਆ? ਖਰਚਾ ਆਨੰਦ ਕਾਰਜ 'ਤੇ ਨਹੀਂ ਆਉਂਦਾ। ਆਨੰਦ ਕਾਰਜ ਨਾਲ ਜੁੜੀਆਂ ਹੋਈਆਂ ਵਾਧੂ ਦੀਆਂ ਰਸਮਾਂ 'ਤੇ ਖਰਚਾ ਆਉਂਦਾ ਹੈ। ਉਹਦੀਆਂ ਰਸਮਾਂ ਨੇ, ਜਿੰਨੀਆਂ ਮਰਜ਼ੀ ਵਧਾ ਲਓ, ਅੱਗੇ ਬੋਲੋ ਜੀ, ਜਿੰਨੀਆਂ ਮਰਜ਼ੀ ਘਟਾ ਲਓ, ਇਹ ਮਰਜ਼ੀ ਸਾਡੀ ਆਪਣੀ ਆ। ਇਹ ਰਸਮਾਂ ਹੈ, ਇਹਨੂੰ ਬਾਣੀਆਂ ਦੀ ਜਾੜੋਂ ਐਸੀ ਰੀਤ ਸਾੜ ਦਿਓ ਇਹੋ ਜਿਹੀਆਂ ਰੀਤਾਂ, ਜਿਤ ਮੈਂ ਪਿਆਰਾ ਵਿਸਰੈ ਸਾਈ ਭਲੀ ਪ੍ਰੀਤ, ਜਿਤ ਸਹਿਬ ਛੇਤੀ ਪਾਤਰ ਹੈ। ਰੀਤਾਂ ਨੂੰ ਸਾੜਨ ਦਾ ਅਰਥ ਪਤਾ ਕੀ ਆ? ਤੁਸੀਂ ਕਿਸੇ ਕੰਮ ਨੂੰ ਸਾੜਨ ਦਾ ਮੀਨਿੰਗ ਹੈ ਉਹ ਕੰਮ ਕਰਨਾ ਬੰਦ ਕਰ ਦਿਓ, ਪਈ ਸੜ ਜਾਣੀ ਆ। ਤੁਸੀਂ ਆਪਣੇ ਘਰ ਪਿਆਜ਼ ਆਲੂ ਲਿਆ ਕੇ ਰੱਖੇ ਆ, ਤੁਸੀਂ ਉਹਨੂੰ ਵਰਤੋ ਹੀ ਨਾ, ਪਈ ਵਸਤੂ ਆਪੇ ਸੜ ਜਾਣੀ ਹੈ। ਤੁਹਾਨੂੰ ਸਾੜਨ ਦੀ ਲੋੜ ਨਹੀਂ ਪੈਣੀ, ਤੁਸੀਂ ਵਰਤੋਂ ਨਾ ਕੀਤੀ ਆਪੇ ਸੜ ਜਾਣੀ। ਘਰ ਬਣਾ ਲਿਆ ਬੜਾ ਕਮਾਲ ਦਾ, ਤੁਸੀਂ ਉਸ ਘਰ ਵਿੱਚ ਰਹੋ ਹੀ ਨਾ। ਅੱਜ ਦਰਵਾਜ਼ੇ ਬੜੇ ਕਮਾਲ ਦੇ, ਅੱਜ ਕਮਾਲ ਦੀ ਡੈਕੋਰੇਸ਼ਨ ਕੀਤੀ ਹੈ, 10 ਸਾਲ 5 ਸਾਲ ਉਸ ਘਰ ਦਾ ਦਰਵਾਜ਼ਾ ਨਾ ਖੋਲ੍ਹਿਓ, ਫੇਰ ਜਾ ਕੇ ਉਸ ਘਰ ਦਾ ਦਰਵਾਜ਼ਾ ਖੋਲ੍ਹ ਕੇ ਵੇਖਿਓ, ਦਰਵਾਜ਼ੇ ਤੁਹਾਡੇ ਖੋਲ੍ਹਦਿਆਂ ਸਾਰੇ ਡਿੱਗ ਪੈਣੇ ਆ। ਕੰਧਾਂ ਨਾਲੋਂ ਰੰਗ ਜ਼ਮੀਨ 'ਤੇ ਡਿੱਗਾ ਹੋਏਗਾ। ਆਪਾਂ ਕਹਾਂਗੇ ਹੱਦ ਹੋ ਗਈ, ਇਹ ਤਾਂ ਵਰਤਿਆ ਵੀ ਨਹੀਂ ਸੀ ਮੈਂ, ਇਹ ਤਾਂ ਸਗੋਂ ਫਰੈਸ਼ ਚਾਹੀਦਾ ਸੀ। ਨਹੀਂ, ਜਿਹੜਾ ਘਰ ਦਾ ਰੋਜ਼ ਦਰਵਾਜ਼ਾ ਖੁੱਲ੍ਹਦਾ ਸੀ, ਬੰਦ ਹੁੰਦਾ ਸੀ, ਹਵਾ ਤਾਜ਼ੀ ਫਿਰਦੀ ਸੀ, ਸਫਾਈ ਹੁੰਦੀ ਸੀ,
ਉਹ ਘਰ ਦਾ ਰੰਗ ਉੱਦਾਂ ਹੀ ਆ ਜਿਹੜਾ ਮੈਂ ਰੰਗ ਕਰਾ ਕੇ ਦਰਵਾਜ਼ੇ ਲਾ ਕੇ ਖੋਲ੍ਹਿਆ ਹੀ ਨਹੀਂ, ਉਹ ਬਰਬਾਦ ਹੋ ਗਿਆ। ਇਹਨੂੰ ਹੁਣ ਆਪਣੇ ਦਿਮਾਗ 'ਤੇ ਵੀ ਲਾ ਲਓ, ਜੇ ਮੈਂ ਕਦੀ ਦਿਮਾਗ ਵਰਤਾਂਗਾ ਹੀ ਨਹੀਂ ਤੇ ਉਸ ਘਰ ਵਰਗਾ ਨਹੀਂ ਹੋਏਗਾ। ਇਹਨੂੰ ਰੋਜ਼ ਵਰਤੋ, ਇਹਦੀ ਵਰਤੋਂ ਕਰੀਏ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਘੜਨ ਦੀ ਕੋਸ਼ਿਸ਼ ਕਰਨੀ ਆ। ਸਾਨੂੰ ਮਾਲਕ ਨੇ ਮੱਤ, ਬੁੱਧ, ਸੁਰਤ, ਦਿਮਾਗ ਦਿੱਤਾ ਹੋਇਆ, ਇਹ 'ਚ ਚੰਗੀਆਂ ਵਿਚਾਰਾਂ ਪਾਈਏ, ਚੰਗੇ ਖਿਆਲ ਪਾਈਏ, ਰੋਜ਼ ਸਿੱਖਣ ਦੀ ਕੋਸ਼ਿਸ਼ ਕਰੀਏ। ਇਹ ਜ਼ਿੰਦਗੀ ਦੇ ਉਤਰਾਅ ਚੜਾਅ ਜ਼ਿੰਦਗੀ ਚਾਹੁੰਦੇ ਨੇ, ਤਾਂ ਹੀ ਤਾਂ ਗੁਰਬਾਣੀ ਸਾਨੂੰ ਕਹਿੰਦੀ ਹੈ, ਮਾਤਾ ਮਤ ਪਿਤਾ ਸੰਤੋਖ, ਸੱਤ ਭਾਈ ਕਰ ਇਹ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ, ਸ਼ਰਮ ਸੁਰਤ ਦੋਇ ਸਸੁਰ ਪਏ, ਕਰਨੀ ਕਾਮਣ ਕਰ ਮਨ ਲਏ, ਸਾਹਾ ਸੰਜੋਗ ਵਿਆਹ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗੀ। ਇਹ ਕਿੰਨੇ ਪਿਆਰੇ ਬਚਨ ਨੇ। ਭੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ ਸ਼ਿੰਗਾਰੋ। ਜਿੱਦਾਂ ਸਾਡੀਆਂ ਧੀਆਂ ਪੁੱਤ ਬਾਹਰੀ ਤੌਰ 'ਤੇ ਕੱਪੜੇ ਸੋਹਣੇ ਪਾਉਂਦੇ ਨੇ, ਪਾਤਸ਼ਾਹ ਜੀ ਕਹਿੰਦੇ ਭੈਕੀਆਂ ਦੇ ਸਲਾਈਆਂ ਨੈਣੀ, ਆਪਣੀਆਂ ਅੱਖਾਂ ਵਿੱਚ ਭੈ ਦਾ ਸੁਰਮਾ ਪਾਉਣਾ ਹੈ, ਅਦਬ ਦਾ ਸੁਰਮਾ ਪਾਉਣਾ ਹੈ, ਵੱਡਿਆਂ ਦਾ ਅਦਬ ਸਤਿਕਾਰ ਕਰਨਾ ਸਿੱਖਣਾ। ਭੈਕੀਆਂ ਦੇ ਸਲਾਈਆਂ ਨੈਣੀ, ਭਾਵ ਦਾ ਅਰਥ ਹੈ ਪਿਆਰ। ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ, ਜਾਂ ਸ਼ੈ ਧਰੇ ਪਿਆਰੋ। ਉਹੀ ਸੁਹਾਗਣ ਹੈ ਜਿਹਦਾ ਸੱਚ ਨਾਲ ਪਿਆਰ ਹੈ, ਭਾਵੇਂ ਇੱਥੇ ਮੇਲ ਹੈ, ਭਾਵੇਂ ਫੀਮੇਲ ਹੈ, ਔਰਤ ਹੈ, ਮਰਦ ਹੈ, ਸੱਚ ਨਾਲ ਸਾਡਾ ਪਿਆਰ ਬਣੇਗਾ, ਅਸੀਂ ਸੁਹਾਗਣਾ ਬਣ ਕੇ ਆਪਣਾ ਜੀਵਨ ਬਤੀਤ ਕਰਾਂਗੇ। ਇਹ ਸਾਨੂੰ ਗੁਰਮਤਿ ਦਾ ਜਿਹੜਾ ਪੱਖ ਹੈ ਆਪਣੀ ਜ਼ਿੰਦਗੀ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਜਿੰਨੇ ਵੀ ਤੁਸੀਂ ਸਾਦੇ ਕਰ ਸਕਦੇ ਹੋ, ਸਿੰਪਲ ਕਰ ਸਕਦੇ ਹੋ, ਉਹ ਖਰਚਾ ਆਪਣੇ ਬੱਚਿਆਂ ਦੇ ਕਾਰੋਬਾਰ 'ਤੇ ਲਾ ਦਿਓ, ਉਹਨਾਂ ਦੇ ਪੈਸੇ 'ਤੇ ਉਹਨਾਂ ਦੇ ਬਿਜ਼ਨਸ 'ਤੇ ਲਾ ਦਿਓ, ਜਿਹੜਾ ਅਸੀਂ ਇਹਨਾਂ ਕੰਮਾਂ 'ਤੇ ਲਾਉਂਦੇ ਹਾਂ। ਖਾਣਾ ਉਹੀ ਹੁੰਦਾ ਜਿਹੜਾ ਅਸੀਂ ਅੱਗੋਂ ਪਿੱਛੋਂ ਖਾਂਦੇ ਹਾਂ, ਪਰ ਅੱਜ ਅੱਡੀਆਂ ਚੁੱਕ ਕੇ ਜ਼ੋਰ ਲੱਗ ਰਿਹਾ ਹੈ। ਇਸੇ ਕਰਕੇ ਵੈਸੇ ਕਰੋਨਾ ਨੇ ਉੱਦਾਂ ਤਾਂ ਕਾਫੀ ਕੁਝ ਸਿਖਾਤਾ। ਤੁਸੀਂ ਵੇਖਿਆ ਜਿਹੜੇ ਆਨੰਦ ਕਾਰਜ ਇਸ ਸਮੇਂ 'ਚ ਹੋਏ ਆ, ਬਹੁਤ ਘੱਟ ਪਬਲਿਕ ਆਈ ਅਤੇ ਫਿਰ ਵੀ ਵਧੀਆ ਹੋ ਗਿਆ ਸਾਰਾ ਕੁਝ। ਲੋਕ ਆਂਦੇ ਆ ਕਈ ਵੀ ਇਹ ਸਮਾਂ ਮਾੜਾ ਸੀ, ਪਰ ਨਹੀਂ, ਇਹਨੇ ਸਿਖਾਇਆ ਬੜਾ ਕੁਝ ਹੈ। ਬਹੁਤ ਕੁਝ ਦੱਸਤਾ ਕਿ ਬੰਦਿਆਂ ਲੋੜਾਂ ਤੇਰੀਆਂ ਇੰਨੀਆਂ ਕੀ ਆ, ਬਾਕੀ ਤੇ ਵਾਧੂ ਦਾ ਭਾਰ ਹੀ ਚੱਕੀ ਫਿਰਦਾ। ਲੋੜ ਤਾਂ ਤੇਰੀ ਇੰਨੀ ਕੀ ਹੈ ਵੀ ਇੰਨੀਆਂ ਕੁ ਲੋੜਾਂ ਸੀ, ਬਾਕੀ ਤੂੰ ਵਾਧੂ ਦਾ ਭਾਰ ਆਪਣੀ ਜ਼ਿੰਦਗੀ ਵਿੱਚ ਚੱਕਿਆ ਹੋਇਆ ਸੀ। ਕੋਸ਼ਿਸ਼ ਕਰੋ ਜਿੰਨਾ ਸਾਦਾ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰੀਏ, ਇਹੋ ਪੈਸਾ ਆਪਣੇ ਬੱਚਿਆਂ ਦੇ ਕਾਰੋਬਾਰ 'ਤੇ, ਬਿਜ਼ਨਸ 'ਤੇ, ਵਪਾਰ 'ਤੇ ਲਾਉਣ ਦੀ ਕੋਸ਼ਿਸ਼ ਕਰੀਏ। ਜਿਹੜੀ ਬਾਣੀ ਕਹਿੰਦੀ ਦੇਖਾ ਦੇਖੀ ਸਭ ਕਰੈ, ਮਨ ਮੁਖ ਬੂਝ ਨਾ ਪਾਏ। ਨੱਕ ਰੱਖਣ ਕਰਕੇ ਬੰਦਾ ਅੱਜ ਅੱਡੀਆਂ ਚੁੱਕ ਕੇ ਜ਼ੋਰ ਲਾ ਰਿਹਾ। ਅਤੇ ਜੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਹੋ ਜਾਏ, ਜਿਨ੍ਹਾਂ ਬੱਚਿਆਂ ਦੇ ਅਜੇ ਵੀ ਆਨੰਦ ਕਾਰਜ ਆਉਣ ਵਾਲੇ ਸਮੇਂ 'ਚ ਹੋਣੇ ਆ, ਉਹ ਪਰਿਵਾਰ ਇੱਦਾਂ ਬੈਠ ਕੇ ਵਿਚਾਰ ਗੋਸ਼ਟੀਆਂ ਕਰੋ ਕਿ ਇੱਦਾਂ ਆਪਾਂ 5-7 ਬੰਦੇ ਜਾ ਕੇ ਆਨੰਦ ਕਾਰਜ ਕਰਕੇ ਫਿਰ ਇੱਦਾਂ ਆਪਣੇ ਤੁਸੀਂ ਗੁਰਮਤਿ ਸਮਾਗਮ ਕਰ ਲਓ, ਬੈਠ ਕੇ ਵਿਚਾਰ ਚਰਚਾ ਕਰ ਲਓ। ਹੁਣ ਤਾਂ ਬਹੁਤ ਫਰਕ ਪੈ ਗਿਆ, ਬਹੁਤ ਨੌਜਵਾਨ ਵੀਰਾਂ ਨੇ ਇੱਦਾਂ ਸਾਦੇ ਆਨੰਦ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਨੇ। ਇਹਦੇ ਨਾਲ ਅਸੀਂ ਸਮਾਜ ਵਿੱਚ ਇੱਕ ਨਵੀਂ ਰੀਤ ਲਾ ਸਕਦੇ ਹਾਂ, ਨਵਾਂ ਇੱਕ ਰਾਹ ਪਕਾ ਸਕਦੇ ਹਾਂ। ਇਹਦੇ ਵਿੱਚ ਸਮਾਜ ਦੇ ਵਿੱਚ ਇਹ ਵੀ ਇੱਕ ਸਮਾਜ ਦੀ ਸੇਵਾ ਕਹਿ ਸਕਦੇ ਹਾਂ ਆਪਾਂ, ਕਿਉਂਕਿ ਜਦੋਂ ਸਿੰਪਲ ਆਨੰਦ ਕਾਰਜ ਹੋਣਗੇ ਫਿਰ ਧੀਆਂ ਦਾ ਜਨਮ ਦੁਖੇਗਾ ਨਹੀਂ ਸਾਨੂੰ, ਜਿਹੜਾ ਅਸੀਂ ਲੱਖਾਂ ਰੁਪਈਆ ਲਾ ਕੇ ਅੱਜ ਪੈਲਸਾਂ ਵਿੱਚ ਜਾ ਕੇ ਆਪਣੇ ਆਪ ਦਾ ਉਜਾੜਾ ਪੈ ਕਰਦੇ ਹਾਂ। ਗੁਰੂ ਬਖਸ਼ਿਸ਼ ਕਰੇ ਭਾਈ ਗੁਰਪ੍ਰੀਤ ਸਿੰਘ, ਦੋਨੋਂ ਪਰਿਵਾਰ, ਲੜਕੀ ਪਰਿਵਾਰ, ਲੜਕਾ ਪਰਿਵਾਰ, ਵੇਖੋ ਇਹ ਹੁੰਦਾ ਲੜਕਾ ਲੜਕੀ ਹੈ, ਪਰ ਦੋਵਾਂ ਪਰਿਵਾਰਾਂ ਨੂੰ ਜੋੜਨਾ ਇਹਨਾਂ ਨੇ ਹੁੰਦਾ। ਆਪਾਂ ਸਾਰੇ ਗ੍ਰਸਤੀ ਹਾਂ, ਜਦੋਂ ਔਰਤ ਮਰਦ ਦਾ ਵਿਆਹ ਆਨੰਦ ਕਾਰਜ ਹੁੰਦਾ ਹੈ, ਉਹਨਾਂ ਰਾਹੀਂ ਦੋਨਾਂ ਪਰਿਵਾਰਾਂ ਨੇ ਜੁੜਨਾ। ਜੇ ਉਹਨਾਂ ਦੀ ਨਹੀਂ ਬਣੇਗੀ, ਦੋਨੋਂ ਪਰਿਵਾਰ ਕਿੱਦਾਂ ਜੁੜਨਗੇ? ਤਾਂ ਇਹ ਗੁਰੂ ਬਖਸ਼ਿਸ਼ ਕਰੇ ਪਿਆਰ, ਮੁਹੱਬਤ, ਸਨੇਹ, ਇੱਜ਼ਤ, ਇਹ ਚੀਜ਼ਾਂ ਸਾਰੀਆਂ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਿੱਖਣ ਦੀ ਜ਼ਰੂਰਤ ਹੈ। ਗੁਣ, ਸੰਸਕਾਰ, ਇਹੋ ਸਾਨੂੰ ਬਾਣੀ ਸਿਖਾਉਂਦੀ ਹੈ। ਇਹ ਜਦੋਂ ਜ਼ਿੰਦਗੀ 'ਚ ਗੁਣ ਆ ਜਾਣ ਤਾਂ ਜ਼ਿੰਦਗੀ ਹਮੇਸ਼ਾ ਹੀ ਮਨੁੱਖ ਦੀ ਖੂਬਸੂਰਤ ਵਧੀਆ ਬਣਦੀ ਹੈ। ਦੁੱਖ, ਤਕਲੀਫਾਂ, ਚਿੰਤਾਵਾਂ ਇਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ। ਅਰਦਾਸ ਇਹ ਕਰਨੀ ਆ ਕਿ ਮੈਂ ਡਟ ਕੇ ਇਹਨਾਂ ਸਾਰਿਆਂ ਦਾ ਮੁਕਾਬਲਾ ਕਰ ਸਕਾਂ। ਬਸ ਇਹ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪੱਖ ਹੈ ਕਿ ਸਭ ਕੁਝ ਜ਼ਿੰਦਗੀ 'ਚ ਆਏਗਾ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਦੋ ਕੱਪੜੇ ਨੇ, ਦੁੱਖ ਦਾ ਅਤੇ ਸੁੱਖ ਦਾ, ਦੋਨੋਂ ਪਾਉਣੇ ਪੈਣੇ ਨੇ। ਪਰ ਆਪਾਂ ਕੋਸ਼ਿਸ਼ ਕਰਨੀ ਆ ਸੁੱਖ ਵੇਲੇ ਉਛਲਣਾ ਨਹੀਂ ਅਤੇ ਦੁੱਖ ਵੇਲੇ ਘਬਰਾਉਣਾ ਨਹੀਂ, ਉਲਾਮੇ ਨਹੀਂ ਦੇਣੇ। ਗੁਰੂ ਬਖਸ਼ਿਸ਼ ਕਰੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਸੀਂ ਸੱਚ ਦੇ ਰਸਤੇ 'ਤੇ ਤੁਰਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਯਤਨ ਕਰੀਏ। ਤਿੰਨ ਮੱਤ, ਤਿੰਨ ਪੱਤ, ਤਿੰਨ ਧਨ ਪੱਲੇ, ਜਿਨ ਹਿਰਦੇ ਰਹਿਆ ਸਮਾਏ। ਦੋਨੋਂ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ, ਦੋਸਤ ਮਿੱਤਰ, ਜਿੰਨੇ ਵੀ ਤੁਸੀਂ ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਭਰੀਏ, ਮਾਲਕ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ, ਅਰੋਗਤਾ, ਤੰਦਰੁਸਤੀ। ਅਸੀਂ ਗੁਰੂ ਦੇ ਉਪਦੇਸ਼ ਉੱਤੇ
ਆਪਣੀ ਜ਼ਿੰਦਗੀ ਨੂੰ ਤੋਰ ਸਕੀਏ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਸਾਨੂੰ ਬਲ ਉਦਮ ਚਾਓ ਬਖਸ਼ਿਸ਼ ਕੀਤਾ ਹੈ। ਰਾਗੀ ਜਥਾ, ਸਤਿਕਾਰਯੋਗ ਗ੍ਰੰਥੀ ਸਾਹਿਬਾਨ, ਜਿੰਨੀਆਂ ਵੀ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਆਪਣੇ ਵੱਲੋਂ ਯੋਗਦਾਨ ਪਾਇਆ ਹੈ, ਕਿਉਂਕਿ ਇਹ ਯੋਗਦਾਨ ਹੁੰਦਾ ਜਦੋਂ ਕੋਈ ਸਮਾਗਮ ਰੱਖਿਆ ਜਾਂਦਾ ਹੈ, ਹਰ ਇੱਕ ਵਿਅਕਤੀ ਆਪਣੇ ਵੱਲੋਂ ਬਣਦਾ ਹਿੱਸਾ ਪਾਉਂਦਾ ਹੈ। ਕੋਈ ਸੇਵਾ ਕਰਦਾ ਹੈ, ਕੋਈ ਬੈਠਦਾ ਹੈ, ਕੋਈ ਜ਼ਿੰਮੇਵਾਰੀਆਂ ਚੱਕਦਾ ਹੈ। ਆਪਾਂ ਰਲ ਮਿਲ ਕੇ ਇਹ ਜ਼ਿੰਦਗੀ ਵਿੱਚ ਗੁਣ ਅਪਣਾਉਣੇ ਸ਼ੁਰੂ ਕਰ ਦਈਏ ਤੇ ਸਾਡੀ ਜ਼ਿੰਦਗੀ ਖੂਬਸੂਰਤ ਬਣ ਸਕਦੀ ਹੈ। ਸਾਰਿਆਂ ਦਾ ਧੰਨਵਾਦ ਜੀ। ਇੱਕ ਬੇਨਤੀ ਅਖੀਰ ਵਿੱਚ ਕਰਾਂਗਾ। ਕਿਸਾਨੀ ਅੰਦੋਲਨ ਆਪ ਜੀ ਨੂੰ ਪਤਾ ਹੀ ਹੈ ਕਿ ਚੱਲ ਰਿਹਾ ਹੈ। ਅੱਜ 27 ਤਰੀਕ ਹੋ ਗਈ ਹੈ, 11ਵਾਂ ਮਹੀਨਾ ਆਰੰਭ ਹੋ ਗਿਆ, 10 ਸਮਾਪਤ ਹੋ ਚੁੱਕੇ ਨੇ ਤੇ ਅੱਜ ਦਾ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਨੂੰ ਬੰਦ ਦਾ ਸੱਦਾ ਸੀ ਤੇ ਹੈਗਾ ਵੀ ਇਹ ਬੰਦ। ਬਿਲਕੁਲ ਤੁਸੀਂ ਰੋਡ ਤੇ ਜਾ ਕੇ ਵੇਖੋ, ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ ਮੇਰੇ ਖਿਆਲ 4 ਵਜੇ ਤੱਕ ਹੈ। ਭਰਵਾਂ ਹੰਗਾਰਾ ਹੈ, ਕਿਉਂਕਿ ਇਹ 3 ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਕਿਸਾਨ ਮਜ਼ਦੂਰ ਲਗਾਤਾਰ ਦਿੱਲੀ ਦੀ ਹਿੱਕ ਤੇ ਬੈਠੇ ਨੇ। ਤੁਹਾਡੇ ਵਿੱਚੋਂ ਬਹੁਤ ਵੀਰ ਭੈਣਾਂ ਉੱਥੇ ਹਾਜ਼ਰੀ ਪਹਿਲਾਂ ਭਰ ਕੇ ਆਏ ਨੇ, ਜਿਹੜੇ ਅਜੇ ਤੱਕ ਨਹੀਂ ਗਏ। ਕੋਸ਼ਿਸ਼ ਕਰੋ, ਸਮਾਂ ਬਣਿਆ ਤੇ ਜ਼ਰੂਰ ਜਾਇਓ। ਇਹ ਮਤਾ ਸਮਝਿਓ ਵੀ ਇਹ ਅੰਦੋਲਨ ਇਕੱਲੇ ਕਿਸਾਨ ਦਾ ਹੈ। ਸਵੇਰੇ ਆਟਾ ਆਉਂਦਾ ਹੈ, ਸਾਡੇ ਘਰ ਦੁੱਧ ਆਉਂਦਾ ਹੈ, ਸਬਜ਼ੀਆਂ ਆਉਂਦੀਆਂ ਨੇ, ਤੇਲ ਦੇ ਤੜਕੇ ਲੱਗਦੇ ਨੇ, ਸਾਰਿਆਂ ਦੇ ਉੱਤੇ ਬਰਾਬਰ ਅਸਰ ਪੈਣਾ ਹੈ ਜੇ ਤਿੰਨੇ ਕਾਨੂੰਨ ਲਾਗੂ ਹੋ ਗਏ ਤਾਂ। ਅੱਜ ਸ਼ਾਇਦ ਲੱਗੂਗਾ, ਇਹ ਤਾਂ ਕਿਸਾਨ ਦਾ ਹੈ, ਮੇਰਾ ਥੋੜ੍ਹਾ ਹੈ, ਇਹ ਤਾਂ ਮਜ਼ਦੂਰ ਦਾ ਹੈ, ਸਾਡਾ ਥੋੜ੍ਹਾ ਹੈ। ਜਦੋਂ ਤੁਹਾਡੇ ਬਾਗ ਵਿੱਚ ਪੈਦਾ ਕੀਤੇ ਹੋਏ ਐਪਲ ਵੀ ਤੁਸੀਂ ਆਪਣੀ ਮਰਜ਼ੀ ਨਾਲ ਨਾ ਖਾ ਸਕੇ, ਆਪਣੀ ਖੇਤ ਵਿੱਚ ਬੀਜੀ ਹੋਈ ਸਰੋਂ ਤੋਰੀਏ ਦਾ ਤੇਲ ਆਪ ਨਾ ਕਢਾ ਸਕੇ, ਪਤਾ ਉਦੋਂ ਲੱਗਣਾ ਹੈ ਕਿ ਇਹ ਜਿਹੜਾ ਕਿਸਾਨ ਲਗਾਤਾਰ ਉੱਥੇ ਬੈਠਾ ਸੀ ਸਾਡੇ ਲਈ ਬੈਠਾ ਸੀ। ਯਾਰ ਉਦੋਂ ਅਸੀਂ ਸਾਥ ਕਿਉਂ ਨਾ ਦਿੱਤਾ? ਤੋ ਆਓ ਹੰਬੜਾ ਮਾਰੀਏ। ਤੇ ਮੋਦੀ 3 ਦਿਨ ਦੀ ਫੇਰੀ 'ਤੇ ਅਮਰੀਕਾ ਗਿਆ ਸੀ। ਉੱਥੋਂ ਦੇ ਫਾਰਮਰ ਕਿਸਾਨਾਂ ਨੇ ਦੱਸ ਦਿੱਤਾ, ਫਟੀਆਂ ਤਖਤਾਂ ਹੱਥ 'ਚ ਫੜ ਕੇ ਦੱਸ ਦਿੱਤਾ ਕਿ ਤੂੰ ਕਿਹਦੀ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਆਇਆ ਹੈ। ਤੇਰੇ ਆਪਣੇ ਦੇਸ਼ ਵਿੱਚ 10 ਮਹੀਨਿਆਂ ਤੋਂ ਕਿਸਾਨ ਸੜਕਾਂ 'ਤੇ ਰੁਲ ਰਿਹਾ ਹੋਵੇ ਤੇ ਤੂੰ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਦਾ ਪਿਆ ਹੈ। ਹੁਣ ਉਹ ਕੱਲ੍ਹ ਅਜੇ ਆਇਆ ਤੇ ਆਉਂਦੇ ਉਹਨੇ ਮੈਂ ਤੋਮਰ ਨੂੰ ਕਹਿ ਵੀ ਦਿੱਤਾ ਕਿ ਗੱਲਬਾਤ ਆਪਾਂ ਸ਼ੁਰੂ ਕਰੀਏ, ਵੀ ਬਾਹਰ ਕੁੱਤੇ ਖਾਣੀ ਬਹੁਤ ਹੁੰਦੀ ਆ, ਵੀ ਬਾਹਰ ਗੱਲਾਂ ਬਾਤਾਂ, ਕਿਉਂਕਿ ਕੁਦਰਤੀ ਗੱਲ ਹੈ। ਤੁਹਾਡੇ ਪਰਿਵਾਰ ਦਾ ਮੈਂਬਰ ਕਿਸੇ ਹੋਰ ਘਰ ਜਾਵੇ ਤੇ ਉੱਥੇ ਅਗਲੇ ਉਹ ਧਰਨਾ ਦੇ ਕੇ ਬੈਠੇ ਹੋਣ ਵੀ ਜਾ ਆਪਣਾ ਪਰਿਵਾਰ ਸਾਂਭ ਕੇ ਵੇਖ। ਹੈ ਤੇ ਗੱਲ ਇੱਦਾਂ ਹੀ ਹੈ ਨਾ, ਵੀ ਤੂੰ ਦੇਸ਼ ਦਾ ਆਗੂ ਹੋਵੇਂ, ਦੇਸ਼ ਦਾ PM ਹੋਵੇਂ ਤੇ ਉੱਥੇ ਤਖਤੀਆਂ ਫੜ ਕੇ ਬੈਠੇ ਹੋਣ ਵੀ ਤੂੰ ਕਿਹੜੇ ਮਨੁੱਖੀ ਹੱਕਾਂ ਦੀ ਗੱਲ ਇੱਥੇ ਆਣ ਕੇ ਅਮਰੀਕਾ 'ਚ ਕਰ ਰਿਹਾ। ਤੇਰਾ ਤੇ ਤੂੰ ਤੇ ਮਨੁੱਖੀ ਹੱਕਾਂ ਦਾ ਆਪ ਘਾਣ ਕੀਤਾ ਪਿਆ। ਇਹ ਸੇਮ ਇੱਦਾਂ ਐਗਜ਼ਾਮਪਲ ਆ ਜਿਵੇਂ ਆਪਣੇ ਪਰਿਵਾਰ ਦਾ ਮੁਖੀ ਕਿਸੇ ਦੂਜੇ ਘਰ ਗਿਆ ਹੋਵੇ, ਉਹਨਾਂ ਨੂੰ ਮਨੁੱਖੀ ਹੱਕਾਂ ਦੀ ਗੱਲ ਸਿਖਾਉਣ ਤੇ ਉਸ ਪਰਿਵਾਰ ਦੇ ਵਿੱਚੋਂ 4-5 ਜੀ ਆਪਣੇ ਖੜੇ ਹੋ ਕੇ ਕਹਿਣ ਵੀ ਜਾ ਪਹਿਲਾਂ ਜਾ ਕੇ ਆਪਣਾ ਟੱਬਰ ਸਾਂਭ, ਇੱਥੇ ਮਨੁੱਖੀ ਹੱਕਾਂ ਦੀਆਂ ਗੱਲਾਂ ਕਰਦਾ ਪਿਆ। ਸੇਮ ਮੋਦੀ ਨੂੰ ਅਮਰੀਕਾ 'ਚ ਉੱਥੋਂ ਦੇ ਵਸਦੇ ਕਿਸਾਨ ਬੱਚਿਆਂ ਨੇ, ਭੈਣਾਂ ਨੇ ਤਖਤੀਆਂ ਫੜ ਕੇ ਦੱਸ ਦਿੱਤਾ, ਜਾ ਕੇ ਪਹਿਲਾਂ ਆਪਣੇ ਦੇਸ਼ ਦੇ ਕਿਸਾਨਾਂ ਵੱਲ ਵੇਖ, ਇੱਥੇ ਮਨੁੱਖੀ ਹੱਕਾਂ ਦੀ ਗੱਲ ਕਰਦਾ ਪਿਆ। ਤੇ ਸ਼ਾਇਦ ਕੱਲ੍ਹ ਦਾ ਹੀ ਉਹਨੇ ਤੋਮਰ ਨੂੰ ਜਿਹੜਾ ਕਿਹਾ, ਹੁਣ ਤਾਂ ਹੀ ਹਿਲਜੁਲ ਹੋਈ ਹੈ ਨਾ ਮਾੜੀ ਜੀ। ਜੇ ਉਹ ਨਾ ਤਖਤੀਆਂ ਫੜਦੇ ਉਹਦਾ ਅਸਰ ਪਿਆ ਤੇ ਹੁਣ ਕਹਿੰਦਾ ਜੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ। ਵੀ ਆਂਦਾ ਹੋਊਗਾ ਵੀ ਇਹ ਛੇਤੀ ਕਰੋ, ਨਿਬੇੜੋ, ਵੀ ਮੈਂ ਕਿਸੇ ਦੇਸ਼ ਜਾਣ ਜੋਗਾ ਨਹੀਂ ਰਿਹਾ ਤੇ ਮੈਨੂੰ ਅਗਲੇ ਬਾਹਰ ਘੇਰਦੇ ਆ, ਵੀ ਥੋੜ੍ਹੀ ਬਹੁਤੀ ਗੱਲ ਤੁਰੇ। ਆਓ ਗੁਰੂ ਕਿਰਪਾ ਕਰੇ, ਕਾਸ਼ ਕਿਤੇ ਅਸੀਂ ਸਾਰੇ ਇਕੱਠੇ ਹੋ ਜਾਈਏ। ਭਾਵੇਂ ਉਹ 370 ਧਾਰਾ ਦੀ ਗੱਲ ਸੀ। ਵੇਖੋ ਜੰਗ ਤਾਂ ਸਾਡੀ ਸਾਰਿਆਂ ਦੀ ਸਾਂਝੀ ਆ। ਉਦੋਂ ਵੀ ਪੰਜਾਬ ਇਕਜੁੱਟ ਹੋ ਕੇ ਖਲੋ ਗਿਆ ਤੇ ਉਹ ਬੜੇ ਲੰਬੇ, ਕਿਉਂਕਿ ਸਮਾਂ ਨਹੀਂ ਕਿ ਇਸ ਬੰਨੇ ਮੈਂ ਤੁਰਾਂ, ਉਹ ਅਗਲਿਆਂ ਨੇ ਹੋਰ ਹੀ ਕਿਸੇ ਬੰਨੇ ਉਲਝਾ ਦਿੱਤਾ। ਆਓ ਤਗੜੇ ਹੋ ਕੇ ਹੰਬੜਾ ਮਾਰੀਏ, ਕਿਉਂਕਿ ਇਹ ਗੱਲ ਪੱਕੀ ਹੈ, ਜਿੰਨਾ ਲੰਬਾ ਅੰਦੋਲਨ ਜਾਏਗਾ ਉਨੀਆਂ ਹੀ ਜੜ੍ਹਾਂ BJP ਦੀਆਂ ਇਸ ਦੇਸ਼ ਵਿੱਚੋਂ ਡੂੰਘੀਆਂ ਪੁੱਟੀਆਂ ਜਾਣਗੀਆਂ। ਜੇ ਤੇ ਚਾਹੁੰਦੇ ਆ BJP ਵਾਲੇ ਵੀ ਕੋਈ ਮਾੜਾ ਮੋਟ ਸਾਡਾ ਬੂਟਾ ਇਸ ਦੇਸ਼ 'ਚ ਲੱਗਾ ਰਹਿ ਜਾਏ ਤੇ ਫੇਰ ਤਾਂ ਕਾਨੂੰਨ ਕਰ ਦਿਓ ਛੇਤੀ ਰੱਦ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਨਸਲਾਂ ਖਤਮ ਹੋ ਜਾਣ, ਅੱਗੇ ਤੁਹਾਡਾ ਕੋਈ ਨਾਂ ਲੈਣਾ ਵੀ ਪਸੰਦ ਨਾ ਕਰੇ, ਤੇ ਫਿਰ ਤੁਰੇ ਜਾਓ, ਕਿਉਂਕਿ ਅਸੀਂ ਵੀ ਤਿਆਰੀ ਕਰਕੇ ਉੱਥੇ ਬੈਠੇ ਹਾਂ। ਵੀ ਆਉਣਾ ਉਦੋਂ ਤੱਕ ਨਹੀਂ ਆ ਜਦੋਂ ਤੱਕ ਤੁਹਾਡੀਆਂ ਗੋਸ਼ਣੀਆਂ ਨਾਲ ਲੱਗੀਆਂ। ਗੱਲ ਪੱਕੀ ਆ, ਭਾਵੇਂ 22 ਆ ਤੇ ਭਾਵੇਂ 24 ਆ ਤੇ ਭਾਵੇਂ 26 ਆਵੇ ਤੇ ਭਾਵੇਂ 30 ਆਵੇ, ਲੱਕ ਤੋੜ ਕੇ ਹੀ ਸਾਹ ਲੈਣਾ। ਗੁਰੂ ਕਿਰਪਾ ਕਰੇ, ਆਓ ਸਾਰੇ ਹੰਬੜਾ ਮਾਰੀਏ। ਪਰ ਦੁੱਖ ਇਹ ਹੁੰਦਾ, ਪਰ ਸਾਡੇ ਵੀ ਕਈ ਝੁੱਡੂ ਜੇ BJP ਦੇ ਲੀਡਰ ਉਹਨਾਂ ਦੇ ਨਾਲ ਤੁਰੇ ਫਿਰਦੇ ਆ, ਪੱਗਾਂ ਵੀ ਬੱਧੀਆਂ, ਦਾੜੇ ਵੀ ਪ੍ਰਕਾਸ਼ ਕੀਤੇ ਆ। ਪਤਾ ਨਹੀਂ ਕਦੋਂ ਅਕਲ ਆਉਣੀ ਆ ਸਾਨੂੰ, ਵੀ ਅਸੀਂ ਅਜੇ ਤੱਕ ਵੀ ਅਸੀਂ ਸਿਆਣੇ ਬਣਨ ਨੂੰ ਤਿਆਰ ਨਹੀਂ। ਝੰਡੇ ਚੁੱਕੇ ਉਹਨਾਂ ਦੇ, ਆਓ ਕਿਸਾਨੀ ਦਾ ਝੰਡਾ ਚੁੱਕੀਏ। ਸਵੇਰੇ ਦੁੱਧ ਬ੍ਰੈਡ ਦਹੀਂ ਸਾਡੇ ਘਰਾਂ 'ਚ ਆਉਂਦਾ ਨਾ, ਤੇ ਉਹਦਾ ਵਾਸਤਾ ਹੈ ਰਲ ਮਿਲ ਕੇ ਸਾਥ ਦਈਏ। 300 ਤੋਂ 600 ਤੋਂ ਵੱਧ ਲਾਸ਼ਾਂ
ਪੰਜਾਬ ਵੱਖ-ਵੱਖ ਇਲਾਕਿਆਂ 'ਚ ਆ ਚੁੱਕੀਆਂ। ਅਜੇ ਕੱਲ੍ਹ ਇੱਕ ਭੋਗ ਤੋਂ ਆਇਆ ਮੈਂ, 56 ਸਾਲ ਦਾ ਉਹ ਬਜ਼ੁਰਗ ਸੀ ਜਿਹਦੇ 3 ਬੇਟੇ, 2 ਵਾਰ ਪਹਿਲਾਂ ਕਿਸਾਨੀ ਅੰਦੋਲਨ 'ਚ ਹੋ ਆਇਆ ਸੀ, ਕਰਨਾਲ ਲਾਗੇ ਐਕਸੀਡੈਂਟ ਹੋਇਆ, ਉਹਦੀ ਡੈਥ ਹੋ ਗਈ ਤੇ ਪਰਸੋਂ ਉਹਦਾ ਭੋਗ ਸੀ। ਉਹਦੇ ਭੋਗ ਤੋਂ ਆਇਆ, 3 ਬੇਟੇ ਪਿੱਛੇ ਛੱਡ ਗਿਆ। ਪਤਾ ਨਹੀਂ ਕਿੰਨੀਆਂ ਜਾਨਾਂ ਚਲੇ ਗਈਆਂ ਤੇ ਕਿੰਨੀਆਂ ਜੇ ਹੋਰ ਜਾਣੀਆਂ ਨੇ। ਉਹਨਾਂ ਜਾਨਾਂ ਦਾ ਵਾਸਤਾ ਜੇ, ਆਓ ਲੱਕ ਬੰਨ੍ਹ ਲਿਓ। ਜਿੰਨਾ ਅਸੀਂ ਇਕੱਠ ਦੇ ਨਾਲ ਜੰਗ ਲੜਾਂਗੇ ਓਨੀ ਛੇਤੀ ਸਰਕਾਰ ਲੰਮੀ ਪਵੇਗੀ। ਸਾਰਿਆਂ ਦਾ ਧੰਨਵਾਦ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਸਾਰੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਅੱਜ ਦੀਆਂ ਵਿਚਾਰਾਂ ਸਰਵਣ ਕੀਤੀਆਂ। ਕਿਉਂਕਿ ਵੀਰ ਨੇ ਫੋਨ ਜਦੋਂ ਮਾਣਨਾ ਕੀਤਾ, ਅਸੀਂ ਕਿ ਅਸੀਂ ਅੰਦੋਲਨ ਵਿੱਚ ਸੇਵਾ ਨਿਭਾ ਰਹੇ ਹਾਂ, ਪਰ ਅਸੀਂ ਆਪਣੇ ਭਰਾ ਕਰਕੇ, ਵੀਰ ਕਰਕੇ ਸਾਨੂੰ ਖੁਸ਼ੀ ਹੋਈ ਵੀ ਕੋਈ ਨੌਜਵਾਨ ਵੀਰ ਚਾਹੁੰਦਾ ਹੈ ਕਿ ਸਾਡੇ ਆਨੰਦ ਕਾਰਜ 'ਤੇ ਇੱਦਾਂ ਗੁਰਮਤ ਦੀ ਗੱਲ ਹੋਵੇ, ਗੁਰੂ ਦੀ ਵਿਚਾਰ ਹੋਵੇ, ਅਤੇ ਅਸੀਂ ਇੱਦਾਂ ਦਾ ਆਪਣੀ ਜ਼ਿੰਦਗੀ ਵਿੱਚ ਇਹ ਸਬਰ ਸੰਤੋਖ ਗੁਰਮਤ ਦੀਆਂ ਵਿਚਾਰਾਂ ਜ਼ਿੰਦਗੀ 'ਚ ਲੈ ਕੇ ਆਈਏ, ਤਾਂ ਕਿ ਅਸੀਂ ਗੁਰਮਤ ਦੇ ਪਾਂਧੀ ਬਣ ਕੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਾਰਿਆਂ ਦਾ ਧੰਨਵਾਦ ਜੀ। ਮਾਲਕ ਕਿਰਪਾ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।